ਜੀ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਨਿਰੰਜਨ ਸਿੰਘ ਲਹਿਲ ਵੱਲੋਂ ਸਤਿ ਸ੍ਰੀ ਅਕਾਲ। ਤੇ ਅੱਜ ਅਸੀਂ ਲੈ ਕੇ ਆ ਰਹੇ ਹਾਂ ਭੱਖ ਦੇ ਮਸਲੇ ਪ੍ਰੋਗਰਾਮ ਦੇ ਵਿੱਚ। ਅੱਜ ਦੇ ਭੱਖ ਦੇ ਮਸਲੇ, ਜਿਵੇਂ ਕਿ ਤੁਹਾਨੂੰ ਖੁਦ ਪਤਾ ਹੈ ਕਿ ਹਿੰਦੁਸਤਾਨ ਦੀ ਜਿਹੜੀ ਸਿਆਸਤ ਹੈ ਜਾਂ ਪੰਜਾਬ ਦੇ ਅੰਦਰ 2022 ਦੀਆਂ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਨੇ, ਸੋ ਉਹਨਾਂ ਮਸਲਿਆਂ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ। ਤੇ ਇਸ ਚਰਚਾ ਦੇ ਵਿੱਚ ਮੇਰੇ ਨਾਲ ਸ਼ਾਮਲ ਨੇ ਸ਼੍ਰੀ ਚੇਤਨ ਜੋਸ਼ੀ ਜੀ, ਤੇ ਚੇਤਨ ਜੋਸ਼ੀ ਜੀ ਦੇ ਨਾਲ ਅਸੀਂ ਰਲ ਕੇ ਦੋਨੇ ਹੋਸਟ ਕਰਾਂਗੇ ਅੱਜ ਦੇ ਭੱਖ ਦੇ ਮਸਲਿਆਂ ਤੇ। ਜੋਸ਼ੀ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਔਰ ਜੀ ਪੰਜਾਬੀ ਟੈਲੀਵਿਜ਼ਨ ਦੇਖਣ ਵਾਲੇ ਜਿਹੜੇ ਸਾਡੇ ਦਰਸ਼ਕ ਨੇ ਔਰ ਭੱਖ ਦੇ ਮਸਲੇ ਪ੍ਰੋਗਰਾਮ ਦੇਖਣ ਵਾਲੇ ਸਾਡੇ ਜਿਹੜੇ ਦਰਸ਼ਕ ਨੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਔਰ ਲਹਿਲ ਸਾਹਿਬ ਤੁਹਾਡਾ ਧੰਨਵਾਦ ਕਿ ਤੁਸੀਂ ਰੂਬਰੂ ਕਰਾਏ ਦਰਸ਼ਕਾਂ ਦੇ ਨਾਲ। ਹਾਂ ਜੋਸ਼ੀ ਜੀ, ਜਿਵੇਂ ਅੱਜ ਦਾ ਮਤਲਬ ਮੁੱਖ ਮਸਲਾ ਜਿਹੜੀ ਸਾਡੀ ਜਿਹੜੀ ਤਾਕੀ ਰਹੇਗੀ ਉਹ ਇਹ ਰਹੇਗੀ ਵੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਜਿਹੜਾ ਗੱਠਜੋੜ ਹੋਇਆ, ਇਹਦੇ ਪਿੱਛੇ ਇੱਕ ਦੇ ਕਾਰਨ ਕੀ ਨੇ ਵੀ ਇਹਨਾਂ ਦੀ ਕਿਹੜੀਆਂ ਮਜਬੂਰੀਆਂ ਬਣ ਗਈਆਂ ਵੀ ਜਿਹੜੇ ਇੱਕ ਦੂਜੇ ਨੂੰ ਪਹਿਲਾਂ ਗਾਲਾਂ ਕੱਢਦੇ ਸੀ, ਇੱਕ ਦੂਜੇ ਦੇ ਉੱਤੇ ਦੋਸ਼ ਲਾਉਂਦੇ ਸੀ, ਤੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਮਤਲਬ ਬੇਅਦਬੀ ਦਾ ਜਿਹੜਾ ਦੋਸ਼ ਹੈ ਉਹ ਅਕਾਲੀ ਦਲ ਤੇ ਲੱਗਦਾ ਸੀ। ਤੇ ਜਿਹੜੇ ਇਹ ਬਸਪਾ ਵਾਲੇ ਨੇ, ਬਸਪਾ ਵਾਲੇ ਉੱਚੀਆਂ ਉੱਚੀਆਂ ਬਾਹਾਂ ਕਰ ਕਰਕੇ ਇਹਨਾਂ ਨੂੰ ਮਤਲਬ ਸਜ਼ਾਵਾਂ ਦੇਣ ਦੀ ਗੱਲ ਕਰਦੇ ਸੀ, ਤੇ ਅੱਜ ਜੱਫੀਆਂ ਪਾ ਰਹੇ ਨੇ ਜੀ। ਇਹਦੇ ਸਭ ਤੋਂ ਵੱਡਾ ਕਾਰਨ ਦੇਖੋ, ਅਕਾਲੀ ਤੇ ਬਸਪਾ ਦਾ ਜਿਹੜਾ ਸਮਝੌਤਾ ਹੈ, ਉਹ ਸਮਝੌਤਾ ਕੋਈ ਪਹਿਲੀ ਗੱਲ ਅੱਜ ਦਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੇ ਸਮਝੌਤਾ ਕੀਤਾ ਸੀ ਜਦੋਂ ਬਾਬੂ ਕਾਂਸ਼ੀ ਰਾਮ ਹੋਣਾ ਨੇ ਹੁਸ਼ਿਆਰਪੁਰ ਤੋਂ ਇਲੈਕਸ਼ਨ ਲੜੀ ਸੀਗੀ। ਉਦੋਂ ਲੋਕ ਸਭਾ ਦਾ ਸਮਝੌਤਾ ਹੋਇਆ ਸੀ, ਜਿਹਦੇ ਵਿੱਚ ਮੋਹਨ ਸਿੰਘ ਫਲਿਆਂ ਵਾਲੇ ਜਿੱਤੇ ਸੀਗੇ ਜੀ, ਸਤਨਾਮ ਸਿੰਘ ਕੈਂਥ ਹੋਣੀ ਜਿੱਤੇ ਸੀਗੇ ਫਿਲੌਰ ਵਾਲੀ ਸੀਟ ਤੋਂ, ਮੋਹਨ ਸਿੰਘ ਫਲਿਆਂ ਵਾਲੇ ਫਿਰੋਜ਼ਪੁਰ ਤੋਂ, ਤੇ ਬਾਬੂ ਕਾਂਸ਼ੀ ਰਾਮ ਹੋਣੀ ਹੁਸ਼ਿਆਰਪੁਰ ਤੋਂ ਜੀ। ਉਦੋਂ ਵੀ 3 ਸੀਟਾਂ ਜਿਹੜੀਆਂ ਜਿੱਤੀਆਂ ਸੀਗੀਆਂ ਇਹਨਾਂ ਨੇ ਪੰਜਾਬ ਤੋਂ, ਤੇ ਅਕਾਲੀ ਦਲ ਦਾ ਉਦੋਂ ਸਮਝੌਤਾ ਹੋਇਆ ਸੀਗਾ ਬਹੁਜਨ ਸਮਾਜ ਪਾਰਟੀ ਦੇ ਨਾਲ ਜੀ। ਉਸ ਤੋਂ ਬਾਅਦ ਵੱਖ-ਵੱਖ ਸਮੇਂ ਦੇ ਵੱਖ-ਵੱਖ ਦੌਰ ਆਏ ਤੇ ਉਹਨਾਂ ਨੇ ਇਹ ਦੇਖਿਆ ਕਿ ਅਸੀਂ ਜਿਹੜਾ ਸਮਝੌਤਾ ਹੈ ਉਹ ਲੋਕ ਸਭਾ ਦੇ ਵਿੱਚ ਤਾਂ ਕਾਮਯਾਬ ਹੋ ਗਿਆ, ਲੇਕਿਨ ਉਹ ਸਮਝੌਤਾ ਵਿਧਾਨ ਸਭਾ ਵਾਸਤੇ ਇਹਨਾਂ ਦਾ ਨਹੀਂ ਸੀ ਉਦੋਂ ਸਿਰੇ ਚੜ੍ਹਦਾ ਨਜ਼ਰ ਆਇਆ ਇਹਨਾਂ ਨਾਲ, ਤੇ ਇਹਨਾਂ ਨੇ ਬਾਅਦ ਚੋਂ ਬੀਜੇਪੀ ਦੇ ਨਾਲ ਸਮਝੌਤਾ ਕਰ ਲਿਆ। ਹੁਣ ਗੱਲ ਇਹ ਹੈਗੀ ਹੈ ਕਿ ਦੋਨੋਂ ਦੇ ਵਿੱਚ ਪਹਿਲੋਂ ਬਹੁਤ ਜ਼ਿਆਦਾ ਦੁਸ਼ਮਣੀ ਤੇ ਨਹੀਂ ਅਸੀਂ ਕਹਿ ਸਕਦੇ, ਵਾਦ ਵਿਵਾਦ ਜ਼ਰੂਰ ਰਿਹਾ, ਕਿਉਂਕਿ ਪਹਿਲੋਂ ਵੀ ਇਕੱਠੇ ਹੋਏ, ਹੁਣ ਫਿਰ ਇਕੱਠੇ ਹੋ ਗਏ। ਲੇਕਿਨ ਹਾਂ, ਇਹ ਮੁੱਦਾ ਬੜਾ ਇੱਕ ਸੈਂਸਿਟਿਵ ਹੈ ਕਿ ਇਕੱਠੇ ਕਿਉਂ ਹੋਣਾ ਪਿਆ ਜੀ। ਪਹਿਲੀ ਕਾਰਨ ਤੇ ਇਹਦੇ 'ਚ ਇਹੋ ਹੀ ਸੀਗਾ ਕਿ ਬੀਜੇਪੀ ਦੇ ਨਾਲ ਇਹਨਾਂ ਦਾ ਸਮਝੌਤਾ ਟੁੱਟਿਆ। ਕਿਹੜੀ ਗੱਲੋਂ ਟੁੱਟਿਆ ਉਹ ਜੱਗ ਜ਼ਾਹਰ ਨੇ ਚੀਜ਼ਾਂ, ਲੇਕਿਨ ਬਹੁਜਨ ਸਮਾਜ ਪਾਰਟੀ ਦੇ ਨਾਲ ਮਿਲ ਕੇ ਇਲੈਕਸ਼ਨ ਲੜਨ ਦੇ ਵਿੱਚ ਸਭ ਤੋਂ ਵੱਡਾ ਇੱਕ ਕਾਰਨ ਇਹ ਹੈ ਕਿ ਬੀਜੇਪੀ ਕਹਿ ਰਹੀ ਹੈ ਕਿ ਅਸੀਂ SC BC OBC ਦੇ ਵਿੱਚੋਂ ਕਿਸੇ ਨੂੰ ਅਸੀਂ ਮੁੱਖ ਮੰਤਰੀ ਬਣਾਉਣਾ ਜੀ। ਅੱਛਾ, ਲੀਡਰ ਆਫ ਆਪੋਜੀਸ਼ਨ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੈ ਉਹ ਵੀ ਰਿਜ਼ਰਵ ਕੈਟਾਗਰੀ ਤੋਂ ਹੈ ਜੀ। ਅੱਛਾ, ਹੁਣ ਮਸਲਾ ਇਹ ਆ ਗਿਆ ਹੈ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੀ ਕਮਿਊਨਿਟੀ ਹੈ, ਜਿਹਨੂੰ ਦਲਿਤ ਵਰਗ ਕਹਿੰਦੇ ਅਸੀਂ, ਉਸ ਵਰਗ ਦੀ ਜਿਹੜੀ ਸ਼ਮੂਲੀਅਤ ਵੀ ਲੋਕ ਸਭਾ ਦੇ ਵਿਧਾਨ ਸਭਾ ਦੇ ਇਲੈਕਸ਼ਨਾਂ ਵਿੱਚ ਕਾਫੀ ਹੱਦ ਤੱਕ ਹੁੰਦੀ ਨਜ਼ਰ ਆ ਰਹੀ ਹੈ। ਲੇਕਿਨ ਕੁਝ ਐਸੀਆਂ ਸੀਟਾਂ ਨੇ ਜਿੱਥੇ ਬਹੁਜਨ ਸਮਾਜ ਪਾਰਟੀ ਨੇ ਬਹੁਤ ਵਧੀਆ ਪਰਫਾਰਮ ਕੀਤਾ ਸੀ ਲੋਕ ਸਭਾ ਦੀਆਂ ਇਲੈਕਸ਼ਨਸ ਦੇ ਵਿੱਚ, ਜਦੋਂ ਉਹਦੀਆਂ ਕੌਂਸਟੀਚੁਐਂਸੀਆਂ ਵਿਧਾਨ ਸਭਾ ਦੀ ਦੇਖੀਆਂ ਸੀਆਂ, ਜਿੱਦਾਂ ਨਵਾਂ ਸ਼ਹਿਰ ਦੇ ਵਿੱਚ ਜਾਂ ਹੋਰ ਕੁਛ ਇੱਦਾਂ ਦੀਆਂ ਜਿਹੜੀਆਂ ਕੌਂਸਟੀਚੁਐਂਸੀ ਸੀ, ਉੱਥੇ ਬਹੁਤ ਵਧੀਆ ਪਰਫਾਰਮ ਕੀਤਾ। ਅਕਾਲੀ ਦਲ ਨੇ ਇਸ ਟਾਈਮ ਇਹ ਸਮਝਿਆ ਕਿ ਸਾਡੇ ਕੋਲੋਂ ਬੀਜੇਪੀ ਤਾਂ ਨਿਕਲ ਗਈ ਇੱਥੋਂ, ਔਰ ਉਸ ਦੇ ਨਾਲ ਨਾਲ ਹੁਣ ਜਿਹੜੀ ਗੱਲ ਉਹਨਾਂ ਨੇ ਕੀਤੀ ਕਿ ਅਸੀਂ ਡਿਪਟੀ ਚੀਫ ਮਿਨਿਸਟਰ SC ਬਣਾਵਾਂਗੇ। ਜੇ SC ਡਿਪਟੀ ਚੀਫ ਮਿਨਿਸਟਰ ਬਣਾਉਣਾ ਵਾ, ਤੇ ਪਹਿਲੀ ਗੱਲ ਬੰਦਾ ਪੁੱਛੇ, ਇਹਨਾਂ ਕੋਲ ਪਵਨ ਟੀਨੂ ਵਰਗਾ ਇੱਕ ਬਹੁਤ ਵਧੀਆ ਲੀਡਰ ਸੀ, ਉਹਨੂੰ ਡਿਪਟੀ CM ਬਣਾ ਕੇ ਵੀ ਇਲੈਕਸ਼ਨ ਲੜ ਸਕਦੇ ਸੀ, ਲੇਕਿਨ ਇਹਨਾਂ ਨੇ ਉਹ ਇਲੈਕਸ਼ਨ ਨਹੀਂ ਲੜੀ। ਇਹਨਾਂ ਨੇ ਇਸ ਗੱਲੋਂ ਇਸ ਇਲੈਕਸ਼ਨ ਦਾ ਕੀਤਾ ਕਿ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਜਿਹੜੀਆਂ 20 ਸੀਟਾਂ ਦੇ ਕੇ ਬਾਕੀ ਸੀਟਾਂ ਦੇ ਉੱਤੇ 2-2 4-4 3-3 5-5% ਜਿਹੜੀ ਵੋਟ ਹੈ, ਉਹ ਵੋਟ ਜੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਲ ਜਾਂਦੀ ਹੈ ਤੇ ਬੀਜੇਪੀ ਆਪਣੀ ਵੋਟ ਲੈ ਕੇ ਜਾਂਦੀ ਹੈ, ਉਸ ਦੇ ਨਾਲ ਜਿਹੜਾ ਵੱਡਾ ਅਸਰ ਪੈਂਦਾ ਹੈ ਕਿ ਅਕਾਲੀ ਦਲ ਵੈਸੇ ਵੀ ਤਾਂ ਇਕੱਲਾ ਰਹਿ ਕੇ ਕਮਜ਼ੋਰ ਪੈ ਗਿਆ ਸੀ, 3-4% 5% ਵੋਟ ਦੇ ਨਾਲ ਕਿਤੇ ਨਾ ਕਿਤੇ ਉਹਦੀ ਜਿਹੜੀ ਸਥਿਤੀ ਹੈ ਮਜ਼ਬੂਤ ਹੋ ਜਾਂਦੀ ਆ। ਮੇਨ ਅਜੇ ਤੇ ਫਿਲਹਾਲ ਇਹੋ ਸੋਚ ਕੇ ਇਹਨਾਂ ਨੇ ਆਪਣਾ ਗਠਬੰਧਨ ਕੀਤਾ। ਅੱਗੇ ਗਠਬੰਧਨ ਕੀ ਰੰਗ ਲਾਏਗਾ ਤੇ ਡਿਪੈਂਡ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਜੀਟੇਸ਼ਨਾਂ ਕਿਹੜੀਆਂ ਕਰਦੇ ਨੇ, ਲੋਕਾਂ ਨੂੰ ਕੀ ਦੱਸਣ ਜਾਣਗੇ, ਕੀ ਮੁੱਦੇ ਨੇ ਇਹਨਾਂ ਦੇ, ਕਿਉਂਕਿ ਕੁਛ ਐਸੇ ਕੰਮ ਹੈਗੇ ਨੇ, ਮੰਨ ਲਓ ਤੁਸੀਂ ਬਰਗਾੜੀ ਕਾਂਡ ਦੀ ਗੱਲ ਕਰਦੇ ਆ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਬੇਅਦਬੀ ਦੀ ਗੱਲ ਕਰਦੇ ਆ, ਜਾਂ ਹੋਰ ਜਿਹੜੀਆਂ ਪਿਛਲੇ 5 ਸਾਲ ਤੋਂ ਪਹਿਲਾਂ ਜਿਹੜੀ ਸਰਕਾਰ ਹੰਢਾਈ ਇਹਨਾਂ ਨੇ,
2007 ਤੋਂ ਲੈ ਕੇ 2017 ਤੱਕ ਇਹਨਾਂ ਨੇ ਜਿਸ ਸਾਲ ਰਿਪੀਟ ਕੀਤੀ ਉਸ ਤੋਂ ਜਿਹੜੇ ਮਗਰਲੇ 5 ਸਾਲ ਸੀਗੇ ਜੀ। 2012 ਤੋਂ 2017 ਤੱਕ ਇਸ ਦੌਰਾਨ ਪੰਜਾਬ ਦੇ ਵਿੱਚ ਡਿਵੈਲਪਮੈਂਟ ਤਾਂ ਬਹੁਤ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ, ਲੇਕਿਨ ਕਈ ਪ੍ਰਸ਼ਨ ਚਿੰਨ੍ਹ ਛੱਡ ਦਿੱਤੇ ਕਿ ਉਸ ਦੌਰਾਨ ਨਸ਼ਾ, ਮਾਈਨਿੰਗ, ਸ਼ਰਾਬ ਨਾਲ ਮਰਨ ਵਾਲੇ ਲੋਕ ਤੇ ਹੋਰ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਇੰਨਾ ਫੈਲ ਗਿਆ ਸੀ, ਉਹ ਚੀਜ਼ਾਂ ਬੜੀਆਂ ਉੱਭਰ ਕੇ ਆਈਆਂ ਸੀ। ਬਿਲਕੁਲ। ਕਿ ਪਬਲਿਕ ਨੇ ਜੋ ਸੋਚ ਕੇ ਇਹਨਾਂ ਨੂੰ ਨਕਾਰਿਆ, ਜੀ। ਦੇਖੋ ਜੋ ਸੋਚ ਕੇ ਨਕਾਰਿਆ 2017 ਚ, ਕੀ 2022 ਦੇ ਵਿੱਚ ਪਬਲਿਕ ਉਹਨੂੰ ਐਕਸੈਪਟ ਕਰੇਗੀ? ਨੰਬਰ 2, ਜੀ। ਕੀ ਸੋਚ ਕੇ ਬੀਜੇਪੀ ਅੱਡ ਹੋਈ ਆ ਇਹਨਾਂ ਤੋਂ? ਕੀ ਬੀਜੇਪੀ ਨੂੰ ਲੱਗਦਾ ਕਿ ਕਿੱਥੇ ਇਹਨਾਂ ਦੀਆਂ ਕਈ ਸ਼ਹਿਰਾਂ 'ਚ ਜਿਹੜੀ ਮਰਜ਼ੀ ਸਰਕਾਰ ਹੋਵੇ, ਕੁਝ ਸ਼ਹਿਰਾਂ 'ਚ ਇਹਨਾਂ ਦੀਆਂ ਕੌਂਸਟੀਚੁਐਂਸੀਆਂ ਬਣਦੀਆਂ ਸੀਗੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ, ਧਾਰੀਵਾਲ ਪਿਓਰ ਆਰਐਸਐਸ ਸੀਟ ਸੀਗੀ, ਫਗਵਾੜੇ ਦੇ ਵਿੱਚ ਬਣਦੇ ਸੀ, ਬਿਲਕੁਲ। ਅੱਜ ਉਹਨਾਂ ਸ਼ਹਿਰਾਂ ਦੇ ਵਿੱਚੋਂ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ, ਜੀ ਜੀ ਜੀ। ਇੱਕ ਸੀਟ ਵੀ ਨਹੀਂ ਜਿੱਤੀ। ਇਹਦਾ ਮਤਲਬ ਇਹ ਹੈ ਕੀ ਸੋਚ ਕੇ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋਈ ਹੈ, ਕੀ ਸੋਚ ਕੇ ਬਸਪਾ ਨੇ ਅਕਾਲੀ ਦਲ ਨਾਲ ਸਮਝੌਤਾ ਕੀਤਾ? ਇਹ ਤਾਂ ਆਉਣ ਵਾਲੇ ਸਮੀਕਰਨ ਦੱਸਣਗੇ ਕਿ ਲੋਕਾਂ ਦੇ ਮਨ ਦੇ ਵਿੱਚ ਕੀ ਚੱਲਦਾ ਪਿਆ, ਕਿਉਂਕਿ ਨਾ ਤੇ ਜੀ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਨਾ ਹੀ ਅਸੀਂ ਕਾਂਗਰਸ ਦੀ ਗੱਲ ਕੀਤੀ ਹੈ। ਗੱਲ ਤੇ ਇਹ ਹੈ ਜੋਸ਼ੀ ਜੀ, ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਨਾ, ਆਮ ਆਦਮੀ ਪਾਰਟੀ ਦਾ ਜਿਹੜੇ ਚੱਡਾ ਜੀ ਨੇ, ਉਹ ਸ਼ਰੇਆਮ ਲੋਕ ਇਹ ਗੱਲ ਕਹਿ ਰਹੇ ਨੇ ਵੀ ਜਿਹੜਾ ਇਹ ਸਮਝੌਤਾ ਹੋਇਆ ਇਹਦੇ ਪਿੱਛੇ ਜਿਹੜੀ ਆ ਉਹ ਭਾਜਪਾ ਕੰਮ ਕਰ ਰਹੀ ਹੈ, ਕਿਉਂਕਿ ਮਾਇਆਵਤੀ ਦੇ ਉੱਤੇ ਦਬਾਅ ਜਿਹੜਾ ਹੈ ਉਹ ਆਪਣੇ ਜਿਹੜਾ ਮੋਦੀ ਸਾਹਿਬ ਨੇ, ਸਾਡੇ PM ਨੇ, ਉਹਨਾਂ ਦਾ ਦਬਾਅ ਹੈ। ਉਹਦੇ ਦਬਾਅ ਕਰਕੇ ਪੰਜਾਬ 'ਚੋਂ ਇਹਨਾਂ ਦੀ ਸਾਖ ਜਿਹੜੀ ਆ ਉਹ ਖਤਮ ਹੁੰਦੀ ਜਾ ਰਹੀ ਸੀ ਭਾਜਪਾ ਦੀ। ਉਸ ਸਾਖ ਨੂੰ ਕਿਤੇ ਨਾ ਕਿਤੇ ਬਚਾਉਣ ਲਈ, ਆਪਣਾ ਰਾਹ ਖੋਲ੍ਹਣ ਲਈ ਇਹਨਾਂ ਨੇ ਅਕਾਲੀ ਦਲ ਤੇ ਭਾਜਪਾ ਜਿਹੜਾ ਬਸਪਾ ਦਾ ਜਿਹੜਾ ਸਮਝੌਤਾ ਹੈ ਉਹ ਦਬਾਅ ਹੇਠ ਕਰਾਇਆ। ਕੀ ਇਹ ਲੱਗਦਾ ਨਹੀਂ ਵੀ ਇਦਾਂ ਦਾ ਕੋਈ ਇਹੋ ਜਿਹੀ ਜਿਹੜੀ ਰਾਜਨੀਤੀ ਹੈ ਇਹਦੇ ਪਿੱਛੇ ਕੰਮ ਕਰਦੀ ਹੋਊਗੀ? ਰਾਘਵ ਚੱਡਾ ਜੀ ਇੱਕ ਯੰਗ MLA ਨੇ ਔਰ ਆਈ ਥਿੰਕ ਉਹ ਰਜਿੰਦਰਾ ਨਗਰ ਦਿੱਲੀ ਤੋਂ MLA ਬਣੇ ਨੇ ਜੀ। ਔਰ ਠੀਕ ਆ, ਇੱਕ ਯੂਥ ਨੇਤਾ ਹੈ, ਯੰਗਸਟਰ ਹੈ, ਲੋਕ ਪਸੰਦ ਕਰਦੇ ਨੇ। ਲੇਕਿਨ ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ, ਜੀ। ਰਾਘਵ ਚੱਡਾ ਜੀ ਨੂੰ ਅਜੇ ਤੱਕ ਤੇ ਇੰਨਾ ਵੀ ਨਹੀਂ ਪਤਾ ਹੋਣਾ ਕਿ ਪੰਜਾਬ ਦੇ ਵਿੱਚ ਐਕਚੁਅਲੀ ਚੱਲਦਾ ਕੀ ਪਿਆ ਹੈ। ਜੀ। ਤੁਸੀਂ ਬੇਵਜ੍ਹਾ ਇੱਕ ਬਿਆਨ ਦੇ ਦੇਣਾ, ਮੋਦੀ ਸਾਹਿਬ ਨੂੰ ਕੀ ਲੋੜ ਪਈ ਹੈ ਬਸਪਾ ਦਾ ਸਮਝੌਤਾ ਅਕਾਲੀ ਦਲ ਦੇ ਨਾਲ ਕਰਾਉਣ ਦਾ? ਜੀ। ਮੋਦੀ ਸਾਹਿਬ ਨੂੰ ਕੀ ਲੋੜ ਪਈ ਹੈ ਬੀਜੇਪੀ ਨੂੰ ਸਮਝੌਤਾ ਕਰਾਉਣ ਦੀ? ਬੀਜੇਪੀ ਤੇ ਆਪ ਨਹੀਂ ਲੱਭਣ ਦੀ ਪੰਜਾਬ ਦੇ ਵਿੱਚ, ਜਿਹੜਾ ਆਪ ਕਿਸੇ ਜੋਗਾ ਨਹੀਂ, ਕਿਸੇ ਪਾਸੇ ਫਿਰਨ ਤੁਰਨ ਜੋਗਾ ਜੇ ਨਜ਼ਰ ਆ ਰਿਹਾ, ਜਾਂ ਉਹਨਾਂ ਨੂੰ ਆਪਣੇ ਸਿਸਟਮ ਦਾ ਨਹੀਂ ਪਤਾ ਲੱਗਦਾ ਪਿਆ, ਉਹ ਕਿਸੇ ਨਾ ਕਿਦਾਂ ਯਾਰੀਆਂ ਪਵਾਉਣਗੇ। ਸੋ ਆਮ ਆਦਮੀ ਪਾਰਟੀ ਐਜ਼ ਯੂਜੂਅਲ ਇੱਕ ਨਵੀਂ ਉੱਭਰਦੀ ਪਾਰਟੀ ਸੀ। 2017 ਚ ਐਡੀ ਤਗੜੀ ਵੇਵ ਸੀ, ਇਦਾਂ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਇਨਕਲਾਬ ਆਏਗਾ। ਜੀ। ਕਾਰਨ ਕੀ ਹੈ? ਲੋਕਾਂ ਨੇ ਨਕਾਰ ਕਿਉਂ ਦਿੱਤਾ ਇਹਨਾਂ ਨੂੰ? ਉਹ ਇੱਕ ਰੀਜ਼ਨ ਆ, ਇੱਕ ਰੀਜ਼ਨ ਆ। ਜੀ ਜੀ ਜੀ। ਅੱਜ ਉਹ ਕਹਿ ਰਹੇ ਨੇ ਕਿ ਇਹ ਬੀਜੇਪੀ ਨੇ ਮਾਇਆਵਤੀ ਨੂੰ ਜ਼ਬਰਦਸਤੀ ਫੋਰਸਲੀ ਕਰਾ ਕੇ ਅਕਾਲੀ ਦਲ ਦੇ ਮੜ ਬਣਤਾ। ਸੁਣਨ ਚ ਤੇ ਵੀ ਆ ਰਿਹਾ ਸੀ ਬੀਜੇਪੀ ਤੇ ਬਸਪਾ ਦਾ ਸਮਝੌਤਾ ਹੋ ਰਿਹਾ ਸੀ ਪੰਜਾਬ 'ਚ, ਗੱਲਾਂ ਇਹ ਵੀ ਉੱਠੀਆਂ ਸੀਗੀਆਂ। ਬਿਲਕੁਲ ਜੀ, ਬਿਲਕੁਲ। ਜੇ ਤੁਸੀਂ ਗੱਲ ਕਰਦੇ ਹੋ ਸਮਝੌਤੇ ਦੀ, ਬਸਪਾ ਤੇ ਬੀਜੇਪੀ ਰਲ ਕੇ ਬੀਜੇਪੀ ਨੂੰ ਫਾਇਦਾ ਹੋਣਾ ਸੀ, ਜੀ। ਬਸਪਾ ਨੂੰ ਵੀ ਫਾਇਦਾ ਹੋਣਾ ਸੀ। ਲੇਕਿਨ ਬੀਜੇਪੀ ਇਹ ਤਾਂ ਕਰਦੀ ਚੰਗੀ ਲੱਗਦੀ ਹੈ ਜੇ ਉਹ 2022 ਦੀ ਇਲੈਕਸ਼ਨ ਵਿੱਚ ਪੰਜਾਬ ਤੋਂ ਕੰਟੈਸਟ ਨਹੀਂ ਕਰਦੀ, ਤੇ ਕਿਹੜੀ ਪਾਰਟੀ ਹਾਰਨ ਵਾਸਤੇ ਇਲੈਕਸ਼ਨ ਕੰਟੈਸਟ ਕਰਦੀ ਹੈ? ਸੋ ਹਾਂ, ਕਈ ਥਾਵਾਂ ਤੇ ਲੌਬਿੰਗ ਜ਼ਰੂਰ ਹੁੰਦੀ ਹੈ, ਇਲਾਕੇ ਵੰਡੇ ਜਾਂਦੇ ਨੇ ਵੀ ਆਹ ਇਲਾਕਾ ਤੇਰਾ, ਇਲਾਕਾ ਸਾਡਾ। ਲੇਕਿਨ ਰਾਘਵ ਚੱਡਾ ਜੀ ਦਾ ਬਿਆਨ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ, ਮੈਨੂੰ ਉਹਦੇ ਵਿੱਚ ਰਾਜਨੀਤਿਕ ਤਜਰਬੇ ਦੀ ਘਾਟ ਜ਼ਿਆਦਾ ਨਜ਼ਰ ਆ ਰਹੀ ਹੈ। ਮੈਨੂੰ ਰਾਜਨੀਤੀ ਦੇ ਪ੍ਰਤੀ ਸਿੰਸੀਅਰਟੀ ਨਜ਼ਰ ਨਹੀਂ ਆ ਰਹੀ। ਆਮ ਆਦਮੀ ਪਾਰਟੀ 4.5 ਸਾਲ ਰਹੀ ਹੈ ਲੀਡਰ ਆਫ ਆਪੋਜੀਸ਼ਨ ਲੈ ਕੇ, ਆਮ ਆਦਮੀ ਪਾਰਟੀ ਨੇ ਕੋਈ ਸੰਘਰਸ਼ ਨਹੀਂ ਕੀਤਾ, ਕਿਸੇ ਵੀ ਤਰ੍ਹਾਂ ਦੀ ਕੋਈ ਇੱਕ ਐਜੀਟੇਸ਼ਨ ਕੱਢਦੇ ਆਮ ਆਦਮੀ ਪਾਰਟੀ ਜਿਹੜੀ ਸਟੇਟ ਲੈਵਲ ਦੇ ਉੱਤੇ ਇਹਨਾਂ ਨੇ ਕੀਤੀ ਹੋਵੇ। ਪਹਿਲੇ 3 ਸਾਲ ਤੇ ਇਹ ਲੀਡਰ ਆਫ ਆਪੋਜੀਸ਼ਨ ਦੇ ਵਾਸਤੇ ਲੜਦੇ ਰਹੇ। ਪਹਿਲਾਂ ਫੂਲਕਾ ਜੀ ਆਏ, ਫੂਲਕਾ ਜੀ ਨੇ ਰਿਜ਼ਾਈਨ ਪਾਤਾ, ਉੱਥੇ ਬਾਈਪੋਲ ਇਲੈਕਸ਼ਨ ਹੋ ਗਈ, ਉਹ ਸੀਟ ਅਕਾਲੀ ਦਲ ਕੋਲ ਚਲੇ ਗਈ। ਉਸ ਤੋਂ ਬਾਅਦ ਖਹਿਰਾ ਸਾਹਿਬ ਆਏ, ਖਹਿਰਾ ਸਾਹਿਬ ਨਾਲ ਵਾਦ ਵਿਵਾਦ ਚੱਲਦਾ ਰਿਹਾ, ਖਹਿਰਾ ਸਾਹਿਬ ਚਲੇ ਗਏ। ਉਸ ਤੋਂ ਬਾਅਦ ਹੁਣ ਜਿਹੜੇ ਚੀਮਾ ਸਾਹਿਬ ਆਏ ਨੇ, ਤੁਸੀਂ ਦੱਸੋ ਜਿਹੜੀ ਪਾਰਟੀ ਦਾ ਅਜੇ ਤੱਕ ਘਰ ਦਾ ਸਿਰ ਪੈਰ ਨਹੀਂ ਨਜ਼ਰ ਆ ਰਿਹਾ, ਉਹ ਪਾਰਟੀ ਇੱਕ ਲੋਕਾਂ ਦੀ ਚੋਇਸ ਬਣ ਕੇ ਆਈ ਸੀ ਵੀ ਅਸੀਂ ਨਾ ਅਕਾਲੀਆਂ ਨੂੰ ਵੋਟ ਪਾਉਣੀ, ਨਾ ਕਾਂਗਰਸ ਨੂੰ, ਨਾ ਬੀਜੇਪੀ ਨੂੰ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਅਡਾਪਟ ਕਰ ਲਿਆ। ਅਡਾਪਟ ਕੀਤਾ ਹੁੰਦਾ ਤੇ ਕੀ ਕਾਰਨ? ਆਮ ਆਦਮੀ ਪਾਰਟੀ ਹਾਰੀ ਕਿਉਂ? ਬੜੀ ਸਿੱਧੀ ਜੀ ਗੱਲ ਹੈ, ਕਿਉਂਕਿ ਵੋਟ ਨਹੀਂ ਪਈ। ਜੇ ਵੋਟ ਨਹੀਂ ਪਈ, ਇਟ ਮੀਨਸ ਲੋਕਾਂ ਨੇ ਐਕਸੈਪਟ ਨਹੀਂ ਕੀਤੀ। ਇਹ ਉੱਥੋਂ ਤੋਂ ਜਿੱਤੀ ਸੀ ਜਿਹੜੇ ਇਲਾਕੇ ਕਿਸੇ ਟਾਈਮ ਜ਼ਿਆਦਾਤਰ ਡੋਮੀਨੇਟ ਹੁੰਦੇ ਸੀ ਕਾਮਰੇਡਸ ਪਾਰਟੀਆਂ ਦੇ, CPI CPM ਦੀਆਂ ਪਾਰਟੀਆਂ ਦੇ ਲੋਕ ਜਿੱਥੇ ਰਹਿੰਦੇ ਸੀ, ਉਹ ਵੋਟ ਇਹਨਾਂ ਵੱਲ ਕਨਵਰਟ ਹੋ ਗਈ। ਕੁਝ ਵਿਰੋਧ ਵਾਲੀ ਵੋਟ ਸੀਗੀ, ਜਿਹਦੇ ਕਰਕੇ ਉਹ ਆਮ ਆਦਮੀ ਪਾਰਟੀ ਉੱਤੇ ਪਰਫਾਰਮ ਕਰ ਗਈ। ਕੁਛ ਇੱਕ ਪੈਰੈਂਟਲ ਸੀਟਾਂ ਸੀਗੀਆਂ, ਜਿੱਦਾਂ ਅਮਨ ਅਰੋੜਾ ਦੀ ਆਪਣੇ ਫਾਦਰ ਵਾਲੀ ਸੀਟ ਸੀ,
ਜੀ ਸੁਖਪਾਲ ਖਹਿਰਾ ਵਾਲੀ ਆਪਣੀ ਸੀਟ ਸੀਗੀ। ਇਸ ਦੇ ਨਾਲ ਚੰਡੀਗੜ੍ਹ ਦੇ ਨਾਲ ਅਵੇਅਰ ਲੋਕ ਰਹਿੰਦੇ ਨੇ ਖਰੜ ਦੇ ਵਿੱਚ, ਨਾਲ ਹੀ GT ਰੋਡ ਰੋਪੜ ਆ ਗਈ। ਇੱਥੇ ਲੋਕ ਆਮ ਆਦਮੀ ਪਾਰਟੀ ਜਿੱਤ ਗਏ ਕਿਉਂਕਿ ਇੱਥੇ ਬੜੇ ਅਵੇਅਰ ਲੋਕ ਸੀ ਤੇ ਉਹਨਾਂ ਨੇ ਕੰਵਰ ਸੰਧੂ ਵਰਗੇ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ, ਇੱਕ ਪੜ੍ਹੇ ਲਿਖੇ ਐਡੀਟਰ ਨੂੰ ਵੋਟ ਪਾਈ। ਸੋ ਆਮ ਆਦਮੀ ਪਾਰਟੀ ਨੇ ਜਿੱਥੇ ਜਿੱਥੇ ਪਰਫਾਰਮ ਕੀਤਾ, ਕਈ ਥਾਵਾਂ ਤੇ 10,000 ਦਾ ਅੰਕੜਾ ਨਹੀਂ ਪਾਰ ਕਰ ਸਕੀ। ਸੋ ਇਹ ਕਹਿਣਾ ਆਮ ਆਦਮੀ ਪਾਰਟੀ ਵੱਲੋਂ, ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਇਦਾਂ ਦੇ ਬਿਆਨ ਦੇਣ ਦੀ ਬਜਾਏ ਉਹਨਾਂ ਨੂੰ ਕੰਮ ਕਰਨਾ ਚਾਹੀਦਾ, ਲੋਕਾਂ ਵੱਲ ਜਾਣਾ ਚਾਹੀਦਾ। ਪਿਛਲੀ ਇਲੈਕਸ਼ਨ ਦੇ ਵਿੱਚ 2017 ਦੀ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਕੋਲ ਗਰਾਊਂਡ ਲੈਵਲ ਤੇ ਬਹੁਤ ਵਰਕਰ ਸੀ, ਘਰ ਘਰ ਜਾ ਕੇ ਪ੍ਰਚਾਰ ਕਰਦੇ ਸੀਗੇ, ਡਿਸਕਸ਼ਨ ਕਰਦੇ ਸੀ ਲੋਕਾਂ ਨਾਲ, ਸ਼੍ਰੀ ਅਰਵਿੰਦ ਕੇਜਰੀਵਾਲ ਜੀ ਬਾਰੇ ਲੋਕਾਂ ਨੂੰ ਦੱਸਦੇ ਸੀਗੇ, ਆਉਣ ਵਾਲੀ ਸੋਚ ਬਾਰੇ ਦੱਸਦੇ ਸੀ। ਅੱਜ ਆਮ ਆਦਮੀ ਪਾਰਟੀ ਦਾ ਕੈਡਰ ਹੀ ਨਹੀਂ ਹੈ, ਟਿਕਟਾਂ ਦੀ ਦੌੜ ਦੇ ਵਿੱਚ ਪਏ ਨੇ। ਤੁਸੀਂ ਦੇਖ ਲਓ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਉਹ ਆਪ ਦੇ ਝਾੜੂ ਦੇ ਨਿਸ਼ਾਨ ਤੇ ਲੜਨਗੇ, ਜਿਨ੍ਹਾਂ ਨੂੰ ਨਹੀਂ ਮਿਲੀਆਂ ਜਾਂ ਉਹ ਕਾਂਗਰਸ ਅਕਾਲੀਆਂ ਚੱਲ ਜਾਣਗੇ ਜਾਂ ਫਿਰ ਉਹ BJP ਦੇ ਚਲੇ ਜਾਣਗੇ। ਇਹੋ ਨਿਕਲਣਾ ਨਤੀਜਾ, ਹੋਰ ਕੋਈ ਨਹੀਂ ਨਿਕਲਣਾ, ਜੋ ਪਿਛਲੀ ਵਾਰੀ ਹੋਇਆ। ਜੋਸ਼ੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਪਿਛਲੀ ਵਾਰ ਦਾ ਜਿਹੜਾ ਤਜਰਬਾ ਸਾਡੇ ਸਾਹਮਣੇ ਹੈ, ਉਸ ਵੇਲੇ ਪਬਲਿਕ ਦੇ ਅੰਦਰ ਜਿਹੜਾ ਸੀ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਵੱਡਾ ਅਕਸ਼ ਬਣ ਚੁੱਕਾ ਸੀ, ਕਿਉਂਕਿ ਦੋਨੇ ਇਹ ਜਿਹੜੀਆਂ ਕਾਂਗਰਸ ਤੇ ਜਿਹੜੀਆਂ ਸਾਡੀਆਂ ਅਕਾਲੀ ਦਲ ਜਿਹੜੀਆਂ ਲਗਾਤਾਰ ਰਵਾਇਤੀ ਪਾਰਟੀਆਂ ਚੱਲਦੀਆਂ ਆ ਰਹੀਆਂ ਸੀ, ਇਹਨਾਂ ਤੋਂ ਲੋਕੀ ਦੁਖੀ ਸੀ। ਉਹ ਤੀਸਰਾ ਬਦਲ ਭਾਲਦੀਆਂ ਸੀ। ਉਸ ਬਦਲ ਚੋਂ ਸਿਰਫ ਇੱਕ ਆਮ ਆਦਮੀ ਪਾਰਟੀ ਉਹ ਨਿਕਲ ਕੇ ਬਾਹਰ ਆਈ ਸੀ, ਪਰ ਉਹਨਾਂ ਦੇ ਆਪਣੇ ਕਾਟੋ ਕਲੇਸ਼ ਨੇ, ਉਹਨਾਂ ਦੀ ਸੀਟਾਂ ਦੀ ਵੰਡ ਨੇ, ਜਾਂ ਉਹਨਾਂ ਦਾ ਜਿਹੜਾ ਚਿਹਰਾ ਸੀ ਮੁੱਖ ਮੰਤਰੀ ਦਾ ਚਿਹਰਾ ਉਹ ਸਾਹਮਣੇ ਨਾ ਲਿਆਉਣ ਕਰਕੇ, ਤੇ ਜਿਹੜੇ ਉਹ ਸੰਜੇ ਹੋਣੀ ਜਾਂ ਪਾਠਕ ਹੋਣੀ ਇੱਥੇ ਪੰਜਾਬ ਦੇ ਵਿੱਚ ਆਣ ਕੇ ਬਹਿ ਗਏ, ਜਿਹਦੇ ਨਾਲ ਸਾਡੇ ਪੰਜਾਬੀ ਲੋਕਾਂ ਦੇ ਅੰਦਰ ਇੱਕ ਗੱਲ ਜ਼ਰੂਰ ਟੁੱਕੀ ਵੀ ਇਹ ਜਿਹੜਾ ਆਪਣਾ ਜਿਹੜਾ ਢਿੱਡ ਹੈ ਉਹ ਫਰੋਲ ਕੇ ਉਹਨਾਂ ਨੂੰ ਦੇਣ ਵਾਲੀ ਗੱਲ ਸੀ, ਵੀ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਬਾਹਰਲਿਆਂ ਨੂੰ ਲਿਆ ਕੇ ਇੱਥੇ ਰਾਜ ਕਰਾਉਣ ਵਾਲੀ ਗੱਲ। ਉਸ ਗੱਲ ਨੇ ਵੀ ਮੈਨੂੰ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਨੂੰ ਪਿਛਲੇ ਸਾਲ, ਪਿਛਲੀਆਂ 2017 ਦੀਆਂ ਇਲੈਕਸ਼ਨਾਂ 'ਚ ਜਿਹੜਾ ਹਾਰ ਦਾ ਮੂੰਹ ਦਿਖਾਉਣਾ ਪਿਆ। ਉਹਦਾ ਰੀਜ਼ਨ ਇੱਕ ਬਹੁਤ ਵੱਡਾ ਜੀ, ਉਹਦਾ ਕਾਰਨ ਇਹ ਹੈ ਕਿ ਉਹਨਾਂ ਨੇ ਸਿਰਫ ਦੁਖੀ ਲੋਕਾਂ ਨੂੰ ਅਪਰੋਚ ਕੀਤਾ, ਉਹਨਾਂ ਨੇ ਆਮ ਪਬਲਿਕ ਤੱਕ ਵਿਸਤਾਰ ਕੀਤਾ ਹੀ ਨਹੀਂ ਆਪਣਾ। ਜੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸੋਚ ਔਰ ਸੋਚ ਦਾ ਵਿਸਤਾਰ ਵੱਡੇ ਲੈਵਲ ਤੱਕ, ਗਰਾਊਂਡ ਲੈਵਲ ਤੱਕ, ਪਿੰਡਾਂ ਤੱਕ ਲੈ ਕੇ ਨਹੀਂ ਗਏ। ਜਿੱਦਾਂ ਦਾ ਉਹਨਾਂ ਨੇ ਬਣਾਇਆ ਸੀ ਆਪਣਾ ਮੈਨੀਫੈਸਟੋ ਬਣਾਇਆ ਸੀ, ਜਾਂ ਜਿਹੜੀ ਪ੍ਰੋਗਰਾਮ ਲੈ ਕੇ ਆਈ ਸੀ, ਉਸ ਪ੍ਰੋਗਰਾਮ ਦੇ ਤਹਿਤ ਜੇ ਉਸ ਪ੍ਰੋਗਰਾਮ ਦੇ ਉੱਤੇ ਅਮਲ ਕਰਦੇ ਤੇ ਸ਼ਾਇਦ ਕੁਛ ਨਾ ਕੁਛ ਜਿਹੜੀਆਂ ਸੀਟਾਂ ਸੀ ਇਤੋਂ ਵੱਧ ਗਿਣੀਆਂ ਲਿਜਾ ਸਕਦੇ ਸੀ। ਪਰ ਉਹਦੇ 'ਚ ਮੈਂ ਦੱਸਣਾ ਤੁਹਾਨੂੰ, ਦੇਖੋ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਤੇ ਕਸਬਿਆਂ ਦੇ ਵਿੱਚ ਹਰ ਇਲਾਕੇ ਦੇ ਵਿੱਚ ਵੱਖ-ਵੱਖ ਮਨੋਵਿਕ੍ਰਿਤੀ ਵਾਲਾ, ਮਨੋਸਥਿਤੀ ਵਾਲਾ ਤੇ ਵੱਖਰੀ ਵੱਖਰੀ ਸੋਚ ਵਾਲਾ ਬੰਦਾ ਰਹਿੰਦਾ। ਬਿਲਕੁਲ ਜੀ। ਅੱਜ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਕਿੰਨਾ ਜ਼ਿਆਦਾ ਨਸ਼ਾ ਵਧਿਆ ਹੋਇਆ। ਜਿਹੜੇ ਨਸ਼ੇ ਕਰਕੇ ਬੈਠੇ ਨੇ ਉਹ ਤਾਂ ਇਲੈਕਸ਼ਨ ਦੀ ਭਾਲ 'ਚ ਬੈਠੇ ਨੇ ਕਿ ਕਦੋਂ ਇਲੈਕਸ਼ਨ ਆਵੇ ਸਾਨੂੰ ਫ੍ਰੀ ਦੀ ਸ਼ਰਾਬ ਪੀਣ ਨੂੰ ਮਿਲੇ। ਜੀ ਠੀਕ ਹੈ ਜੀ। ਇਦਾਂ ਹੀ ਪਿੰਡਾਂ ਦੇ ਵਿੱਚ ਇੱਕ ਨਵਾਂ ਕੰਮ ਚੱਲ ਪਿਆ। ਮੈਂ ਜ਼ਿਆਦਾ ਨਹੀਂ ਕਹਿੰਦਾ, ਮੈਂ ਆਪਣੇ ਸਾਡਾ ਇਲਾਕਾ ਜਿਹੜਾ ਹੈਗਾ ਗੁਰਦਾਸਪੁਰ ਦੇ ਕਈ ਪਿੰਡ ਐਸੇ ਨੇ ਜਿੱਥੇ ਵਿੱਚ ਦੇਹ ਵਪਾਰ ਬਹੁਤ ਵੱਡੀ ਗਿਣਤੀ ਨਾਲ ਚੱਲਦਾ ਪਿਆ। ਬਿਲਕੁਲ ਪਿੰਡਾਂ ਦੇ ਸਰਪੰਚ ਜਾਣਦੇ ਨੇ, ਇਹਦੇ ਬਾਵਜੂਦ ਕੁਝ ਨਹੀਂ ਕਰ ਪਾ ਰਹੇ। ਤੀਸਰਾ, ਪਿੰਡਾਂ ਵਿੱਚ ਇੱਕ ਬਹੁਤ ਵੱਡੀ ਗੱਲ ਚੱਲ ਪਈ, ਜੂਆ। ਜੀ, ਮੈਂ ਦੇਖਿਆ ਮੈਂਬਰ ਪੰਚਾਇਤ ਆਪਣੇ ਘਰਾਂ 'ਚ ਬਿਠਾ ਕੇ ਜੂਏ ਉੱਥੇ ਕਰਵਾ ਰਹੇ ਨੇ, ਔਰ ਉਸ ਦੇ ਨਾਲ ਜਿਹੜੀ ਅਵੈਧ ਸ਼ਰਾਬ ਆ, ਨਕਲੀ ਸ਼ਰਾਬ ਆ, ਉਹਦਾ ਪ੍ਰਚਲਨ ਇੰਨਾ ਵੱਧ ਗਿਆ। ਜਦੋਂ ਤੁਸੀਂ ਇੱਕ ਸਮਾਜ ਨੂੰ ਨਸ਼ੇ ਦੇ ਨਾਲ, ਮਾੜੀਆਂ ਆਦਤਾਂ ਦੇ ਨਾਲ, ਮਾੜੇ ਚੱਕਰਾਂ ਦੇ ਨਾਲ ਤੁਸੀਂ ਉਲਝਾਤਾ, ਉਹਨਾਂ ਦੇ ਵਿੱਚ ਸੋਚ ਕਿੱਦਾਂ ਦੀ ਆਊਗੀ? ਨੰਬਰ 1। ਦੂਸਰੀ ਗੱਲ, ਅੱਜ ਕੱਲ੍ਹ ਪਿੰਡਾਂ ਦੇ ਵਿੱਚ ਲਾਊਡ ਸਪੀਕਰ ਬੜੇ ਉੱਚੇ ਲੱਗੇ ਹੁੰਦੇ ਨੇ। ਤੁਸੀਂ ਦੇਖੋ ਪਹਿਲੋਂ ਇੱਕ ਪਿੰਡ ਤੇ 8-10 ਪਿੰਡਾਂ ਦੇ ਲੋਕ, ਜਾਂ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਇੱਕ ਹੁੰਦਾ ਸੀ ਤੇ ਇੱਕ ਪਿੰਡ ਦੇ ਲੋਕ ਸਾਰੇ ਉੱਥੇ ਆ ਕੇ ਮੱਥਾ ਟੇਕਦੇ ਸੀ। ਅੱਜ ਹਰ ਪਿੰਡ ਦੇ ਵਿੱਚ ਤਕਰੀਬਨ ਹਰ ਬਰਾਦਰੀਆਂ ਦਾ, ਹੋ ਸਕਦਾ ਸਾਰੇ ਪਿੰਡਾਂ 'ਚ ਨਾ ਹੋਵੇ ਪਰ ਜ਼ਿਆਦਾਤਰ ਪਿੰਡਾਂ ਵਿੱਚ ਹਰ ਬਰਾਦਰੀ ਦਾ ਗੁਰਦੁਆਰਾ ਬਣ ਗਿਆ। ਹਰ ਬਰਾਦਰੀ ਨੇ ਸਵੇਰੇ 3:30-4 ਵਜੇ ਸਪੀਕਰ ਲਾ ਦੇਣਾ, ਉਸ ਤੋਂ ਬਾਅਦ ਮੰਦਰਾਂ ਦਾ ਸਪੀਕਰ, ਉਸ ਤੋਂ ਬਾਅਦ ਇਹਨਾਂ ਨੇ ਕ੍ਰਿਸਚੀਅਨ ਕਮਿਊਨਿਟੀ ਦੀ ਚਰਚਾਂ ਦੇ ਵਿੱਚ ਵੀ ਕੀਰਤਨ ਲੱਗਣ ਲੱਗ ਪਏ ਨੇ ਅੱਜ ਕੱਲ੍ਹ, ਤੇ ਨਾਲ ਘਰਾਂ ਦੇ ਵਿੱਚ ਇਹਨਾਂ ਨੇ ਪ੍ਰਾਰਥਨਾ ਘਰ ਬਣਾ ਲਏ ਨੇ। ਤੁਸੀਂ ਦੇਖੋ ਜਦੋਂ ਇਹਨਾਂ ਦੀਆਂ ਇੰਨੀਆਂ ਲਾਊਡ, ਇੰਨੀਆਂ ਆਵਾਜ਼ਾਂ ਚੱਲਦੀਆਂ ਨੇ ਤੇ ਸਾਡੇ ਨੌਜਵਾਨ ਪੜ੍ਹਨ ਵਾਲੇ ਪੜ੍ਹਾਈ ਛੱਡ ਚੁੱਕਦੇ ਨੇ, ਜਾਂ ਉਹਨਾਂ ਕੋਲ ਪੜ੍ਹਿਆ ਨਹੀਂ ਜਾਂਦਾ। ਨਤੀਜਾ ਕੀ ਨਿਕਲਦਾ? ਉਹਨਾਂ ਦੀ ਸੋਚ ਤੇ ਇੱਦਾਂ ਦਾ ਸਿਸਟਮ ਪੈ ਜਾਂਦਾ, ਨਾ ਉਹ ਕੰਪੀਟੀਸ਼ਨ ਜੋਗੇ ਰਹਿੰਦੇ ਨੇ, ਨਾ ਉਹ ਕਿਸੇ ਵਧੀਆ ਥਾਂ ਦੇ ਉੱਤੇ ਐਡਮਿਸ਼ਨ ਲੈਣ ਜੋਗੇ ਰਹਿੰਦੇ। ਨਤੀਜਾ ਕੀ ਨਿਕਲਦਾ? ਕੁਛ ਵਕਤ ਬਾਅਦ ਪੜ੍ਹ ਲਿਖ ਕੇ ਬੇਰੁਜ਼ਗਾਰ ਹੋ ਜਾਂਦੇ ਨੇ, ਪਿੰਡਾਂ ਦੇ ਥੜਿਆਂ 'ਤੇ ਬਹਿਣਾ ਸ਼ੁਰੂ ਕਰ ਦਿੰਦੇ ਨੇ, ਦਰਖਤਾਂ ਥੱਲੇ ਬਹਿਣਾ ਸ਼ੁਰੂ ਕਰ ਦਿੰਦੇ ਨੇ, ਹੌਲੀ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਨੇ, ਜ਼ਿਆਦਾਤਰ ਲੋਕ ਨਸ਼ਿਆਂ ਵੱਲ ਪੈ ਜਾਂਦੇ ਨੇ। ਔਰ ਕੁਛ ਟਾਈਮ ਬਾਅਦ ਇਹ ਉਹਨਾਂ ਲੋਕਾਂ ਦੀ ਰੈਲੀਆਂ ਦੇ ਵਿੱਚ ਮੋਟਰਸਾਈਕਲ, ਸਕੂਟਰਾਂ 'ਤੇ ਬਹਿ ਕੇ ਜਾਣ ਲੱਗ ਪੈਂਦੇ ਨੇ, ਜਿਹੜੇ ਲੀਡਰ ਇਹਨਾਂ ਨੂੰ ਸ਼ਰਾਬਾਂ ਪ੍ਰੋਵਾਈਡ ਕਰਦੇ ਨੇ, ਨਸ਼ਾ ਪ੍ਰੋਵਾਈਡ ਕਰਦੇ ਨੇ ਜਾਂ ਪੈਸੇ ਦਿੰਦੇ ਨੇ। ਜਦੋਂ ਇੱਦਾਂ ਦਾ ਮਾਹੌਲ ਬਣ ਜੇ, ਤੁਸੀਂ ਮੈਨੂੰ ਦੱਸੋ ਉੱਥੇ ਕਿਸੇ ਨਵੀਂ ਪਾਰਟੀ ਦੀ ਨਵੀਂ ਸੋਚ ਨੂੰ ਡਿਵੈਲਪ ਕਰਨ ਵਾਸਤੇ ਗਰਾਊਂਡ ਲੈਵਲ ਤੇ ਕਿੰਨਾ ਕੰਮ ਕਰਨਾ ਪੈਣਾ। ਬਿਲਕੁਲ ਸਾਧੂਤਵ, ਇੱਕ ਵੱਖਰਾ ਸਾਧੂਤਵ,
ਇੱਕ ਸਾਧਕਾਂ ਦੀ ਜ਼ਰੂਰਤ ਪੈ ਗਈ ਸਾਨੂੰ ਜਿਹੜੇ ਪਾਰਟੀ ਕੈਡਰ ਵਾਲੇ ਲੋਕਾਂ ਨੂੰ, ਕਿ ਲੋਕਾਂ ਦੇ ਵਿੱਚ ਜਾਣ, ਉਹਨਾਂ ਨੂੰ ਜਦ ਤੱਕ ਮਾੜੀਆਂ ਆਦਤਾਂ ਨਹੀਂ ਛੁੱਟਣਗੀਆਂ, ਨਸ਼ੇ ਤੋਂ ਹਟ ਕੇ ਆਪਣੀ ਚੰਗੀ ਸੋਚ ਡਿਵੈਲਪ ਨਹੀਂ ਕਰਨਗੇ, ਉਹਨਾਂ ਨੂੰ ਕੀ ਪਤਾ ਕਿਹੜੀ ਪਾਰਟੀ ਚੰਗੀ ਕਿਹੜੀ ਮਾੜੀ ਹੈ। ਉਹਨਾਂ ਨੇ ਤਾਂ ਇਹ ਵੇਖਣਾ ਵੀ ਕਿਹੜੀ ਪਾਰਟੀ ਵੱਲੋਂ ਪੈਸਾ ਆ ਰਿਹਾ, ਕਿਹੜੀ ਪਾਰਟੀ ਵੱਲੋਂ ਨਸ਼ਾ ਆ ਰਿਹਾ, ਔਰ ਕਿਹੜੀ ਜ਼ਿਆਦਾਤਰ ਪਿੰਡਾਂ ਦੇ ਵਿੱਚ ਕੀ ਆ, ਜਿਹੜੀ ਪਾਰਟੀ ਆਉਂਦੀ ਹੈ ਸਰਪੰਚ ਆਪਣੇ ਧੱਕੇ ਨਾਲ ਬਣਾ ਲੈਂਦੇ ਨੇ ਜੀ। ਸਰਪੰਚ ਦੇ ਥਰੂ ਜ਼ਿਆਦਾਤਰ ਪਿੰਡਾਂ ਦੇ ਲੋਕਾਂ ਨੂੰ ਦੋ ਥਾਵਾਂ ਤੇ ਵਾਹ ਪੈਂਦਾ, ਜਾਂ ਕਚਹਿਰੀ ਪਟਵਾਰੀ ਦੇ ਕੋਲ ਤਹਿਸੀਲ ਦੇ ਵਿੱਚ, ਜਾਂ ਥਾਣੇ ਦੇ ਵਿੱਚ। ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ। ਇਹ ਦੋ ਤਿੰਨਾਂ ਥਾਵਾਂ ਦੇ ਵਿੱਚ ਜਦੋਂ ਲੋਕਾਂ ਦਾ ਆਉਣ ਜਾਣ ਲੱਗ ਜਾਂਦਾ ਤੇ ਇੱਕ ਸਿਸਟਮ ਨੂੰ ਫੋਲੋ ਕਰਦੇ ਨੇ, ਉਹ ਸਿਸਟਮ ਹੈਗਾ ਭ੍ਰਿਸ਼ਟਾਚਾਰ ਜੀ। ਮੈਂ ਪਹਿਲਾ ਮਹਿਕਮਾ ਵੇਖਿਆ ਪੰਜਾਬ 'ਚ ਪਟਵਾਰੀਆਂ ਦਾ, ਕਿ ਪਟਵਾਰੀਆਂ ਦਾ ਨਾ ਆਉਣ ਦਾ ਪਤਾ ਨਾ ਜਾਣ ਦਾ ਪਤਾ। ਬਿਲਕੁਲ ਬਿਲਕੁਲ ਇਹਨਾਂ ਨੇ ਤਾਂ ਮੈਂ ਸੱਚਾਈ ਕਹਿਣਾ। ਤੁਸੀਂ ਫਿਰ ਕਹਿੰਦੇ ਆਨਲਾਈਨ ਅਸੀਂ ਸਾਰੀਆਂ ਚੀਜ਼ਾਂ ਕਰਤੀਆਂ, ਆਨਲਾਈਨ ਵਿੱਚ ਐਂਟਰੀਆਂ ਗਲਤ ਪਾਉਂਦੇ ਨੇ। ਜਦੋਂ ਫਰਦਾਂ ਦੀ ਤੁਸੀਂ ਲੋਕ ਡਿਟੇਲ ਲੈ ਕੇ ਆਉਂਦੇ ਜੇ, ਉਹਨਾਂ ਫਰਦਾਂ ਦੇ ਤੁਹਾਡੇ ਖਸਰੇ ਨੰਬਰ ਗਲਤ ਪਏ ਹੁੰਦੇ ਨੇ। ਉਹਨੂੰ ਠੀਕ ਕਰਾਉਣ ਵਾਸਤੇ ਇੰਨੀ ਜ਼ਿਆਦਾ ਕਰਪਸ਼ਨ ਚੱਲਣ ਲੱਗ ਪਈ ਆ, ਇੰਨੀ ਜ਼ਿਆਦਾ ਕਰਪਸ਼ਨ ਚੱਲਣ ਲੱਗ ਪਈ। ਦੂਸਰਾ, ਇਹਨਾਂ ਨੇ ਅੱਜ ਕੱਲ੍ਹ ਆਪਣੇ ਹਿਡਨ ਏਜੰਟ ਬਣਾਤੇ ਨੇ। ਤੁਸੀਂ ਪਾਓ ਕਿਸੇ ਵੀ ਤਹਿਸੀਲ ਦੇ ਵਿੱਚ ਇਨਕੁਆਇਰੀ, ਤੁਸੀਂ ਦੇਖੋ ਜਿੰਨੇ ਵੀ ਵਸੀਕੇ ਵਾਲੇ ਨੇ ਇਹ ਦਲਾਲ ਬਣ ਚੁੱਕੇ ਨੇ। ਇਹਨਾਂ ਦੇ ਜਿੰਨੀ ਵੀ ਰਿਸ਼ਵਤ ਨਾਇਬ ਤਹਿਸੀਲਦਾਰ ਨੂੰ ਜਾਂ ਇਸ ਨਾਲ ਸੰਬੰਧਿਤ ਲੋਕਾਂ ਨੂੰ ਰਜਿਸਟਰੀਆਂ ਦੀ ਐਕਸਟਰਾ ਜਾਂਦੀ ਹੈ 1%, ਉਹ ਸਾਰੀ ਵਸੀਕਾ ਨਵੀਸ ਵੱਲੋਂ ਜਾਂਦੀ ਆ। ਸੋ ਇੱਕ ਇਦਾਂ ਦਾ ਮਾਹੌਲ ਬਣ ਗਿਆ ਵਾ। ਤੁਸੀਂ ਦੱਸੋ ਉੱਥੇ ਇਹ ਜਿਹੜੀਆਂ ਪਾਰਟੀਆਂ ਨੇ ਆਪਣਾ ਪ੍ਰਚਾਰ ਕਰਨਾ ਵਾ, ਉੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਤੁਸੀਂ ਨਾਮ ਲਿਆ ਮਿਸਟਰ ਰਾਘਵ ਚੱਡਾ ਦਾ, ਕਿ ਉਸ ਇਨਸਾਨ ਨੇ ਪਿੰਡਾਂ ਦੇ ਲੋਕਾਂ ਨਾਲ ਬਹਿ ਕੇ ਡਿਸਕਸ਼ਨਸ ਕੀਤੀ ਹੈ, ਥੜਿਆਂ ਤੇ ਬਹਿ ਕੇ ਤੁਹਾਡੀਆਂ ਪ੍ਰੋਬਲਮਸ ਕੀ ਨੇ? ਕਿ ਉਹਨਾਂ ਕੋਈ ਹਿੰਮਤ ਹੈਗੀ ਆ ਥਾਣਿਆਂ ਦੇ ਮੂਹਰੇ ਜਾ ਕੇ ਨਾਅਰੇ ਲਾਉਂਦੇ ਵੀ ਤੁਸੀਂ ਧੱਕੇ ਨਾਲ ਲੋਕਾਂ ਦੇ ਝੂਠੇ ਪਰਚੇ ਕਿਉਂ ਕਰਦੇ ਜੇ? ਕਿ ਉਹਨਾਂ ਨੇ ਤਹਿਸੀਲਾਂ ਦੇ ਵਿੱਚ ਜਾ ਕੇ ਕਦੀ ਨਾਅਰੇ ਲਾਏ ਆ ਕਿ ਪਟਵਾਰੀ ਕਿੰਨੇ ਵਜੇ ਆਉਂਦੇ, ਕਿੰਨੇ ਵਜੇ ਜਾਂਦੇ, ਗਰਦੌਰ ਕਿੰਨੇ ਵਜੇ ਆਉਂਦੇ ਆ? ਗਲਤ ਕਿੱਦਾਂ ਚੜ ਗਈਆਂ ਤੁਹਾਡੀਆਂ ਫਰਦਾਂ, ਗਲਤ ਨੰਬਰ ਕਿੱਦਾਂ ਚੜ ਗਏ? ਔਰ ਉਹਨੂੰ ਠੀਕ ਕਰਾਉਣ ਵਾਸਤੇ 2-2 3-3 ਸਾਲ ਬੰਦੇ ਧੱਕੇ ਖਾਂਦੇ ਆ। ਕਦੋਂ ਜਮਾਬੰਦੀ ਦੁਬਾਰਾ ਹੋਣੀ ਆ, ਕਦੋਂ ਉੱਤੇ ਕੰਮ ਹੋਣਾ ਵਾ? ਇਦਾਂ ਦੇ ਭ੍ਰਿਸ਼ਟਾਚਾਰ ਵਾਲੇ ਕਲਚਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਰਵਾਈਵ ਕਰਨ ਵਾਸਤੇ ਪਿਛਲੇ 4.5 ਸਾਲ ਬੜੀ ਮਿਹਨਤ ਕਰਨੀ ਪੈਣੀ ਸੀ। ਉਹਨਾਂ ਨੇ ਕੱਖ ਨਹੀਂ ਕੀਤਾ ਇਹਦੇ ਵਾਸਤੇ। ਇਸ ਗੱਲੋਂ ਜਿਹੜੀਆਂ ਪਿਛਲੀ ਵਾਰੀ ਹੁਣ ਸੁਣਨ ਨੂੰ ਵੀ ਇੱਕ ਗੱਲ ਆਈ ਆ ਕਿ ਲੈਫਟ ਪਾਰਟੀਆਂ ਇਸ ਵਾਰ ਆਮ ਆਦਮੀ ਪਾਰਟੀ ਨੂੰ ਸ਼ਾਇਦ ਜਾਂ ਲੈਫਟ ਦਾ ਕੈਡਰ ਜਾਂ ਲੈਫਟ ਸੋਚ ਰੱਖਣ ਵਾਲੇ ਲੋਕ, ਕਿਉਂਕਿ ਕਿਸੇ ਟਾਈਮ ਉਹਨਾਂ ਨੇ ਕਾਂਗਰਸ ਨਾਲ ਵੀ ਸਮਝੌਤਾ ਕੀਤਾ ਸੀ, ਜਦੋਂ ਬਠਿੰਡੇ ਤੋਂ CPI ਦਾ ਇੱਕ ਮੈਂਬਰ ਪਾਰਲੀਮੈਂਟ ਬਣ ਕੇ ਦਿੱਲੀ ਗਿਆ ਸੀ ਸਮਝੌਤੇ 'ਚ। ਹੋ ਸਕਦਾ ਵਾ ਉਹਨਾਂ ਦਾ ਝੁਕਾਅ ਇਸ ਵਾਰ ਆਮ ਆਦਮੀ ਪਾਰਟੀ ਵੱਲ ਨਹੀਂ ਹੈਗਾ। ਸ਼ਾਇਦ ਆਮ ਆਦਮੀ ਪਾਰਟੀ ਉਦਾਂ ਨਾ ਪਰਫਾਰਮ ਕਰ ਪਾਏ ਜੋ 2017 'ਚ 20 ਸੀਟਾਂ ਲੈ ਕੇ ਕਰਕੇ ਗਈ ਸੀ। ਜੀ ਕੇਤਨ ਜੀ, ਗੱਲ ਤੇ ਇਹ ਆ ਵੀ ਜਿਹੜੇ ਰਾਜਨੀਤਿਕ ਲੋਕ ਨੇ ਨਾ, ਜਿਹੜੀਆਂ ਵੀ ਸਮੱਸਿਆਵਾਂ ਸਾਡੀਆਂ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਨੇ, ਪਟਵਾਰੀਆਂ ਦੀਆਂ, ਇਹ ਕਾਨੂੰਗੋਆਂ ਦੀਆਂ, ਤਹਿਸੀਲਦਾਰਾਂ ਦੀਆਂ, ਜਾਂ ਜਿਹੜੇ ਵੀ ਇਹ ਸਾਡੇ ਬਿਊਰੋਕਰੇਟਸ ਨੇ, ਜਿਹੜੇ ਸਾਡੇ ਸਰਕਾਰੀ ਮਹਿਕਮੇ ਨੇ, ਉਹਨਾਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ, ਇਹ ਰਾਜਨੀਤਿਕ ਜਿਹੜੇ ਲੋਕ ਨੇ ਸਿਰਫ ਆਪਣੇ ਚੋਣਾਂ ਦੇ ਦੌਰਾਨ ਇਹਨਾਂ ਮੁੱਦਿਆਂ ਨੂੰ ਜਿਹੜਾ ਛੁੰਦੇ ਨੇ। ਇਸ ਮੁੱਦਿਆਂ ਦੇ ਉੱਤੇ ਜਦੋਂ ਬਹਿਸ ਹੁੰਦੀ ਹੈ ਨਾ, ਪਿਛਲੇ ਸਮੇਂ ਜੇ ਕਾਂਗਰਸ ਦੀ ਹੁਕੂਮਤ ਸਾਡੇ ਇੱਥੇ ਆਈ ਤਾਂ ਪਿਛਲੇ ਜਿਹੜੇ ਤਜਰਬੇ ਸੀ 2017 ਤੋਂ ਪਹਿਲਾਂ ਦੇ ਅਕਾਲੀ ਦਲ ਦੇ, ਇਹ ਸਾਰੀਆਂ ਕਮਜ਼ੋਰੀਆਂ ਅਕਾਲੀ ਦਲ 'ਚ ਸੀ। ਰਿਸ਼ਵਤਖੋਰੀ ਉਸ ਵੇਲੇ ਵਧੀ, ਜਿਹੜੀ ਮਾਈਨਿੰਗ ਉਸ ਵੇਲੇ ਵਧੀ, ਇਹ ਸਾਰਾ ਕੁਝ ਜਿਹੜਾ ਸੀ ਇਹ ਸਭ ਵਧਿਆ। ਪਰ ਉਹਨੂੰ ਟਾਰਗੇਟ ਬਣਾ ਕੇ ਤੇ ਕਾਂਗਰਸ ਨੇ ਜਿਹੜੀ ਆ ਉਹ ਲੋਕਾਂ ਨੂੰ ਮੂਰਖ ਬਣਾ ਕੇ ਚੋਣਾਂ ਲੜੀਆਂ। ਪਰ ਉਹ ਸਾਰਾ ਕੁਝ ਐਜ ਇਟ ਇਜ਼ ਕਾਂਗਰਸ ਦੀ ਹਕੂਮਤ ਅੱਜ ਵੀ ਉਹੀ ਕੁਝ ਕਰ ਰਹੀ ਹੈ। ਮੈਂ ਤੁਹਾਨੂੰ ਦੱਸ ਦਿੰਦਾ, ਹੁਣ ਕਿਸਾਨੀ ਮੁੱਦੇ ਚੱਲਦੇ ਪਏ ਨੇ ਜਿੱਦਾਂ ਤੁਸੀਂ ਬਿਊਰੋਕਰੇਟਸ ਦੀ ਗੱਲ ਕੀਤੀ, ਬਿਊਰੋਕਰੇਟ ਦੇ ਕੋਲ ਇੰਨੇ ਲੋ ਲੈਵਲ ਦੀ ਕਰਪਸ਼ਨ ਨਹੀਂ ਹੈਗੀ ਜਿਹੜੀ ਆਮ ਬੰਦੇ ਨਾਲ ਸੰਬੰਧ ਰੱਖਦੀ ਹੋਏ। ਲੇਕਿਨ ਬਿਊਰੋਕਰੇਟ ਦੇ ਨਾਂ ਦੇ ਉੱਤੇ, ਬਿਊਰੋਕਰੇਟਸ ਦੀ ਆੜ ਦੇ ਉੱਤੇ ਜਿਹੜੇ ਹੇਠਲੇ ਪੱਧਰ ਦੇ ਕਰਮਚਾਰੀ ਨੇ ਉਹ ਬਹੁਤ ਜ਼ਿਆਦਾ ਕਰਪਸ਼ਨ ਕਰ ਜਾਂਦੇ ਨੇ। ਇੱਕ ਬਿਊਰੋਕਰੇਟ ਆ, ਉਹ ਇੰਨਾ ਲੈਵਲ ਮਾੜਾ ਨਹੀਂ ਹੋਊਗਾ ਕਿ 200 ਰੁਪਈਆ 100 ਰੁਪਈਆ ਉਹ ਫਰਦਾ ਬਣਵਾਉਣ ਵਾਸਤੇ ਕਹੇਗਾ ਕਿ ਪਟਵਾਰੀ। ਥਲੜਾ ਕੇਡਰ ਜਿਹੜਾ ਤੁਹਾਡੇ ਕਹਿਣ ਦੇ ਮੁਤਾਬਕ ਜਿਹੜਾ ਥਲੜਾ ਕੇਡਰ ਹੈ, ਇਹ ਕੇਡਰੀ ਲੋਕਾਂ ਨੂੰ ਜਿਹੜਾ ਉਹ ਲੁੱਟਣ ਤੇ ਸਾਰਿਆਂ ਜਿਹੜਾ ਸ਼ਾਮਲ ਹੈ। ਹੁਣ ਤੁਹਾਨੂੰ ਦੱਸ ਦਿੰਦੇ ਆ ਮੁੱਦੇ ਚੱਲਦੇ ਪਏ ਨੇ ਕਿਸਾਨੀਆਂ ਦੇ, ਠੀਕ ਹੈ ਜੀ। ਕੀ ਕਿਸਾਨਾਂ ਨੂੰ ਪਤਾ ਜਿਹੜਾ ਉਹ ਬੀ ਵਰਤਦੇ ਪਏ ਨੇ ਉਸ ਬੀ ਦਾ ਰਿਜ਼ਲਟ ਕੀ ਹੈ? ਤੁਸੀਂ ਗੁਰਦਾਸਪੁਰ ਜ਼ਿਲ੍ਹੇ ਚਲੇ ਜਾਓ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਚਲੇ ਜਾਓ, ਹੁਸ਼ਿਆਰਪੁਰ ਜ਼ਿਲ੍ਹੇ ਦੇ ਕਈ ਇਲਾਕਿਆਂ ਚਲੇ ਜਾਓ, ਜਿੱਥੇ ਰਾਈਸ ਮਿਲਸ ਯਾਨੀ ਕਿ ਸ਼ੈਲਰ ਜਿਹੜੇ ਨੇ ਉਹਨਾਂ ਦਾ ਕਾਰੋਬਾਰ ਖਤਮ ਹੋ ਰਿਹਾ। ਉਹਦੇ ਕਾਰਨ ਕਿਸੇ ਨੇ ਪੁੱਛਣ ਦੀ ਕੋਸ਼ਿਸ਼ ਕੀਤੀ? ਪੰਜਾਬ ਸੀਡ ਕਾਰਪੋਰੇਸ਼ਨ ਨੂੰ ਪਨ ਸੀਡ ਕਹਿੰਦੇ ਆ। ਪਨ ਸੀਡ ਕਾਹਦੇ ਵਾਸਤੇ ਬਣਿਆ? ਜਿਹੜਾ ਕਿ ਬੀਆਂ ਦੇ ਉੱਤੇ ਪੰਜਾਬ ਦੇ ਵਿੱਚ ਬੀਆਂ ਦਾ ਇੱਕ ਅਦਾਰਾ ਵਾ ਵੀ ਬੀ ਕਿੱਦਾਂ ਦੇ ਹੋਣੇ ਚਾਹੀਦੇ ਆ। ਪਨ ਸੀਡ ਦੀ ਕੀ ਕਾਰਗੁਜ਼ਾਰੀ ਹੈ? ਇੱਕ ਕਿਸਾਨਾਂ ਨੂੰ ਕਿੰਨੀ ਕੁ ਨੌਲੇਜ ਦਿੱਤੀ ਜਾਂਦੀ ਹੈ ਬੀਆਂ ਬਾਰੇ?
ਕਿੰਨੇ ਸੈਮੀਨਾਰ ਲਾਏ ਜਾਂਦੇ ਨੇ। ਕਿਸਾਨਾਂ ਨੇ ਪਿਛਲੇ ਸਾਲ ਹਾਈਬ੍ਰਿਡ ਲਾ ਦਿੱਤੀ ਜੀ। ਹਾਈਬ੍ਰਿਡ ਝੋਨੇ ਲਾਉਣ ਦੇ ਨਾਲ ਪਹਿਲਾਂ ਤਾਂ ਕਿਸਾਨਾਂ ਦੇ ਉੱਤੇ ਕਾਟ ਕਿੱਡੀ ਤਗੜੀ ਆੜਤੀਆਂ ਨੇ ਲਗਵਾਈ ਜੀ। ਉਸ ਤੋਂ ਬਾਅਦ ਜਦੋਂ ਉਹ ਮਾਲ ਸ਼ੈਲਰਾਂ ਦੇ ਵਿੱਚ ਗਿਆ ਤੇ ਜਿਹੜਾ 15 18 20% 25% ਤੋਂ ਉੱਤੇ ਕਦੀ ਬ੍ਰੋਕਨ ਟੋਟਾ ਗਿਆ ਨਹੀਂ, ਉਹ 35 40% ਬ੍ਰੋਕਨ ਗਿਆ। ਬਿਲਕੁਲ ਤੁਸੀਂ ਇਸ ਚੀਜ਼ ਦਾ ਦੇਖੋ ਕਿ ਜਦੋਂ ਉਹ ਮਿੱਲਾਂ ਦੇ ਵਿੱਚੋਂ ਨਿਕਲਣਾ ਉਹ ਵਾਲਾ ਝੋਨਾ, ਉਹ ਝੋਨੇ ਨੇ ਕਿੰਨਾ ਜ਼ਿਆਦਾ ਟੋਟਾ ਦੇਣਾ ਜੇ ਉਹਨਾਂ ਕੋਲ 67 ਕਿਲੋ ਦੀ ਸਰਕਾਰ ਦੀ ਯੀਲਡ ਪੂਰੀ ਨਾ ਹੋਈ ਜੀ। ਜੇ ਨਾ ਹੋਈ, ਠੀਕ ਹੈ ਜੀ। ਬਿਲਕੁਲ। ਤੇ ਤੁਸੀਂ ਦੱਸੋ ਉਹ ਰਾਈਸ ਮਿਲਸ ਅੱਜ ਡਿਫਾਲਟਰ ਹੋ ਕੇ ਆਪਣੀਆਂ ਜ਼ਮਾਨਤਾਂ ਕਰਾਉਣ ਵਾਸਤੇ ਭੱਜਣਗੇ। ਜੇ ਰਾਈਸ ਮਿਲਸ ਬੰਦ ਹੋ ਗਏ ਪੰਜਾਬ ਦਾ ਝੋਨਾ ਚੁੱਕੂਗਾ ਕੌਣ ਜੀ? ਇਹ ਸਵਾਲ ਦਾ ਜਵਾਬ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਕਿਸਾਨ ਹੁਣ ਬੈਠੇ ਨੇ। ਲੇਕਿਨ ਸੱਚਾਈ ਇਹ ਹੈਗੀ ਹੈ ਕਿ ਕੀ ਆਮ ਆਦਮੀ ਪਾਰਟੀ ਨੇ ਇਦਾਂ ਦੇਖੋ ਜਿਹੜੀ ਇਹ ਤਾਂ ਵੇਖੋ ਜੀ, ਇਕੱਲੀ ਆਮ ਆਦਮੀ ਪਾਰਟੀ ਨਹੀਂ, ਸਾਡੀ ਜਿਹੜੀ ਮੌਜੂਦਾ ਜਿਹੜੀ ਸਾਡੀ ਇਸ ਵੇਲੇ ਕਾਂਗਰਸ ਦੀ ਜਿਹੜੀ ਸਾਡੀ ਜਮਾਤ ਹੈ, ਕਾਂਗਰਸ ਦੀ ਜਿਹੜੀ ਪਾਰਟੀ ਹੈ ਜਿਹਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ, ਇਹ ਜਿਹੜੀਆਂ ਜ਼ਿੰਮੇਵਾਰੀਆਂ ਸੀ ਮਤਲਬ ਕਿਸਾਨਾਂ ਦੀ ਸਮੱਸਿਆ ਨੂੰ, ਜਾਂ ਜਿਹੜੀਆਂ ਵੀ ਚਲੋ ਸੈਂਟਰ ਨਾਲ ਡਿਸਕਸ ਕਰਦੇ, ਜਿਹੜੀਆਂ ਸਾਡੀਆਂ ਇੰਟਰਨਲ ਨੇ, ਜਿਵੇਂ ਮੰਡੀਆਂ ਦਾ ਮਸਲਾ ਹੈ, ਸਾਡੇ ਬੀਜ ਦਾ ਮਸਲਾ ਹੈ, ਜਾਂ ਸਾਡੇ ਹੋਰ ਪਾਣੀ ਦਾ ਮਸਲਾ, ਇਹਨਾਂ ਮਸਲਿਆਂ ਦੇ ਉੱਤੇ ਜਿਹੜੇ ਵੀ ਸਾਡੀਆਂ ਡਿਪਿਊਟ ਕੀਤੇ, ਜਿਹੜੇ ਵਿਧਾਨਕਾਰ ਡਿਪਿਊਟ ਕੀਤੇ ਨੇ, ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਸਮਝੀਆਂ ਹੀ ਨਹੀਂ। ਉਹਦਾ ਕਾਰਨ ਦੱਸ ਦਿੰਦੇ ਉਹਨਾਂ ਅੱਜ ਇਹ ਗੱਲ ਕਹਿਣ ਨੂੰ ਤਿਆਰ ਹੋ ਗਏ ਵੀ ਸੀਐਮ ਜਿਹੜਾ ਹੈ ਮੁੱਖ ਮੰਤਰੀ ਅਮਰਿੰਦਰ ਸਿੰਘ ਆ, ਮੇਰੀ ਸਾਡੀ ਗੱਲ ਨਹੀਂ ਸੁਣਦਾ। 4.5 ਸਾਲ ਉਹਨਾਂ ਨੇ ਇਹਨਾਂ ਇਸ਼ੂਆਂ ਦੇ ਉੱਤੇ ਕਦੇ ਵੀ ਬਹਿਸ ਨਹੀਂ ਕੀਤੀ, ਕਦੇ ਉਹਨਾਂ ਨੇ ਸਮਾਂ ਨਹੀਂ ਕੀਤਾ, ਕਦੇ ਵਿਧਾਨ ਸਭਾ ਦੇ ਵਿੱਚ ਜਾ ਕੇ ਉਹਨਾਂ ਨੇ ਕਦੀ ਇਸ ਇਸ਼ੂ ਨੂੰ ਸਵਾਲ ਉਠਾਇਆ ਹੀ ਨਹੀਂ। ਦੇਖੋ ਇੱਕ ਵਾਰੀ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਮੈਂ ਆਪਣੀ ਸਰਕਾਰ ਦਾ ਜੀ ਐਮਐਲਏਆਂ ਦਾ ਬੜਾ ਧੰਨਵਾਦ ਕਿ ਉਹਨਾਂ ਨੇ 2.5-3 ਸਾਲ ਮੈਨੂੰ ਮਜਬੂਰ ਨਹੀਂ ਕੀਤਾ ਤੇ ਮੈਂ ਕੱਟਸ ਲਾ ਕੇ ਪੰਜਾਬ ਦਾ ਖਜ਼ਾਨਾ ਭਰਿਆ ਤੇ ਪੰਜਾਬ ਦੇ ਖਜ਼ਾਨੇ ਨੂੰ ਬੈਲੈਂਸ ਕੀਤਾ। ਉਸ ਤੋਂ ਬਾਅਦ ਕੋਵਿਡ ਆ ਗਿਆ ਜੀ। ਕੋਵਿਡ ਦੀ ਆੜ ਦੇ ਵਿੱਚ ਜਿੰਨੀ ਕਰਪਸ਼ਨ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਹੋਈ ਆ ਜੀ ਸ਼ਾਇਦ ਇੰਨੀ ਕਰਪਸ਼ਨ ਕੋਈ ਕਰ ਸਕੇ ਤੇ ਉਹਨੂੰ ਕੰਟਰੋਲ ਕਰਨ ਵਾਸਤੇ ਤੁਸੀਂ ਕਿਸੇ ਨੂੰ ਜ਼ਬਰਦਸਤੀ ਮੋਰਚਿਆਂ ਦੇ ਉੱਤੇ ਜ਼ਬਰਦਸਤੀ ਉਹਨਾਂ ਤੇ ਰੇਡ ਪਾਉਣ ਵਾਸਤੇ, ਛਾਪੇ ਮਾਰਨ ਵਾਸਤੇ ਜੇ ਭੇਜੋਗੇ ਵੀ ਤੇ ਕਰਪਸ਼ਨ ਉਹਦੀ ਕੋਵਿਡ ਦੀ ਆੜ ਵਿੱਚ ਕਈ ਬੰਦੇ ਛੁੱਟੀ ਲੈ ਜਾਂਦੇ ਸੀ। ਅੱਛਾ ਜੀ, ਇਹਦੇ 'ਚ ਇੱਕ ਦੂਸਰੀ ਗੱਲ ਹੋਰ ਬੜੀ ਨੋਟ ਕਰਨ ਵਾਲੀ ਆ ਕਿ ਜਿੰਨੀ ਕਰਪਸ਼ਨ ਸਰਕਾਰੀ ਅਧਿਕਾਰੀਆਂ ਨੇ ਕੋਵਿਡ ਦੇ ਦੌਰਾਨ ਕੀਤੀ ਆ, ਸਰਕਾਰੀ ਮੁਲਾਜ਼ਮਾਂ ਨੇ ਜੀ, ਸਰਕਾਰੀ ਮੁਲਾਜ਼ਮ ਕੋਵਿਡ ਦੇ ਬਹਾਨੇ ਉੱਤੇ 14 ਦਿਨ ਵਾਸਤੇ ਬੰਦ ਆ ਜੀ, ਤੁਹਾਡੀ ਫਾਈਲ ਇੱਥੇ ਰੁਕੀ ਆ, ਪੈਸੇ ਦਿਓਗੇ ਫਾਈਲ ਉਸੇ ਵੇਲੇ ਤੁਰ ਪਏਗੀ। ਯਾਨੀ ਕਿ ਨਾ ਚਾਹੁੰਦਿਆਂ ਹੋਇਆਂ ਵੀ ਲੋਕਾਂ ਨੇ ਆਪਣੇ ਕੰਮ ਕਰਾਉਣ ਵਾਸਤੇ ਇੰਨੀ ਜ਼ਿਆਦਾ ਕਰਪਸ਼ਨ ਨੂੰ ਸਹਿਣ ਕੀਤਾ। ਉਹਦਾ ਨਤੀਜਾ ਕਾਂਗਰਸ ਸਰਕਾਰ, ਜੇ ਲੋਕ ਦੁਖੀ ਨੇ ਤੇ ਲੋਕ ਕਾਂਗਰਸ ਨੂੰ ਸਬਕ ਸਿਖਾਉਣਗੇ। ਲੇਕਿਨ ਹੁਣ ਮਸਲਾ ਇੱਥੇ ਆ ਰਿਹਾ ਕਿ ਇੱਕ ਐਸੀ ਪਾਰਟੀ ਆ ਜਿਹਦਾ ਅਸੀਂ ਜ਼ਿਕਰ ਹੁਣ ਤੱਕ ਨਹੀਂ ਕੀਤਾ, ਭਾਰਤੀ ਜਨਤਾ ਪਾਰਟੀ। ਬਿਲਕੁਲ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਆ ਜਿਹਦੇ ਪ੍ਰਧਾਨ ਮੰਤਰੀ ਤੇ ਹਿੰਦੁਸਤਾਨ ਦਾ ਹੁੰਦਾ, ਲੇਕਿਨ ਚੂੰਕਿ ਜਿਹੜੀ ਪਾਰਟੀ ਰੂਲ ਕਰਦੀ ਆ ਉਹਦਾ ਪ੍ਰਧਾਨ ਮੰਤਰੀ ਕਹਿੰਦੇ ਆ। ਬਿਲਕੁਲ ਜੀ। ਜਿਹੜੇ ਕਿਸਾਨੀ ਦੇ ਕਾਨੂੰਨ ਲੈ ਕੇ ਆਏ ਨੇ, ਉਹ ਕਾਨੂੰਨ ਆਉਣ ਦੇ ਨਾਲ ਜਿਹੜੀ ਲੋਕਾਂ ਨੇ ਇਸ ਟਾਈਮ ਇਗਨੋਰੈਂਸ ਵਿਖਾਈ ਆ ਭਾਰਤੀ ਜਨਤਾ ਪਾਰਟੀ ਨੂੰ, ਉਹ ਲੋਕਾਂ ਦਾ ਗੁੱਸਾ ਵਾ ਜੀ। ਹੁਣ ਉਹ ਪਾਰਟੀ ਪੰਜਾਬ ਦੇ ਵਿੱਚ ਕਿੱਦਾਂ ਸਰਵਾਈਵ ਕਰੇਗੀ? ਉਹਨਾਂ ਦੇ ਵੀ ਨੁਮਾਇੰਦੇ ਪੰਜਾਬ 'ਚ ਬੈਠੇ ਨੇ। ਮੈਂ ਮਾਨਯੋਗ ਗਰੇਵਾਲ ਸਾਹਿਬ ਨੂੰ ਸੁਣਦਾ, ਮੈਂ ਕੋਟਕਪੁਰ ਤੋਂ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਹੋਣਾ ਦੀ ਡਿਬੇਟ ਸੁਣਦਾ, ਇਸ ਦੇ ਇਲਾਵਾ ਮੈਂ ਚੋਗ ਸਾਹਿਬ ਨੂੰ ਸੁਣਦਾ, ਮੈਂ ਹੋਰ ਜਿਹੜੇ ਕਈ ਲੀਡਰ ਅੱਜ ਕੱਲ੍ਹ ਕੇਡੀ ਭੰਡਾਰੀ ਸਾਹਿਬ ਨੂੰ ਮੈਂ ਸੁਣਦਾ। ਕਹਿਣ ਦਾ ਮਤਲਬ ਕਿ ਜਿੰਨੇ ਵੀ ਇਹ ਸਤਿਕਾਰਯੋਗ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ, ਕੀ ਉਹ ਅਨਿਲ ਜੋਸ਼ੀ ਵਾਂਗੂ ਇਹ ਗੱਲ ਕਰਨਗੇ ਕਿ ਮੈਂ 14-15 ਦਿਨ ਦਾ ਟਾਈਮ ਦਿੱਤਾ ਸਰਕਾਰ ਨੂੰ, ਕਿਸਾਨਾਂ ਦੇ ਹੱਕ ਵਿੱਚ ਕੁਝ ਬੋਲੋ, ਨਹੀਂ ਤੇ ਹੋ ਸਕਦਾ ਵਾ ਉਹ ਵੀ ਐਜੀਟੇਸ਼ਨ ਕਰਕੇ ਨਿਕਲ ਜਾਣ। ਮੌਜੂਦਾ ਸਥਿਤੀ ਪੰਜਾਬ ਦੀ ਕੀ ਆ? ਅਕਾਲੀ ਦਲ ਤੇ ਬਸਪਾ ਪੂਰੀ ਤਰ੍ਹਾਂ ਬਹੁਮਤ ਲੈਂਦੀ ਨਜ਼ਰ ਨਹੀਂ ਆ ਰਹੀ ਜੀ। ਆਮ ਆਦਮੀ ਪਾਰਟੀ ਜਿਹੜੀ ਹੈਗੀ ਆ, ਜੇ ਪਰਫਾਰਮ ਪਿਛਲੀ ਵਾਰੀ ਵਿਨਰ ਕਰ ਪਾਈ ਤੇ ਮਸਾ 15-16 ਸੀਟਾਂ ਤੱਕ ਪਹੁੰਚੂਗੀ, ਨਹੀਂ ਤੇ ਉਹ ਵੀ ਉਮੀਦ ਅਜੇ ਨਜ਼ਰ ਨਹੀਂ ਆ ਰਹੀ ਜੀ। ਬੀਜੇਪੀ ਦੀ ਜੋ ਕਾਰਗੁਜ਼ਾਰੀ ਰਹੀ ਆ, ਉਹ ਲੋਕਾਂ ਨੇ ਜਿਸ ਤਰ੍ਹਾਂ ਬੀਜੇਪੀ ਦੇ ਜਿਹੜੇ ਲੀਡਰ ਉਹਨਾਂ ਨੂੰ ਧਿਆਨ ਦੇਣਾ ਬੰਦ ਕਰਤਾ, ਬੀਜੇਪੀ ਕਿੱਥੇ ਸਟੈਂਡ ਕਰਦੀ ਤੇ ਲੈ ਦੇ ਕੇ ਫਿਰ ਤੱਕ ਕਾਂਗਰਸ ਹੀ ਲੋਕਾਂ ਨੂੰ ਨਜ਼ਰ ਆ ਰਹੀ ਹੈ। ਔਰ ਅੱਜ ਇਹ ਖਬਰ ਸੁਣਨ ਨੂੰ ਮਿਲੀ ਆ ਕਿ ਸਤਿਕਾਰਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਮਾਝੇ ਦਾ ਜਰਨੈਲ ਕਾਂਗਰਸ ਦਾ ਕਿਹਾ ਜਾਣ ਵਾਲਾ ਪ੍ਰਤਾਪ ਸਿੰਘ ਬਾਜਵਾ ਜੀ, ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ, ਇਹਨਾਂ ਦੋਨਾਂ ਦੀ ਮੁਲਾਕਾਤ ਹੋਈ ਆ। ਕਿ ਇਹ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਬਾਜਵਾ ਸਾਹਿਬ ਪਹਿਲਾਂ 4.5 ਸਾਲ ਤਾਂ ਮੁੱਖ ਮੰਤਰੀ ਤੋਂ ਬਹੁਤ ਦੂਰ ਰਹੇ ਆ, ਮੁੱਖ ਮੰਤਰੀ ਉਹਦੇ ਨਾਂ ਲੈਣ ਤੋਂ ਕੰਮ ਦਾ ਸੀ। ਅੱਜ ਕਿਹੜੀਆਂ ਇਹਨਾਂ ਨੂੰ ਜ਼ਰੂਰਤਾਂ ਇਹੋ ਜਿਹੀਆਂ ਪੈ ਗਈਆਂ, ਕਿਹੜੇ ਇਹਨਾਂ ਦੇ ਇਹੋ ਜਿਹੇ ਮਸਲੇ ਜਾਂ ਇਹਨਾਂ ਨੂੰ ਕੋਈ ਇਹੋ ਜਿਹਾ ਗਿੱਦੜ ਸਿੰਘ ਜੀ ਮਿਲ ਗਈ ਨੇ ਵੀ ਇਹ ਦੋ ਜਿਹੜੀਆਂ ਤਨੰਤਰ ਜਿਹੜੀਆਂ ਤਾਕਤਾਂ ਸੀ, ਬਾਜਵਾ ਸਾਹਿਬ ਤੇ ਸਾਡੇ ਕੈਪਟਨ ਸਾਹਿਬ, ਇੱਕ ਜੱਫੀਆਂ ਪਾਉਣ ਲੱਗ ਗਏ। ਕੱਲ ਤੱਕ ਤੇ ਉਹ ਰਾਜਿਆਂ ਮਹਾਰਾਜਿਆਂ ਦੀ ਗੱਲ ਕਰਦਾ ਸੀ
ਕੱਲ ਤੱਕ ਤੇ ਉਹ ਕਹਿੰਦਾ ਸੀ ਵੀ ਮਹਾਰਾਜੇ ਦੇ ਜਿਹੜੇ ਸਾਡੇ ਐਡਵਾਈਸ ਸੀ, ਜਿੰਨੇ ਸ਼ਾਕਾ ਸਾਡਾ ਜਲਿਆਂਵਾਲੇ ਬਾਗ ਦੇ ਉੱਤੇ ਵਿਸਾਖੀ ਵਾਲੇ ਦਿਨ 1919 ਨੂੰ ਜਿਹੜਾ ਮਤਲਬ ਅਡਵਾਇਰ ਨੇ ਜਿਹੜਾ ਇਹ ਕਾਂਡ ਕੀਤਾ, ਉਹਦੇ ਜਿਹੜੇ ਅਡਵਾਇਰ ਨੂੰ ਮਤਲਬ ਜਿਹੜੇ ਆਪਣੇ ਘਰੇ ਜਿਹੜੇ ਨਵਾਜ਼ਦੇ ਰਹੇ ਨੇ, ਰਾਤ ਨੂੰ ਖਾਣੇ ਤੇ ਬੁਲਾਉਂਦੇ ਰਹੇ ਨੇ ਤੇ ਸਨਮਾਨਿਤ ਕਰਦੇ ਰਹੇ ਨੇ, ਅੱਜ ਉਹਨੂੰ ਇਹ ਗੱਲ ਭੁੱਲ ਗਈ। ਨਹੀਂ ਇਹ ਚੀਜ਼ ਇਹਦੇ ਨਾਲ ਨਹੀਂ, ਮੈਂ ਜਿਹੜੀ ਗੱਲ ਕਰਦਾ ਇਹਦੇ ਨਾਲ ਕੀ ਕਾਂਗਰਸ ਨੂੰ ਜਾਂ ਅਮਰਿੰਦਰ ਨੂੰ ਕਿ ਇਹਦੇ ਨਾਲ ਜੁੜਨ ਨਾਲ ਕੀ ਫਾਇਦਾ ਹੋ ਸਕਦਾ? ਨਹੀਂ ਦੇਖੋ, ਜਿਹੜੀ ਤੇ ਜਨਰਲ ਜੋ ਵੀ ਤੁਸੀਂ ਗੱਲ ਕੀਤੀ ਉਹ ਤੇ ਸਤਿਕਾਰਯੋਗ ਭਗਵੰਤ ਮਾਨ ਜੀ ਹੋਣਾ ਨੇ ਇਹ ਲੋਕ ਸਭਾ 'ਚ ਵੀ ਗੱਲ ਕਹੀ ਸੀ ਕਿ ਉਹ ਮਜੀਠੀਆ ਫੈਮਿਲੀ ਸੀ, ਕਿਉਂਕਿ ਆਪਾਂ ਉਹਨਾਂ ਦੀ ਗੱਠਜੋੜ ਦੀ ਗੱਲ ਕਰਦੇ ਹਾਂ ਕਿ ਅੱਜ ਕਿਹੜੀ ਜ਼ਰੂਰਤ ਪੈ ਗਈ ਆ। ਮੈਨੂੰ ਕਿੱਥੋਂ ਤੱਕ ਲੱਗਦਾ ਵੀ 2022 ਦੀਆਂ ਜਿਹੜੇ ਇਲੈਕਸ਼ਨ ਆ ਇਹਨਾਂ ਨੂੰ ਆਪਣੇ ਪੈਰ ਖਿਸਕਦੇ ਨਜ਼ਰ ਆਉਂਦੇ ਨੇ, ਕਿਉਂਕਿ ਤੁਹਾਡੇ ਸਾਹਮਣੇ ਆ ਦੇਖੋ ਸਿੱਧੂ ਉਸ ਬਸ ਮੇਰੀ ਗੱਲ ਵੀ ਸੁਣੋ ਨਾ ਵੀ ਆਪਣਾ ਜਿਹੜਾ ਅਮਰਿੰਦਰ ਸਿੰਘ ਸਿੱਧੂ ਦੇ ਕੈਪਟਨ ਦੇ ਖਿਲਾਫ ਇੱਕ ਬੜੀ ਤਗੜੀ ਮੂਵਮੈਂਟ ਜਿਹੜੀ ਬਣਾ ਕੇ ਇਹਨਾਂ ਪੇਸ਼ ਕੀਤੀ। 4.5 ਸਾਲ ਚੁੱਪ ਰਹੇ ਨੇ, ਕੋਈ ਗੱਲ ਨਹੀਂ ਹੋਈ। ਇਹਨਾਂ ਦੇ ਆਪਣੇ ਜਿਹੜੇ ਧੰਦੇ ਸੀ ਉਹਨਾਂ ਦੇ ਉੱਤੇ ਉਹਨਾਂ ਦੀ ਅੱਖ ਨਹੀਂ ਸੀ, ਇਸ ਕਰਕੇ ਉਹਨਾਂ ਨੇ ਆਪਣੀ ਜਿਹੜੀ 4.5 ਸਾਲ ਤੇ ਰੁਪਈਆਂ ਦੀ ਲੁੱਟ ਕੀਤੀ, ਮਾਈਨਿੰਗ ਤੋਂ ਲੁੱਟ ਕੀਤੀ, ਸ਼ਰਾਬ ਦੇ ਮਾਫੀਏ ਤੋਂ ਲੁੱਟ ਕੀਤੀ, ਸਾਰੇ ਤੋਂ ਕੀਤੀ, ਕੋਈ ਵਿਕਾਸ ਦਾ ਕੋਈ ਕਾਰਜ ਨਹੀਂ ਕੀਤਾ। ਤੁਹਾਡੇ ਕਹਿਣ ਅਨੁਸਾਰ ਵੀ ਅਕਾਲੀ ਦਲ ਨੇ ਤੇ ਕੁਛ ਨਾ ਕੁਛ ਸੁਧਾਰ ਕੀਤੇ, ਰੋਡ ਪੱਕੇ ਕੀਤੇ, ਕੁਝ ਹੋਰ ਸੁਧਾਰ ਕੀਤੇ, ਇਹਨਾਂ ਨੇ ਤੇ ਉਹਦੇ 'ਚ ਕੁਝ ਵਾਧਾ ਵੀ ਨਹੀਂ ਕੀਤਾ। ਦੇਖੋ ਇਹਦੇ 'ਚ ਹੁਣ ਕਿਹੜੀ ਇਹਦੀ ਸਿੱਧੂ ਵਰਗਿਆਂ ਨੂੰ, ਨਵਜੋਤ ਸਿੰਘ ਸਿੱਧੂ ਵਰਗਿਆਂ ਕੋਲ ਕਿਹੜੀ ਇਹੋ ਜਿਹੀ ਬੂਟੀ ਆ ਗਈ ਸੀ ਜਿਹੜੀ ਉਹਦੇ ਕੋਲ ਭਾਜਪਾ 'ਚ ਰਹਿੰਦਿਆਂ 3 ਵਾਰ ਉਹ MP ਬਣਿਆ। ਜੀ ਜੀ, ਇੱਕ ਵਾਰ ਹੁਣ ਜਿਹੜਾ ਉਹ ਹੈਗਾ ਉਹ ਵਿਧਾਇਕ ਆ, ਉਹਦੀ ਵਾਈਫ ਜਿਹੜੀ ਆ ਉਹ ਵਿਧਾਇਕ ਰਹੀ ਔਰ ਮੰਤਰੀ ਰਹੀ। ਉਸ ਵੇਲੇ ਦੇ ਅੰਮ੍ਰਿਤਸਰ ਦੇ ਲੋਕਾਂ ਦਾ ਜਾਂ ਉਸ ਪਾਸੇ ਦਾ ਕੋਈ ਸੁਧਾਰ ਨਹੀਂ ਹੋਇਆ। ਜਿਵੇਂ ਉਹਦੇ ਅੰਮ੍ਰਿਤਸਰ ਦੇ ਅੰਦਰ ਪੋਸਟਰ ਲੱਗੇ ਹੋਏ ਨੇ ਗੁੰਮਸ਼ੁਦੀ ਦੇ, ਜਿਵੇਂ ਗੁਰਦਾਸਪੁਰ ਦੇ ਵਿੱਚ ਦਿਓਲ ਦੇ ਲੱਗੇ ਨੇ, ਸੰਨੀ ਦਿਓਲ ਦੇ ਪੋਸਟ। ਇਹ ਉਸ ਵੇਲੇ ਲੋਕਾਂ ਨੂੰ ਜ਼ਰੂਰਤ ਸੀ, ਕਰੋਨਾ ਦੇ ਦੌਰਾਨ ਵੀ, ਔਰ ਜਿਸ ਵੇਲੇ ਰੇਲਵੇ ਦਾ ਕਾਂਡ ਹੋਇਆ ਸੀ ਉੱਥੇ ਦੁਸਹਿਰੇ ਤੇ, ਉਹ ਅੱਜ ਵੀ ਲੋਕ ਰੋ ਰਹੇ ਨੇ ਕਿ ਕਿਹੜਾ ਇਹੋ ਜਿਹਾ ਮੁੱਦਾ ਜਿਹੜਾ ਇਹਨਾਂ ਨੂੰ ਲਿਆ ਕੇ ਪੰਜਾਬ ਦਾ ਜਿਹੜਾ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਜਾਂ ਇਹਨਾਂ ਦੀ ਡਿਮਾਂਡ ਕਿ ਮੈਂ ਤੇ ਮੁੱਖ ਮੰਤਰੀ ਬਣਨਾ ਜਾਂ ਪੰਜਾਬ ਦਾ ਮੈਨੂੰ ਜਿਹੜਾ ਹੈਗਾ ਉਹ ਕਾਂਗਰਸ ਦਾ ਉਹ ਲਾਤਾ ਜਾਵੇ, ਪ੍ਰਧਾਨ ਲਾਤਾ ਜਾਵੇ, ਤਾਂ ਮੈਂ ਪਤਾ ਨਹੀਂ ਕਿਹੜਾ ਇਨਕਲਾਬ ਲਿਆ ਦੂੰਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਜੋਸ਼ੀ ਸਾਹਿਬ ਕਿਤੇ ਨਾ ਕਿਤੇ 2022 ਦੀਆਂ ਇਲੈਕਸ਼ਨਾਂ ਨੂੰ ਟਾਰਗੇਟ ਕਰਦੀਆਂ। ਤੁਹਾਡੇ ਕੀ ਵਿਚਾਰ? ਮੇਰੇ ਵਿਚਾਰ ਇਹ ਨੇ, ਦੇਖੋ ਪਿੰਡ 'ਚ ਕਹਾਣੀ ਹੁੰਦੀ ਜਦੋਂ 2 ਭਰਾ 3 ਭਰਾ ਇੱਕ ਟੱਬਰ ਤੇ ਲੜਦੇ ਹੋਣ ਤੇ ਘਰ ਦਾ ਕੋਈ ਵੱਡਾ ਜੀ ਆ ਕੇ ਨਾ ਜੀ ਸੁਲ੍ਹਾ ਕਰਾਉਂਦਾ ਜੀ, ਇੱਕ ਹੋ ਜਾਓ ਨਹੀਂ ਤੇ ਉੱਜੜ ਜਾਓਗੇ ਜੀ। ਕਾਂਗਰਸ ਹਾਈ ਕਮਾਂਡ ਦੇ ਇੰਟਰਫੇਰੈਂਸ ਡੈਫੀਨੇਟਲੀ ਹੋਈ ਹੋਏਗੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਨੂੰ, ਇਹਨਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਇਹਨਾਂ ਨੇ ਕੀਤੀ ਆ। ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਕੀ ਹੈ ਉਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਜੀ, ਨਵਜੋਤ ਸਿੰਘ ਸਿੱਧੂ ਦੇ ਕੋਲ ਜਦੋਂ ਲੋਕਲ ਬਾਡੀਜ਼ ਡਿਪਾਰਟਮੈਂਟ ਸੀ ਉਹ ਖੋਇਆ ਗਿਆ ਤੇ ਇਹਨਾਂ ਨੂੰ ਬਿਜਲੀ ਮਹਿਕਮਾ ਵੀ ਦਿੰਦੇ ਸੀਗੇ ਜੀ, ਲੇਕਿਨ ਇਹਨਾਂ ਨੇ ਲਿਆ ਨਹੀਂ। ਜੇ ਉਹਨਾਂ ਦਾ ਪੰਜਾਬ ਦੀ ਸੇਵਾ ਕਰਨ ਨੂੰ ਮਨ ਕਰਦਾ ਨਵਜੋਤ ਸਿੰਘ ਜੀ ਸਿੱਧੂ ਦਾ, ਬਿਲਕੁਲ, ਤੇ ਉਹ ਬਿਜਲੀ ਮਹਿਕਮੇ ਦੇ ਵਿੱਚ ਬਹੁਤ ਸਕੋਪ ਸੀ ਕੰਮ ਕਰਨ ਦਾ, ਸੁਧਾਰ ਕਰਨ ਲਈ ਬਹੁਤ ਟਾਈਮ ਸੀਗਾ ਜੀ, ਬਹੁਤ ਕੁਝ ਸੀਗਾ। ਬਿਜਲੀ ਦੇ ਯੂਨਿਟ ਦਾ ਰੇਟ ਘਟਾ ਦਿੰਦੇ, ਤੁਸੀਂ ਬਿਜਲੀ ਦੇ ਨਾਲ ਸਾਡੀਆਂ ਬਿਜਲੀ ਦੀਆਂ ਜਿਹੜੀ ਖਪਤ ਆ, ਸਾਡਾ ਜਿਹੜਾ ਵਾ ਬਿਜਲੀ ਦਾ ਜਿਹੜਾ ਕਰੰਟ ਰੇਟ ਆ, ਉਹ ਕਰੰਟ ਰੇਟ ਅਬਰੋਡ ਦੇ ਕਰੰਟ ਰੇਟ ਨਾਲੋਂ ਡਬਲ ਜੀ। ਤੁਸੀਂ ਅਬਰੋਡ ਜਾਓ ਉੱਥੇ 110 ਆ, ਇੱਥੇ 220 ਹੈ ਜੀ, ਠੀਕ ਹੈ ਜੀ। ਇਹ ਬਿਜਲੀ ਬੋਰਡ ਦੇ ਵਿੱਚ ਮੈਂ ਇੱਕ EMPLOYE ਰਿਹਾ, ਉਹਦੇ ਕਿਤੇ ਬਹੁਤ ਵੱਡੇ ਸੁਧਾਰ ਦੀ ਲੋੜ ਹੈ, ਬਹੁਤ ਵੱਡੇ ਸੁਧਾਰ। ਸਾਰਾ ਸਿਸਟਮ ਜਿਹੜਾ ਅਪਸੈਟ ਹੋਇਆ ਪਿਆ, ਕਿਤੇ ਸਟੋਰਾਂ 'ਚ ਸਮਾਨ ਨਹੀਂ, ਟਰਾਂਸਫਾਰਮ ਜਿਹੜੇ ਨੇ ਉਹ ਓਵਰਲੋਡ ਨੇ, ਬਹੁਤ ਕੁਝ ਇਹੋ ਜਿਹਾ ਸੀ। ਜੇ ਬਿਜਲੀ ਦੇ ਪ੍ਰਬੰਧ ਨੂੰ ਸੁਧਾਰ ਦਿੱਤਾ ਜਾਂਦਾ ਤਾਂ ਮੈਂ ਕਹਿੰਦਾ ਪੰਜਾਬ ਦੇ ਅੰਦਰ ਬਹੁਤ ਵੱਡੀ ਜਿਹੜੀ ਹੈ ਉਹ ਸਮੱਸਿਆ ਜਿਹੜੀ ਇਹਦੀ ਦੂਰ ਹੋ ਜਾਂਦੀ ਲੋਕਾਂ ਦੀ। ਬਿਜਲੀ ਨਾਲ ਹੀ ਸਾਰਾ ਜਿਹੜਾ ਸਿਸਟਮ ਆ ਜੁੜਿਆ ਹੋਇਆ, ਤੇ ਜੇ ਇਹਦੇ ਨੂੰ ਮਹਿਕਮਾ ਦਿੰਦੇ ਸੀ ਜਾਂ ਲੋਕਲ ਬਾਡੀ ਦਾ ਮਹਿਕਮਾ ਦਿੱਤਾ, ਉਹਦੇ 'ਚ ਕਿੰਨਾ ਸੁਧਾਰ ਕੀਤਾ ਇਹਨਾਂ ਨੇ? ਦੇਖੋ ਮੈਂ ਉਹੀ ਤਾਂ ਗੱਲ ਕਰ ਰਿਹਾ ਨਾ ਕਿ ਨਵਜੋਤ ਸਿੰਘ ਸਿੱਧੂ ਜੀ ਨੇ ਇੱਕੋ ਕੰਮ ਕੀਤਾ, ਕੈਪਟਨ ਦੇ ਅਗੇਂਸਟ ਗੱਲਾਂ ਕਰਨੀਆਂ, ਕਰੀ ਜਾਣੀਆਂ। ਇਹ ਤੇ ਇਦਾਂ ਹੁੰਦਾ ਵੀ ਜਦੋਂ ਇੱਕ ਸ਼ਰੀਕ ਦੂਜੇ ਸ਼ਰੀਕ ਨਾਲ ਲੜਨਾ ਸ਼ੁਰੂ ਕਰ ਦਿੰਦਾ, ਜਾਂ ਚਾਚੇ ਤਾਇਆਂ ਦੇ ਪੁੱਤਾਂ ਦੀ ਲੜਾਈ ਆਪਸ 'ਚ ਹੋ ਜਾਂਦੀ ਹੈ, ਉਹਦਾ ਕੰਮ ਹੈ ਮੈਂ ਵਿਰੋਧ ਹੀ ਕਰਨਾ। ਇੱਥੇ ਉਹ ਇੱਕ ਕਾਂਗਰਸ ਪਾਰਟੀ ਦਾ ਨੁਮਾਇੰਦਾ ਜੀ, ਕਾਂਗਰਸ ਪਾਰਟੀ ਦੀ ਟਿਕਟ ਤੇ ਜਿੱਤਿਆ ਹੋਇਆ ਨੁਮਾਇੰਦਾ ਜੀ, ਠੀਕ ਹੈ ਜੀ, ਉਹਨਾਂ ਦਾ ਫਰਜ਼ ਬਣਦਾ ਸੀ ਸਿੱਧੂ ਸਾਹਿਬ ਦਾ ਵੀ ਜੇ ਤੁਸੀਂ ਕੁਝ ਨਾ ਕਰਦੇ ਕਮ ਸੇ ਕਮ ਚੁੱਪ ਰਹਿੰਦੇ, ਤੇ ਜੇ ਵਿਰੋਧ ਕਰਨਾ ਸੀ ਉਸੇ ਵੇਲੇ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੰਦੇ, ਬਿਲਕੁਲ ਬਾਹਰ ਆ ਜਾਂਦੇ, ਅਸਤੀਫਾ ਦੇ ਕੇ ਤੁਸੀਂ ਆਪਣੀ ਐਜੀਟੇਸ਼ਨ ਸ਼ੁਰੂ ਕਰ ਦਿੰਦੇ, ਠੀਕ ਹੈ ਜੀ। ਤੁਸੀਂ ਘਰ ਪਹਿਲੋਂ ਹਰੀਸ਼ ਰਾਵਤ ਜੀ ਨੂੰ ਰੋਟੀ ਖਵਾਉਂਦੇ ਜੇ, ਫਿਰ ਮੰਨਦੇ ਜੇ, ਫਿਰ ਤੁਸੀਂ ਸਟੇਜ ਤੇ ਜਾ ਕੇ ਉਹਨਾਂ ਦੇ ਖਿਲਾਫ ਬੋਲ ਦਿੰਦੇ ਨੇ। ਇਹਨੂੰ ਰਾਜਨੀਤੀ ਦੀ ਦੁਨੀਆ ਦੇ ਵਿੱਚ ਤਹਿਜ਼ੀਬ ਯਾਫਤਾ ਸਟੇਟਮੈਂਟਸ ਨਹੀਂ ਕਹੀਆਂ ਜਾਂਦੀਆਂ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਮਨ 'ਚ ਗੁੱਸਾ ਤੁਸੀਂ ਜੋ ਮਰਜ਼ੀ ਬੋਲੀ ਜਾਓ।
ਗੁੱਸਾ ਕਰਨ ਦਾ, ਗੁੱਸਾ ਐਕਸਪਲੇਨ ਕਰਨ ਦਾ ਵੀ ਇੱਕ ਪਲੇਟਫਾਰਮ ਹੁੰਦਾ, ਇੱਕ ਟਾਈਮ ਹੁੰਦਾ। ਜਾਂ ਪਾਰਟੀ ਛੱਡ ਦਿਓ ਵੀ ਮੈਂ ਕਾਂਗਰਸ ਪਾਰਟੀ ਦੇ ਵਿੱਚ ਰਹਿਣਾ ਹੀ ਨਹੀਂ ਆ, ਕੱਲਾ ਹੋ ਕੇ ਤੁਰੂੰਗਾ, ਦੇਖੋ ਲੋਕ ਤੁਹਾਡੇ ਮਗਰ ਕਿੰਨੇ ਨੇ। ਹੁਣ ਗੱਲ ਆ ਜਾਂਦੀ ਹੈ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਦੀ। ਪ੍ਰਤਾਪ ਸਿੰਘ ਬਾਜਵਾ ਦਾ ਇੱਕ ਆਧਾਰ ਹੈ ਦੁਆਬੇ 'ਚ, ਮਾਝੇ 'ਚ, ਤੇ ਕੁਛ ਪਾਰਟ ਉਹਨਾਂ ਦਾ ਮਾਲਵੇ 'ਚ। ਪ੍ਰਧਾਨ ਰਹੇ ਨੇ ਕਾਂਗਰਸ ਦੇ, ਉਸ ਦੌਰਾਨ ਕੰਮ ਕੀਤਾ, 153 ਮੈਂਬਰੀ ਕਮੇਟੀ ਬਣਾਈ ਉਹਨਾਂ ਨੇ। ਕੈਪਟਨ ਅਮਰਿੰਦਰ ਸਿੰਘ ਦੀ ਜੋ ਸਿਹਤ ਨਹੀਂ ਅਲਾਉ ਇੰਨੀ ਵਧੀਆ ਕਰਦੀ, ਉਹ ਲੇਕਿਨ ਲੋਕਾਂ ਦੇ ਵਿੱਚ ਕਾਂਗਰਸ ਦੇ ਨਾਂ ਦੇ ਉੱਤੇ ਇੱਕ ਵਿਸ਼ਵਾਸ ਨੇ ਕਿ ਕੈਪਟਨ ਮਹਾਰਾਜੇ ਦੀ ਛਤਰ ਛਾਇਆ ਦੇ ਵਿੱਚ ਇਲੈਕਸ਼ਨ ਲੜੀ ਜਾਏਗੀ ਤੇ ਕਾਂਗਰਸ ਦੇ ਟੁੱਟਣ ਦੇ, ਬਿਖਰਨ ਦੇ, ਖਿਲਰਨ ਦੇ ਅਸਾਰ ਘੱਟ ਨਜ਼ਰ ਆਉਣਗੇ। ਰਹਿੰਦੀ ਖੇਂਦੀ ਗੱਲ ਆ ਕਿ ਪ੍ਰਤਾਪ ਸਿੰਘ ਬਾਜਵਾ ਬਹੁਤ ਵੱਡੀ ਚੁਣੌਤੀ ਸੀ। ਜੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਸਮਝੌਤਾ ਕੈਪਟਨ ਅਮਰਿੰਦਰ ਸਿੰਘ ਦਾ ਨਾ ਹੁੰਦਾ ਤੇ ਤੁਸੀਂ ਇਹ ਦੇਖਦੇ ਕਿ ਕਈ ਥਾਵਾਂ ਦੇ ਉੱਤੇ ਕਾਂਗਰਸ ਦੀ ਅਜਿਹੀ ਹਾਲਤ ਹੋਈ ਨਹੀਂ ਸੀ, ਘਰੋਂ 3-4 ਬੰਦੇ ਉੱਠ ਕੇ ਯਾਦ ਖਲੋ ਜਾਣਾ ਸੀਗਾ। ਹੁਣ ਸਭ ਤੋਂ ਵੱਡਾ ਮਸਲਾ ਇਹ ਆਂਡਾ ਵੀ ਇਹਨਾਂ ਦੋਵਾਂ ਦੇ ਜੁੜਾਵ। ਹੁਣ ਇੰਨੀ ਗੱਲ ਵੀ ਸੁਣੀ ਜਾਂਦੀ ਹੈ ਕਿ ਕਾਦੀਆਂ ਤੋਂ ਜੇ ਇਲੈਕਸ਼ਨ ਪ੍ਰਤਾਪ ਸਿੰਘ ਜੀ ਬਾਜਵਾ ਲੜਦੇ ਨੇ ਤੇ ਉਹਨਾਂ ਦੇ ਛੋਟੇ ਭਰਾ ਫਤਿਹ ਸਿੰਘ ਜੀ ਬਾਜਵਾ ਉਹ ਕਿੱਧਰ ਜਾਣਗੇ। ਹਾਲ ਹੀ ਦੇ ਵਿੱਚ ਪਿੱਛੇ ਜੀ ਕਾਫੀ ਖਬਰ ਆਈ ਕਿ ਉਹਨਾਂ ਦੇ ਬੇਟੇ ਨੂੰ DSP ਲਾਤਾ ਗਿਆ ਸਰਕਾਰ ਵੱਲੋਂ। ਹੁਣ ਕਈ ਲੋਕ ਕਹਿੰਦੇ ਨੇ ਕਿ ਫਤਿਹ ਸਿੰਘ ਜੀ ਬਾਜਵਾ ਨੇ ਆਪਣੇ ਬੇਟੇ ਨੂੰ DSP ਲਗਵਾਤਾ, ਸ਼ਾਇਦ ਤਾਂ ਕਰਕੇ ਸਮਝੌਤੇ 'ਚੋਂ ਸੀਟ ਛੱਡਣਗੇ ਪ੍ਰਤਾਪ ਸਿੰਘ ਬਾਜਵਾ ਲਈ। ਦੂਸਰੇ ਬੰਨੇ ਮਾਝੇ ਦੀ ਸਿਆਸਤ ਇਦਾਂ ਥੋੜੀ ਖਿਲ ਰਹੀ ਆ। ਬਟਾਲਾ ਇੱਕ ਕੌਂਸਟੀਚੁਐਂਸੀ ਹੈ ਜਿਹੜੀ ਪਿਓਰ ਹਿੰਦੂ ਡੋਮੀਨੇਟਿੰਗ ਜਿਹੜੀ ਕੌਂਸਟੀਚੁਐਂਸੀ ਹੈ, ਉੱਥੇ ਤ੍ਰਿਪਤ ਸੁਖਜਿੰਦਰ ਸਿੰਘ ਜੀ ਬਾਜਵਾ ਨੇ ਬਹੁਤ ਇੰਟਰਫੇਰੈਂਸ ਕੀਤੀ, ਉਹਨਾਂ ਨੇ ਬਹੁਤ ਡਿਵੈਲਪਮੈਂਟ ਕਰਾਈ ਔਰ ਡਿਵੈਲਪਮੈਂਟ ਹੁੰਦੀ ਨਜ਼ਰ ਆਈ ਤੇ ਲੋਕਾਂ ਨੂੰ ਇੱਕ ਇਹ ਆਸ ਹੋ ਗਈ ਕਿ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਬਟਾਲੇ ਤੋਂ ਇਲੈਕਸ਼ਨ ਲੜਨਗੇ, ਜਦਕਿ ਉਹਨਾਂ ਦੀ ਕੌਂਸਟੀਚੁਐਂਸੀ ਹੈਗੀ ਆ ਫਤਿਹਗੜ੍ਹ ਚੂੜੀਆਂ। ਹੁਣ ਜੇ ਤ੍ਰਿਪਤ ਜੀ ਬਟਾਲੇ ਤੋਂ ਆਉਂਦੇ ਨੇ ਤੇ ਫਤਿਹਗੜ੍ਹ ਚੂੜੀਆਂ ਕੌਣ ਜਾਏਗਾ। ਕਈ ਵਾਰੀ ਇਹ ਸੁਣਨ ਨੂੰ ਆਉਂਦੀ ਹੈ ਜੇ ਫਤਿਹ ਸਿੰਘ ਬਾਜਵਾ ਨੇ ਕਾਦੀਆਂ ਦੀ ਸੀਟ ਨਾ ਛੱਡੀ ਤੇ ਪ੍ਰਤਾਪ ਸਿੰਘ ਬਾਜਵਾ ਬਟਾਲੇ ਤੋਂ ਇਲੈਕਸ਼ਨ ਲੜਨ ਆਉਣਗੇ। ਲੇਕਿਨ ਬਟਾਲੇ ਦੇ ਵਿੱਚ ਆਲਰੇਡੀ ਮਾਤਰ ਸਿਰਫ 600 ਤੋਂ ਘੱਟ ਮਾਰਜਨ ਨਾਲ ਹਾਰਨ ਵਾਲਾ ਕਾਂਗਰਸ ਦਾ ਪ੍ਰਤਿਆਸ਼ੀ ਅਸ਼ਵਨੀ ਸੇਖੜੀ ਬੈਠਾ ਤੇ ਪੰਜਾਬ ਸਰਕਾਰ ਦੇ ਮੰਤਰੀ ਵੀ ਰਹਿ ਚੁੱਕੇ ਨੇ। ਹੁਣ ਚੱਕਰ ਇਹ ਆ ਕਿ ਪੰਜਾਬ ਦੀ ਤੁਸੀਂ ਸਿਆਸਤ ਦੀ ਗੱਲ ਕੀਤੀ ਨਾ ਸਾਰੀ, ਅਕਾਲੀ ਭਾਜਪਾ ਦੇ ਅਕਾਲੀ ਬਸਪਾ ਦੇ ਗਠਬੰਧਨ ਦੀ ਕੀਤੀ। ਭਾਜਪਾ ਕਿੱਧਰ ਜਾ ਰਹੀ ਹੈ, ਅਜੇ ਭਾਜਪਾ ਦਾ ਅਗਲਾ ਸਟੈਪ ਕੀ ਹੈ ਇਹਦੇ ਬਾਰੇ ਕੋਈ ਨਹੀਂ ਜਾਣਦਾ। ਆਮ ਆਦਮੀ ਪਾਰਟੀ ਵੱਲੋਂ ਕੋਈ ਨਹੀਂ ਜਾਣਦਾ। ਲੇਕਿਨ ਕਾਂਗਰਸ ਵਾਸਤੇ ਮਾਝੇ ਨੂੰ ਸੰਭਾਲਣਾ ਬਹੁਤ ਔਖਾ ਹੋ ਗਿਆ ਸੀ ਕਿਉਂਕਿ ਮਾਝੇ ਦੇ ਵਿੱਚ ਕਈ ਐਸੇ 3-4 ਕੌਂਸਟੀਚੁਐਂਸੀਆਂ ਨੇ ਜਿਹੜੀਆਂ ਕੋਰ ਬਿਲਕੁਲ ਪੇਂਡੂ ਰੂਰਲ ਕੌਂਸਟੀਚੁਐਂਸੀਆਂ ਨੇ। ਉੱਥੇ ਬਰਗਾੜੀ ਕਾਂਡ ਦਾ ਜਿਹੜਾ ਅਸਰ ਬਹੁਤ ਜ਼ਿਆਦਾ, ਉਹਦੀ ਇਨਕੁਆਇਰੀ ਨੂੰ ਲੈ ਕੇ ਉਹਦਾ ਅਸਰ ਬਹੁਤ ਜ਼ਿਆਦਾ। ਉੱਥੇ ਜੇਕਰ ਪ੍ਰਤਾਪ ਸਿੰਘ ਬਾਜਵਾ ਹੋਣਾ ਦੀ ਅਜੇ ਤੇ ਇਹ ਵੀ ਨਹੀਂ ਪਤਾ ਕਿ ਸੁਲ੍ਹਾ ਹੋਈ ਕਿ ਨਹੀਂ ਹੋਈ, ਲੇਕਿਨ ਜੇ ਸੁਲ੍ਹਾ ਹੋ ਜਾਂਦੀ ਆ ਉਹਦਾ ਇੱਕ ਬੜਾ ਪੋਜ਼ਿਟਿਵ ਮੈਸੇਜ ਜਾਂਦਾ ਕਿਉਂਕਿ ਰਾਘਵ ਚੱਡਾ ਦਾ ਜਿਹੜਾ ਬਿਆਨ ਆ ਪੰਜਾਬ ਨੂੰ ਲੈ ਕੇ ਉਹ ਤਜਰਬੇ ਦੀ ਘਾਟ ਵਾਲਾ ਇੱਕ ਅੱਛਾ ਲੀਡਰ ਆ। ਸਵਾਗਤ ਆ ਨੌਜਵਾਨ ਲੀਡਰਾਂ ਦਾ ਸਾਡੇ ਪੰਜਾਬ 'ਚ, ਅਸੀਂ ਉਹਨੂੰ ਇਗਨੋਰ ਨਹੀਂ ਕਰਦੇ, ਵੈਲਕਮ ਕਰਦੇ ਹਾਂ ਕਿਉਂਕਿ ਪੰਜਾਬ ਪੰਜਾਬੀਆਂ ਦਾ, ਨਾ ਇੱਥੇ ਸਿੱਖ ਬਹੁਤਾ, ਨਾ ਹਿੰਦੂ ਬਹੁਤਾ, ਨਾ ਈਸਾਈ ਬਹੁਤਾ, ਨਾ ਮੁਸਲਮਾਨ, ਪੰਜਾਬ ਪੰਜਾਬੀਆਂ ਦਾ। ਦੂਸਰੀ ਗੱਲ, ਆਮ ਆਦਮੀ ਪਾਰਟੀ ਨੇ ਜੋ ਸੋਚ ਕੇ ਬਿਆਨਬਾਜ਼ੀਆਂ ਕੀਤੀਆਂ ਨਾ ਕਿ ਇਹ ਜਿਹੜੀ ਮੋਦੀ ਦੀ ਦਬਾਅ ਦੇ ਹੇਠਾਂ ਮਾਇਆਵਤੀ ਨੂੰ ਸਮਝੌਤਾ ਕਰਨਾ ਪੈ ਗਿਆ, ਇਹ ਇੱਕ ਬੜੀ ਇਮੈਚੁਰ ਸਟੇਟਮੈਂਟ। ਮੈਂ ਦੂਸਰੀ ਵਾਰੀ ਫੇਰ ਕਹਿਣਾ, ਇੱਦਾਂ ਦੇ ਸਟੇਟਮੈਂਟਸ ਦੇ ਨਾਲ ਆਮ ਲੋਕ ਹੱਸ ਪੈਂਦੇ ਨੇ, ਮਜ਼ਾਕ ਕਰ ਦਿੰਦੇ ਨੇ ਕਿ ਆਮ ਆਦਮੀ ਪਾਰਟੀ ਨੂੰ ਜੇ ਦਿਲੋਂ ਕਈ ਲੋਕ ਵੋਟ ਪਾਉਣਾ ਚਾਹੁੰਦੇ ਵੀ ਹੈ ਨਾ ਤੇ ਇੱਦਾਂ ਦੀ ਸਟੇਟਮੈਂਟਸ ਦੇ ਨਾਲ ਉਹਨਾਂ ਨੂੰ ਵੋਟ ਨਹੀਂ ਪੈਂਦੀ। ਹੁਣ ਮਸਲਾ ਸਭ ਤੋਂ ਵੱਡਾ, ਤੁਸੀਂ ਜਿਹੜੀ ਗੱਲ ਕੀਤੀ ਸੀ, ਇਹਨਾਂ ਕੋਲ ਲੀਡਰ ਨਹੀਂ ਹੈਗਾ ਕੋਈ CM ਦਾ ਚਿਹਰਾ, ਇਹ ਬੜੀ ਵੱਡੀ ਗੱਲ ਆ। ਦੇਖੋ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਬਿਨਾਂ CM ਚਿਹਰੇ ਤੋਂ ਇਲੈਕਸ਼ਨਾਂ ਲੜੀਆਂ ਉੱਥੋਂ ਹਾਰੀ ਹੈ। ਕਿਤੇ 1-2 ਥਾਵਾਂ ਤੇ ਪਹਿਲਾਂ ਜਿੱਤ ਗਈ ਦਾ ਲੱਗਿਆ, ਨਾ ਬਿਹਾਰ 'ਚ ਦਾ ਲੱਗਿਆ। ਬਿਹਾਰ 'ਚ ਵੀ ਨਿਤੀਸ਼ ਕੁਮਾਰ ਨੂੰ ਲੈ ਕੇ ਇਹਨਾਂ ਨੇ ਕੀਤਾ, ਪਿਛਲੀ ਵਾਰੀ ਤੇ ਇਹ ਕਹਿੰਦੇ ਸੀ ਗਾਂ ਗੋਬਰ ਕਰ ਗਈ। ਇਸ ਵਾਰ ਬੰਗਾਲ ਦੇ ਵਿੱਚ ਇਲੈਕਸ਼ਨ ਲੜਦੇ, ਤੁਹਾਨੂੰ ਪਤਾ ਹੀ ਨਹੀਂ ਤੁਹਾਡੀ ਜਨਤਾ ਨੇ ਕਿਹੜੇ ਚੀਫ ਮਿਨਿਸਟਰ ਦੇ ਕੋਲ ਜਾਣਾ। ਯਾਨੀ ਕਿ ਤੁਸੀਂ BJP ਨੂੰ ਸੈਂਟਰ ਤੋਂ ਜਿਤਾ ਕੇ ਉਥੋਂ ਦਾ ਰਿਮੋਟ ਕੰਟਰੋਲ ਆਪਣੇ ਹੱਥ 'ਚ ਰੱਖਣਾ ਚਾਹੁੰਦੇ, ਜਿਸ ਕਰਕੇ ਲੋਕਾਂ ਨੇ ਨਕਾਰ ਕੇ ਮਮਤਾ ਬੈਨਰਜੀ ਨੂੰ ਵੋਟਾਂ ਪਾਈਆਂ। ਸਟੇਟ ਲੈਵਲ ਦਾ ਕੋਈ ਵੀ ਜਿਹੜਾ ਇੱਕ ਵੋਟਰ ਹੈ ਉਹਦਾ ਇਹ ਕੰਮ ਹੁੰਦਾ ਕਿ ਅਸੀਂ ਆਪਣੇ ਸਟੇਟ ਵਿੱਚ ਕੀ ਪਾਲਿਸੀਆਂ ਲੱਗਣੀਆਂ ਉਹਨੂੰ ਫੋਲੋ ਕਰਨਾ। ਹੁਣ ਪੰਜਾਬ ਦੀ ਜਿਹੜੀ ਤੁਸੀਂ ਗੱਲ ਕੀਤੀ ਮਾਈਨਿੰਗ ਵਾਲੀ ਗੱਲ ਆ, ਮਾਈਨਿੰਗ ਦੇ ਸ਼ੁਰੂ ਵਿੱਚ ਸਤਿਕਾਰਯੋਗ ਜਿਹੜੇ ਰਾਣਾ ਗੁਰਜੀਤ ਜੀ ਨੇ, ਉਹਨਾਂ ਦੇ ਉੱਤੇ ਕਿੱਡਾ ਵੱਡਾ ਘਪਲਾ ਇੱਕ ਲੱਗਾ, ਦੋਸ਼ ਲੱਗਾ ਕਿ ਉਹਨਾਂ ਨੂੰ 2200 ਕਿ 2500 ਕਿੰਨਾ ਕਰੋੜ ਸੀ, ਮੈਨੂੰ ਐਗਜ਼ੈਕਟ ਅਮਾਊਂਟ ਨਹੀਂ ਯਾਦ, ਉਸ ਅਮਾਊਂਟ ਦੇ ਘਪਲੇ ਜਾਂ ਉਸ ਅਮਾਊਂਟ ਦੀ ਮਾਈਨਿੰਗ ਦੇ ਉੱਤੇ ਉਹਨਾਂ ਨੂੰ ਆਪਣਾ ਕੈਬਨਿਟ ਮਿਨਿਸਟਰ ਦਾ ਰਿਜ਼ਾਈਨ ਕਰਨਾ ਪੈ ਗਿਆ। ਦੂਸਰੇ ਬੰਨੇ
ਕਾਂਗਰਸ ਦੇ ਵਿੱਚ ਆਉਣ ਵਾਲੇ ਲੀਡਰ ਵਿੱਚੋਂ ਰਾਣਾ ਗੁਰਜੀਤ ਇੱਕ ਬੜਾ ਸਟਰੋਂਗ ਲੀਡਰ ਮੰਨਿਆ ਜਾਂਦਾ ਸੀਗਾ, ਜਿਹੜਾ ਕਿ ਅਸੀਂ ਸੀਐਮ ਦਾ ਦਾਅਵੇਦਾਰ ਮੰਨ ਸਕਦੇ ਸੀ। ਉਸ ਦੇ ਨਾਲ ਨਾਲ ਕਾਂਗਰਸ ਦੇ ਵਿੱਚ ਇੱਕ ਹੋਰ ਬੜਾ ਤਗੜਾ ਦਾਅਵੇਦਾਰ ਜਿਹਨੂੰ ਕੇਵਲ ਸਿੰਘ ਢਿੱਲੋਂ ਕਹਿੰਦੇ ਨੇ ਬਰਨਾਲੇ ਤੋਂ, ਜਿਹਦੇ ਮਗਰ ਬਹੁਤ ਵਧੀਆ ਔਰ ਬੜੇ ਸਪੋਰਟਿਵ ਕਾਰਪੋਰੇਟਸ ਤੇ ਵੱਡੇ ਘਰਾਣੇ ਜੁੜੇ ਨੇ, ਤਾਂ ਕਿ ਉਹਨਾਂ ਦੇ ਉੱਤੇ ਮਗਰੋਂ ਫੰਡਿੰਗ ਕਰਕੇ ਉਹਨਾਂ ਨੂੰ ਸੀਐਮ ਬਣਾਇਆ ਜਾਏ। ਲੇਕਿਨ ਤੁਸੀਂ ਇੱਕ ਚੀਜ਼ ਧਿਆਨ ਨਾਲ ਨੋਟ ਨਹੀਂ ਕੀਤੀ, ਕੇਵਲ ਸਿੰਘ ਢਿੱਲੋਂ ਵਰਗੇ ਏਡੇ ਵੱਡੇ ਲੀਡਰ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਬਰਨਾਲੇ ਤੋਂ ਜੀ। ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਟਿਕਟ ਦਿੱਤੀ, ਉਹਨਾਂ ਦੇ ਟਿਕਟ ਦੇ ਨਾਲ ਢੀਂਡਸਾ ਫੈਮਿਲੀ ਟਿਕਟ ਦਿੱਤੀ ਤੇ ਉੱਥੋਂ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਜਿਤਾਇਆ ਗਿਆ, ਇਹ ਦੱਸਣ ਵਾਸਤੇ ਕਿ ਤੁਸੀਂ 2 ਵਾਰੀ ਹਾਰ ਚੁੱਕੇ ਹੋ ਜੀ। ਢੀਂਡਸਾ ਸਾਹਿਬ ਵੀ ਹਾਰ ਚੁੱਕੇ ਆ, ਯਾਨੀ ਕਿ ਤੁਹਾਡਾ ਆਧਾਰ ਆਪਣੇ ਇਲਾਕੇ 'ਚ ਲੋਕਾਂ ਤੱਕ ਨਹੀਂ ਹੈਗਾ। ਤੁਸੀਂ ਪੰਜਾਬ ਦੇ ਵਿੱਚ ਸੀਐਮਸ਼ਿਪ ਲੈਣ ਕਰਨ ਜਾਓਗੇ ਕੀ? ਸੋ ਪੰਜਾਬ ਦੇ ਵਿੱਚ ਅੰਦਰੂਨੀ ਜਿਹੜੀਆਂ ਸਿਆਸਤਾਂ ਪਾਰਟੀ ਦੀਆਂ ਨੇ, ਉਹ ਪਾਰਟੀ 'ਚ ਰਹਿ ਕੇ ਪਾਰਟੀ ਦੇ ਬੰਦਿਆਂ ਦੇ ਖਿਲਾਫ ਵੀ ਜਾਂਦੀਆਂ ਨੇ, ਲੌਬਿੰਗ ਕੀਤੀ ਜਾਂਦੀ ਹੈ। ਜੇ 5 ਸੀਟਾਂ ਦੇ ਉੱਤੇ ਅਸੀਂ ਜਿੱਤ ਰਹੇ ਹਾਂ, 1 ਸੀਟ ਤੇ ਤੁਸੀਂ ਜਿੱਤ ਰਹੇ ਹੋ, ਤੇ ਤੁਸੀਂ ਇਦਾਂ ਕਰੋ 4 ਸੀਟਾਂ ਸਾਡੇ ਹਵਾਲੇ ਕਰਕੇ 5ਵੀਂ ਸੀਟ ਪੱਕੀ ਤਰ੍ਹਾਂ ਜੇਤੂਆ ਕਰ ਲਓ। ਇਹ ਰਾਜਨੀਤੀ ਜਿਹੜੀ ਹੈ ਇਹ ਨਾ ਤਾਂ ਕਿਸੇ ਆਮ ਬੰਦੇ ਦੇ ਸਮਝ 'ਚ ਪੈਂਦੀ ਹੈ ਤੇ ਨਾ ਹੋਰ ਉਹ ਸਮਝ ਰਹਿਣੀ ਨਹੀਂ। ਜਦੋਂ ਤੱਕ ਸਾਡੇ ਲੋਕ ਇਹ ਰਾਜਨੀਤੀ ਨੂੰ ਨਹੀਂ ਨਾ ਸਮਝਣਗੇ, ਤਦ ਤੱਕ ਇਹਨਾਂ ਨਾਲ ਇਦਾਂ ਦੇ ਜਿਹੜੇ ਝੂਠੇ ਵਾਅਦੇ ਨੇ ਜਾਂ ਇਦਾਂ ਦੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਤੋੜ ਭੰਦੀਆਂ ਜਿਹੜੀਆਂ ਸਕੀਮਾਂ ਉਹ ਚੱਲਦੀਆਂ ਰਹਿਣਗੀਆਂ। ਦੇਖੋ ਤੁਸੀਂ ਝੂਠੇ ਵਾਅਦੇ ਦੀ ਗੱਲ ਕੀਤੀ ਹੈ ਜੀ, ਪਬਲਿਕ ਕਿਉਂ ਨਹੀਂ ਖੜੀ ਹੁੰਦੀ? ਪਬਲਿਕ ਕਿਉਂ ਐਕਸੈਪਟ ਕਰਦੀ ਹੈ ਕਿ ਪਿਛਲੀ ਵਾਰੀ ਵਾਅਦੇ ਕੀਤੇ ਗਏ, ਐਰਕੀ ਵਾਅਦੇ ਪੂਰੇ ਕਰਕੇ ਨਹੀਂ ਆਏ? ਕਿਸ ਮੂੰਹ ਦੇ ਨਾਲ ਵੋਟ ਪਾਈਏ? ਜਦੋਂ ਉਹਨਾਂ ਨੂੰ ਪਤਾ ਲੱਗ ਪਬਲਿਕ ਦਾ ਕੀ ਆ, ਲਾਰਾ ਲੂਰਾ ਲਾ ਦੋ, ਪਬਲਿਕ ਨੇ ਤਾਂ ਵੋਟ ਸਾਨੂੰ ਪਾ ਹੀ ਦੇਣੀ ਆ, ਜਿਹੜਾ ਮਰਜ਼ੀ ਤੁਸੀਂ ਉੱਥੇ ਛੱਡ ਦੋ ਗੱਲਬਾਤ ਜੀ। ਅਸੀਂ ਪਬਲਿਕ ਦੀ ਕਮਜ਼ੋਰੀ ਜਿਹੜੀ ਹੈ ਉਹ ਸਾਡੇ ਜਿਹੜੇ ਰਾਜਨੇਤਾ ਨੇ ਇਹ ਸਮਝ ਚੁੱਕੇ ਆ। ਉਹ ਜਾਣਦੇ ਨੇ ਵੀ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਜਾਂ ਜਿਹੜੀਆਂ ਗੁਜ਼ਰਗੀਆਂ ਇਲੈਕਸ਼ਨਾਂ ਵਿੱਚ ਉਹਨਾਂ ਨੇ ਜਿਹੜੇ ਦਾਅਪੇਜ ਵਰਤੇ ਨੇ, ਉਹ ਦਾਅਪੇਜ ਅੱਜ ਵੀ ਉਹਨਾਂ ਕੋਲ ਨੇ। ਅੱਜ ਵੀ ਉਹ ਇਸੇ ਹੀ ਨਾਤੇ ਇਹ ਜਿਹੜੀ ਭੰਨ ਤੋੜ ਕੀਤੀ ਜਾ ਰਹੀ ਹੈ ਨਾ, ਇਹਦੇ ਕਰਕੇ ਹੈ ਕਿ ਮੈਂ ਇਹ ਸਮਝਦਾ ਵੀ ਜਿਹੜਾ ਇਹ ਸਿਸਟਮ ਹੈ, ਇਹ ਸਿਸਟਮ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ। ਆ ਹੁਣ ਨਵੀਂ ਗੱਲ ਇੱਕ ਨਵੀਂ ਜਿਹੜੀ ਆਈ ਵੀ ਬਿੱਟੂ, ਜਿੱਦਾਂ ਹੁਣ ਉਹਨਾਂ ਨੇ ਇੱਕ ਲਾਰਾ ਦੇ ਕੇ ਇੱਕ ਜਿਹੜੀ ਚੋਣ ਸਮਝੌਤਾ ਵੀ ਅਕਾਲੀਆਂ ਨੇ ਕੀਤਾ ਸੀ ਵੀ ਅਸੀਂ ਡਿਪਟੀ ਸੀਐਮ ਜਿਹੜਾ ਨਾ ਉਹ ਇਹਦਾ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਬਣਾਵਾਂਗੇ। ਕੁਝ ਸੀਟਾਂ ਇਹੋ ਜਿਹੀਆਂ ਜਿਹੜੀਆਂ ਛੱਡਤੀਆਂ ਸੀ ਬੀਜੇਪੀ ਨੇ ਆਪਣੇ ਬਹੁਜਨ ਸਮਾਜ ਪਾਰਟੀ ਵਾਸਤੇ, ਜਿਵੇਂ ਚਮਕੌਰ ਸਾਹਿਬ ਛੱਡੀ ਜਾਂ ਅਨੰਦਪੁਰ ਸਾਹਿਬ ਛੱਡੀ। ਤਾਂ ਇਹਦੇ ਉੱਤੇ ਬਿੱਟੂ ਐਡਾ ਮਤਲਬ ਸਿਆਣਾ ਹੋ ਕੇ ਐਮਪੀ ਜਿਹਨੇ ਉੱਥੋਂ ਇਲੈਕਸ਼ਨ ਲੜੀ, ਐਮਪੀ ਦੀ ਇਲੈਕਸ਼ਨ ਲੜੀ, ਉਸ ਵੇਲੇ ਤਾਂ ਜਿਹੜੇ ਦਲਿਤ ਸੀ ਉਸ ਵੇਲੇ ਤੇ ਉਹ ਬਹੁਤ ਵਧੀਆ ਸੀ, ਤੇ ਅੱਜ ਉਹ ਦਲਿਤਾਂ ਦੇ ਖਿਲਾਫ ਜਿਹੜਾ ਉਹ ਕਹਿ ਰਿਹਾ ਵੀ ਉੱਥੇ ਜਿਹੜੀ ਸੀਟ ਛੱਡ ਕੇ ਸਾਡੇ ਗੁਰੂਆਂ ਨਾਲ ਧੱਕਾ ਹੈ। ਕਿ ਇਹ ਇਦਾਂ ਦੇ ਬਿਆਨ ਦੇਣ ਨਾਲ ਕਿ ਇਹਨਾਂ ਦੀ ਇਹ ਜਿਹੜੀ ਸਿਆਸਤ ਹੈ ਉਹ ਕਿਹੜੇ ਪਾਸੇ ਨੂੰ ਜਾਊਗੀ? ਦੇਖੋ, ਜਾਂ ਤਾਂ ਕਾਂਗਰਸ ਦੇਖੋ ਗਲਤ ਬਿਆਨ ਹਮੇਸ਼ਾ ਉਸ ਪਾਰਟੀ ਵੱਲੋਂ ਆਉਂਦੇ ਆ ਜਿਹੜੀ ਪਾਰਟੀ ਨੇ ਹਾਰਨਾ ਹੁੰਦਾ ਜੀ, ਜਾਂ ਸਮਝ ਲਓ ਕਿ ਗਲਤ ਬਿਆਨਾਂ ਨਾਲ ਹੀ ਪਾਰਟੀਆਂ ਹਾਰਦੀਆਂ ਨੇ ਜੀ। ਵਿਰਸਾ ਸਿੰਘ ਵਲਟੋਆ ਸਾਹਿਬ ਦੀ ਜਦੋਂ ਲੜਾਈ ਹੋਈ, ਇਹਨਾਂ ਦੇ ਬੰਦਿਆਂ ਦੀ, ਵਿਰਸਾ ਸਾਹਿਬ ਦੀ ਨਹੀਂ, ਉਹਨਾਂ ਦੇ ਬੰਦਿਆਂ ਦੀ ਲੜਾਈ ਹੋ ਗਈ ਨਿਲ ਜੋਸ਼ੀ ਗਰੁੱਪ ਦੇ ਨਾਲ, ਗੱਡੀਆਂ ਗੁੱਡੀਆਂ ਸਾੜਤੀਆਂ, ਜੋ ਕੁਝ ਵੀ ਹੋਇਆ, ਨਤੀਜਾ ਕੀ ਨਿਕਲਿਆ? ਬੀਜੇਪੀ ਨੇ ਵੋਟ ਨਹੀਂ ਪਾਈ ਕਈ ਥਾਵਾਂ ਤੇ ਇਹਨਾਂ ਨੂੰ, ਅਕਾਲੀਆਂ ਨੇ ਬੀਜੇਪੀ ਨੂੰ ਵੋਟ ਨਹੀਂ ਪਾਈ, ਸਰਕਾਰ ਕਿਹਦੀ ਆ ਗਈ? ਕਾਂਗਰਸ ਦੀ। ਅੱਜ ਤੁਸੀਂ ਲੋਕ ਅਲੱਗ-ਅਲੱਗ ਹੋ ਗਏ ਹੋ, ਜਿੱਥੇ ਤੁਸੀਂ ਲੋਕਾਂ ਨੇ 15 ਸਾਲ ਰਲ ਕੇ ਰਾਜ ਹੰਡਾਇਆ, ਅੱਜ ਤੁਸੀਂ ਅੱਡ-ਅੱਡ ਹੋ ਗਏ ਹੋ। ਇਹਦਾ ਮਤਲਬ ਜੇ ਰਵਨੀਤ ਬਿੱਟੂ ਦੀ ਗੱਲ ਕਰਦੇ ਆ, ਜੇ ਤੁਸੀਂ ਵੀ ਇੱਥੇ ਆ ਕੇ ਇਦਾਂ ਦਾ ਬਿਆਨ ਦਿੰਦੇ ਹੋ, ਕਿਤੇ ਨਾ ਕਿਤੇ ਕੀ ਤੁਸੀਂ ਪੰਜਾਬ ਵਿੱਚ ਕਾਂਗਰਸ ਨੂੰ ਹਰਾਉਣ ਵਾਸਤੇ ਤਾਂ ਨਹੀਂ ਇਦਾਂ ਦੇ ਬਿਆਨ ਦੇ ਰਹੇ? ਤੁਸੀਂ ਜਿਹੜਾ ਲੀਡਰ ਹੁੰਦਾ ਵਾ ਉਹ ਤੇ ਕਿਸੇ ਦੇ ਖਿਲਾਫ ਕੋਈ ਗੱਲ ਹੀ ਨਹੀਂ ਕਰਦਾ। ਜੇ ਤੁਸੀਂ ਇਦਾਂ ਦੀ ਗੱਲ ਕਰਤੀ ਵੀ ਸਾਡੇ ਗੁਰੂਆਂ ਦੇ ਖਿਲਾਫ ਗੱਲ ਕੀਤੀ ਆ, ਗੁਰੂਆਂ ਨੇ ਤਾਂ ਸਿੱਧਾ ਕਿਹਾ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਬਿਲਕੁਲ। ਫਿਰ ਇਹਦੇ ਵਿੱਚ ਇਦਾਂ ਦੀ ਕਿਹੜੀ ਗੱਲਬਾਤ ਹੋਗੀ? ਤੁਸੀਂ ਇਲੈਕਸ਼ਨ ਕੰਟੈਸਟ ਕਰਦੇ ਪਏ ਹੋ, ਨਿਕਲੋ ਧਰਮ ਦੀ ਰਾਜਨੀਤੀ ਤੋਂ ਬਾਹਰ, ਨਿਕਲੋ ਜਾਤ ਪਾਤ ਦੀ ਰਾਜਨੀਤੀ ਤੋਂ ਬਾਹਰ। ਹਾਂ, ਜਿਸ ਕੌਂਸਟੀਚੁਐਂਸੀਆਂ ਦੇ ਵਿੱਚ ਜਿਹੜੀ ਕਮਿਊਨਿਟੀ, ਜਿਹੜਾ ਵਰਗ ਜ਼ਿਆਦਾ ਵਾ, ਤੁਸੀਂ ਵੰਡ ਵੀ ਉਸੇ ਹਿਸਾਬ ਸਿਰ ਕੀਤੀ ਆ ਕਿ ਇਹ ਐਸਸੀ ਸੀਟ ਆ, ਇਹ ਜਨਾਨਾ ਸੀਟ ਆ ਔਰ ਇਹ ਮਰਦਾਨਾ ਸੀਟ ਆ। ਠੀਕ ਹੈ ਜੀ, ਤੁਸੀਂ ਇਹਨਾਂ ਲੋਕਾਂ ਦੇ ਇਹ ਜਰਨਲ ਸੀਟ ਆ, ਤੁਸੀਂ ਇਹ ਗੱਲਾਂ ਕੀਤੀਆਂ। ਅੱਜ ਤੁਸੀਂ ਉਹਨਾਂ ਸੀਟਾਂ ਦੇ ਉੱਤੇ ਜੇ ਕਿਸੇ ਪਾਰਟੀ ਦਾ ਸਮਝੌਤਾ ਹੁੰਦਾ ਤਾਂ ਤੁਹਾਡੀ ਸਟੇਟਮੈਂਟ ਬੜੀ ਅੱਛੀ, ਬੜੀ ਵਧੀਆ ਤੇ ਬੜੀ 90 ਤੁਲੇ ਲਫ਼ਜ਼ਾਂ ਦੇ ਵਿੱਚ ਹੋਣੀ ਚਾਹੀਦੀ ਸੀ। ਪਹਿਲੇ ਜ਼ਮਾਨੇ ਵਿੱਚ ਲੀਡਰ ਉਹ ਮੰਨਿਆ ਜਾਂਦਾ ਸੀ ਜਿਹੜਾ ਗੱਲ ਕਰਦਾ ਸੀ, ਲੋਕ ਸੁਣਨ ਜਾਂਦੇ ਸੀ ਵੀ ਸੁਣੀਏ ਇਸ ਬੰਦੇ ਨੂੰ, ਇਹ ਬੰਦਾ ਗੱਲ ਨਹੀਂ ਕਰਦਾ ਪਿਆ। ਜੋਸ਼ੀ ਜੀ, ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਪਹਿਲੇ ਜ਼ਮਾਨੇ ਦੀ ਜਿਹੜੀ ਸਾਡੀ ਸਿਆਸਤ ਸੀ ਨਾ, ਉਹ ਸਾਡੀ ਸੀ ਵਿਚਾਰਾਂ ਦੀ, ਵਿਚਾਰਧਾਰ ਦੀ। ਤੁਸੀਂ ਇੱਕ ਬੜਾ ਵੱਡਾ ਸਬੂਤ ਦੇ ਲੜਾਈ ਲੜਦੇ ਸੀ ਨਾ ਅਸੀਂ, ਤਾਂ ਅਸੀਂ ਵਿਚਾਰਾਂ ਦੇ ਖਿਲਾਫ ਜਿਹੜੀ ਆ ਉਹ ਬਦਲ ਦਿੰਦੇ ਸੀ। ਇਹ ਵਿਚਾਰ ਜਿਹੜੇ ਗਲਤ ਨੇ। ਅੱਜ ਕੱਲ੍ਹ ਜਿਹੜੀ ਲੜਾਈ ਮੇਰੇ ਹਿਸਾਬ ਨਾਲ ਜਿਹੜੀ ਲੜਾਈ ਹੈ ਅੱਜ ਕੱਲ੍ਹ ਉਹਨਾਂ ਵਿਚਾਰਾਂ ਦੀ, ਮੁੱਦਿਆਂ ਦੀ ਲੜਾਈ ਨਹੀਂ,
ਅੱਜ ਕੱਲ੍ਹ ਤੇ ਨਿੱਜੀ ਜਿਹੜੀ ਆਪਣੇ ਨਿੱਜੀ ਹਿੱਤਾਂ ਦੀ ਲੜਾਈ ਹੈ। ਦੇਖੋ ਉਹ ਨਿੱਜਤਾ ਜਿਹੜੀ ਹੈ ਨਾ ਉਹਦੇ ਉੱਤੇ ਜਿਹੜੀ ਆ ਸੱਟ ਮਾਰੀ ਜਾਂਦੀ ਹੈ ਵੀ ਫਲਾਣਾ ਬੰਦਾ ਤੇ ਰੋਟੀ ਖਾ ਰਿਹਾ, ਦਾੜੀ ਹਿਲਦੀ ਹੈ। ਇਹਨੂੰ ਇਹ ਤੇ ਟਿੱਪਣੀਆਂ ਕਰਦੇ ਨੇ ਵਿਚਾਰਧਾਰਾ ਦੇ ਉੱਤੇ ਜਾਂ ਸਾਡੇ ਸਮੱਸਿਆ ਮਸਲਿਆਂ ਦੇ ਉੱਤੇ ਜਾਂ ਮੁੱਦਿਆਂ ਦੇ ਉੱਤੇ ਜਿਹੜੇ ਸਾਡੀ ਬੁਨਿਆਦੀ ਜਿਹੜੇ ਸਾਡੀ ਜ਼ਰੂਰਤ ਹੈ, ਜਿਹੜੀ ਸਾਡੀ ਬੁਨਿਆਦ ਹੈ, ਜਿਹੜੀ ਸਰਕਾਰ ਦੇ ਮੁੱਢਲੇ ਅਧਿਕਾਰਾਂ 'ਚ ਆਉਂਦੀ ਹੈ, ਉਹਨਾਂ ਮੁੱਦਿਆਂ ਦੇ ਉੱਤੇ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਹੁਣ ਤੱਕ ਇਹਨਾਂ ਮੁੱਦਿਆਂ ਤੇ ਨਾ ਤਾਂ ਬਹਿਸ ਕਿਤੇ ਪਾਰਲੀਮੈਂਟ 'ਚ ਹੋਈ ਹੈ, ਨਾ ਹੀ ਕਿਤੇ ਵਿਧਾਨ ਸਭਾ 'ਚ ਹੋਈ ਹੈ, ਨਾ ਹੀ ਥੱਲੇ ਜਿਹੜੀਆਂ ਇਹਨਾਂ ਦੇ ਬਣੀਆਂ ਕਮੇਟੀਆਂ ਨੇ, ਚਾਹੇ ਉਹ ਕਿਸੇ ਵੀ ਪਾਰਟੀ ਦੀ ਹੈ, ਕਿਤੇ ਵੀ ਇਹਨਾਂ ਮੁੱਦਿਆਂ ਦੇ ਉੱਤੇ ਕਦੇ ਬਹਿਸ ਨਹੀਂ ਹੋਈ। ਇਸ ਕਰਕੇ ਇਹ ਜਿਹੜਾ ਲੜਾਈ ਆ ਇਹ ਵਿਚਾਰਾਂ ਦੀ ਲੜਾਈ ਨਹੀਂ ਹੈ, ਇਹ ਸਿਰਫ ਨਿੱਜਤਾ ਤੇ ਆਪਣੀ ਕੁਰਸੀ ਬਚਾਉਣ ਦੀ ਮੇਰੇ ਹਿਸਾਬ ਨਾਲ ਤਾਂ ਇਹ ਲੜਾਈ ਜਿਹੜੀ ਹੈ ਇਹ ਲੜੀ ਜਾ ਰਹੀ ਹੈ। ਬਿਲਕੁਲ ਲੜੀ ਜਾ ਰਹੀ ਹੈ। ਤੁਸੀਂ ਪੰਜਾਬ ਦਾ ਯੂਥ ਬਾਹਰ ਜਾ ਰਿਹਾ ਜੀ, ਪੰਜਾਬ ਦਾ ਯੂਥ ਪੜ੍ਹ ਨਹੀਂ ਰਿਹਾ ਜੀ, ਹਰ ਬੱਚਾ ਇੱਥੇ ਆਈਲੈਟਸ ਕਰਕੇ ਬਾਹਰ ਜਾਣਾ ਚਾਹੁੰਦਾ ਜੀ ਜੀ ਤੁਸੀਂ ਦੇਖੋ ਪਹਿਲਾਂ ਜ਼ਮਾਨਿਆਂ ਦੇ ਵਿੱਚ ਸਾਡੀਆਂ ਸੱਥਾਂ ਹੁੰਦੀਆਂ ਸੀਗੀਆਂ ਜੀ, ਥੜੇ ਹੁੰਦੇ ਸੀ ਬਿਲਕੁਲ ਉਹਨਾਂ ਥੜਿਆਂ ਤੇ ਬੈਠ ਕੇ ਜਾਂ ਸਵੇਰੇ ਸਵੇਰੇ ਬਾਗਾਂ ਦੇ ਵਿੱਚ ਲੋਕ ਜਾਂਦੇ ਸੀ ਸੈਰ ਕਰਨ ਉੱਥੇ ਗੱਲਾਂ ਸਾਂਝੀਆਂ ਹੁੰਦੀਆਂ ਸੀ ਜੀ ਜੀ ਗੱਲਾਂ ਸਾਂਝੀਆਂ ਹੁੰਦੀਆਂ ਸੀ ਪਤਾ ਲੱਗਦਾ ਸੀ ਕਿਹੜੀ ਸਰਕਾਰ ਕੀ ਕਰ ਰਹੀ ਹੈ ਤੇ ਲੀਡਰ ਜੀ ਮੰਤਰੀ ਅਫਸਰ ਡਰਦੇ ਸੀ ਵੀ ਜਨਤਾ ਜਿਹੜੀ ਹੈ ਸਭ ਕੁਝ ਜਾਣਦੀ ਅੱਜ ਦਾ ਦੌਰ ਆ ਗਿਆ ਵਾ ਇੱਕ ਸੋਸ਼ਲ ਨੈਟਵਰਕਿੰਗ ਦਾ ਜੀ ਜੀ ਤੁਸੀਂ ਜੋ ਮਰਜ਼ੀ ਬਣਾ ਕੇ ਪਾ ਦਿਓ ਜਿਹਨੂੰ ਜੋ ਮਰਜ਼ੀ ਕਰੋ ਦੂਸਰੀ ਗੱਲ ਅਸੀਂ ਪੰਜਾਬ ਨੂੰ ਕੋਸਦੇ ਆ ਠੀਕ ਹੈ ਸਾਡੇ ਕੋਲ 13 ਸੀਟਾਂ ਰਹਿ ਗਈਆਂ ਜੀ ਲੇਕਿਨ ਹਿੰਦੁਸਤਾਨ ਦੇ ਆਵਾਮ ਨੂੰ ਤੇ ਹਿੰਦੁਸਤਾਨ ਦੀ ਦਿੱਲੀ ਤੇ ਉੱਤੇ ਕਾਬਜ ਨਿਜ਼ਾਮ ਨੂੰ ਜੀ ਇਹ ਜਾਣਨਾ ਚਾਹੀਦਾ ਕਿ ਜਿਹੜੀ ਤੁਸੀਂ ਹਿੰਦੀ ਲੈਂਗੁਏਜ ਹਿੰਦੀ ਭਾਸ਼ਾ ਦੀ ਗੱਲ ਕਰਦੇ ਜੇ ਉਹ ਇੱਕ ਵੋਟ ਨਾਲ ਜਿੱਤ ਕੇ ਰਾਸ਼ਟਰੀ ਕੰਮਕਾਜ ਕਰਨ ਦੀ ਭਾਸ਼ਾ ਬਣੀ ਸੀ ਜਦੋਂ ਭਾਰਤ ਦੇ ਸੰਵਿਧਾਨ ਪਾਸ ਹੋਇਆ ਸੀ ਔਰ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਜੀ ਕਿ ਬਰਾਬਰ ਵੋਟਾਂ ਪਈਆਂ ਸੀਗੀਆਂ ਅੰਗਰੇਜ਼ੀ ਦੇ ਹੱਕ 'ਚ ਉਨੀਆਂ ਹੀ ਵੋਟਾਂ ਪਈਆਂ ਸੀਗੀਆਂ ਹਿੰਦੀ ਦੇ ਹੱਕ 'ਚ ਜੀ ਇੱਕ ਵੋਟ ਨਾਲ ਹਿੰਦੀ ਲੈਂਗੁਏਜ ਹਿੰਦੀ ਭਾਸ਼ਾ ਜਿੱਤ ਕੇ ਸਰਕਾਰੀ ਕੰਮਕਾਜ ਦੀ ਭਾਸ਼ਾ ਬਣੀ ਆ ਔਰ ਬੜੇ ਮਾਣ ਦੀ ਗੱਲ ਆ ਕਿ ਉਸ ਭਾਸ਼ਾ ਦੇ ਹੱਕ ਵਿੱਚ ਜਿਹੜਾ ਉਹ ਇੱਕ ਵੋਟ ਅਖੀਰਲਾ ਪਿਆ ਉਹ ਸੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਦਾ ਜਿਹੜੇ ਕਿ ਪੰਜਾਬ ਦੇ ਸੰਬੰਧ ਰੱਖਦੇ ਸੀਗੇ ਬਿਲਕੁਲ ਉਹਨਾਂ ਦੀ ਜੇ ਪੰਜਾਬੀਆਂ ਨੂੰ ਇੰਨੀ ਸਮਝ ਆ ਪੰਜਾਬ ਦੇ ਲੋਕ ਹਿੰਦੀ ਲੈਂਗੁਏਜ ਦੀ ਤੇ ਹਿੰਦੀ ਭਾਸ਼ੀ ਲੋਕਾਂ ਦੀ ਇੰਨੀ ਰਿਸਪੈਕਟ ਕਰਦੇ ਕਿ ਅੱਜ ਹਿੰਦੀ ਨੂੰ ਜਦੋਂ ਗੱਲ ਕਰੀਏ ਕੀ ਦੇਣਾ ਤੇ ਕਹਿੰਦੇ ਆ ਕਿ ਹਿੰਦੀ ਪੰਜਾਬ ਵੱਲੋਂ ਪਾਈ ਗਈ ਇੱਕ ਵੋਟ ਨਾਲ ਜਿੱਤ ਕੇ ਆਈ ਹੋਈ ਦੇਣਾ ਜਿਹੜੀ ਇੱਕ ਵੋਟ ਨਾਲ ਕਿਸੇ ਟਾਈਮ ਵਾਜਪਾਈ ਦੀ ਸਰਕਾਰ ਹਾਰੀ ਸੀ। ਪਰ ਦੂਸਰੇ ਪਾਸੇ ਚੇਤਨ ਜੀ ਮੈਂ ਤੁਹਾਡੀ ਗੱਲ ਕੱਟਣ ਲੱਗਾ ਹਾਂਜੀ ਇੱਕ ਪਾਸੇ ਤੇ ਆਪਾਂ ਜਿਹੜੀ ਗੁਰਮੁਖ ਸਿੰਘ ਮੁਸਾਫਰ ਹੋਣਾ ਨੇ ਹਿੰਦੀ ਨੂੰ ਬਚਾਉਣ ਲਈ ਐਡਾ ਵੱਡਾ ਯਤਨ ਕੀਤਾ ਤੇ ਦੂਸਰੇ ਪਾਸੇ ਸਾਡੀ ਪੰਜਾਬੀ ਬੋਲੀ ਨੂੰ ਖਤਮ ਕਰਨ ਵਾਸਤੇ ਹਿੰਦੀ ਦਾ ਇੱਕ ਤਗੜਾ ਜਿਹੜਾ ਉਹ ਸਾਡੇ ਤੇ ਹਮਲਾ ਕੀਤਾ ਗਿਆ। ਸ਼ਾਇਦ ਤੁਹਾਡੇ ਨੌਲੇਜ ਇਹ ਗੱਲ ਆਈ ਹੋਵੇ ਜ਼ਰੂਰ ਵੀ CBSE ਨੇ ਜਿਹੜੇ ਹੁਣ ਨਵਾਂ ਪੈਟਰਨ ਭੇਜਿਆ ਨਾ ਜਿਹੜਾ ਪੈਟਰਨ ਭੇਜਿਆ ਵੀ ਇਹ +2 ਤੇ ਮੈਟ੍ਰਿਕ ਦੇ ਰਿਜ਼ਲਟ ਦਾ ਜਿਹੜਾ ਪੈਟਰਨ ਭੇਜਿਆ ਉਹਦੇ ਵਿੱਚ ਕੀ ਕੀਤਾ ਇਹਨਾਂ ਨੇ ਕਿਹਾ ਵੀ ਜੇ ਇੱਕ ਬੱਚਾ ਬਾਕੀ ਸਾਰਿਆਂ ਸਬਜੈਕਟਾਂ ਤੋਂ ਜਿੰਨੇ ਨੰਬਰ ਲੈਂਦਾ ਮੰਨ ਲਓ ਇੰਗਲਿਸ਼ 'ਚੋਂ ਉਹਨੇ 50 ਨੰਬਰ ਲਏ ਨੇ ਤੇ ਦੂਜੇ 'ਚੋਂ ਵੀ 50 ਲਏ ਨੇ ਸਮਾਜਿਕ ਸਿੱਖਿਆ 'ਚੋਂ ਵੀ ਤੇ ਜੇ ਉਹਨੇ ਡਰਾਇੰਗ 'ਚੋਂ ਵੀ 50 ਲਏ ਨੇ ਤੇ ਜੇ ਪੰਜਾਬੀ 'ਚੋਂ ਵੀ 50 ਲਏ ਨੇ ਤੇ ਉਹਨਾਂ ਦਾ ਜਿਹੜਾ ਅੰਤਰ ਕੱਢ ਕੇ ਜੇ ਉਹਨੇ ਪੰਜਾਬੀ 'ਚੋਂ ਮੰਨ ਲਓ 80 ਲੈ ਲਏ ਨੇ 90 ਲੈ ਲਏ ਨੇ ਤੇ ਉਹਨਾਂ ਦਾ ਡਿਫਰੈਂਸ ਕੱਢ ਕੇ ਉਹਦੇ ਨੰਬਰ ਜਿਹੜੇ ਤਾਂ ਫਿਕਸ ਕੀਤੇ ਜਾਣਗੇ ਪਰ ਉਹਦੇ 'ਚੋਂ ਹਿੰਦੀ ਨੂੰ ਬਾਹਰ ਕੱਢ ਦਿੱਤਾ ਗਿਆ। ਇੱਕ ਪੰਜਾਬੀ ਦੇ 80% ਨੰਬਰ ਲੈਣ ਵਾਲੇ ਨੂੰ ਤਾਂ ਉਹਨਾਂ ਦੂਜਿਆਂ ਦੇ ਜਦੋਂ ਇਮੈਜਿਨ ਕਰਨਗੇ ਕੰਪੇਅਰ ਕਰਨਗੇ ਤੇ ਉਹਦਾ ਜਦੋਂ ਹੱਲ ਕੱਢਣਗੇ ਤੇ ਉਹਦੇ ਨੰਬਰ ਘਟ ਜਾਣਗੇ। ਦੇਖੋ ਕਿਸੇ ਵੀ ਦੂਸਰੇ ਪਾਸੇ ਦੇਖੋ ਜੀ ਦੂਸਰੇ ਪਾਸੇ ਕੀ ਕੀਤਾ ਹਿੰਦੀ ਨੂੰ ਬਾਹਰ ਕੱਢ ਦਿੱਤਾ ਗਿਆ। ਹਿੰਦੀ ਨੂੰ ਕੀ ਕੀਤਾ ਹਿੰਦੀ ਦੇ ਜੇ 70 ਨੰਬਰ ਲੈਂਦਾ ਤਾਂ 70 ਦੇ 70 ਹੀ ਲੱਗਣਗੇ। ਇਟ ਮੀਨਸ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨ ਵਾਸਤੇ ਹਿੰਦੀ ਦੇ ਇੱਕ ਕੁਰਬਾਨੀ ਦਿੱਤੀ ਸਾਡੇ ਮੁੱਖ ਮੰਤਰੀ ਨੇ ਤੁਹਾਡੇ ਕਹਿਣ ਅਨੁਸਾਰ ਤੇ ਦੂਜੇ ਪਾਸੇ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨ ਵਾਸਤੇ ਉਪਰਾਲੇ ਕੀਤੇ ਗਏ ਔਰ CBSE ਨੇ ਹੁਣ ਨਵਾਂ ਜਿਹੜਾ ਫਾਰਮੂਲਾ ਜਾਂ ਨਵੀਂ ਜਿਹੜੀ ਉਹ ਲੈਟਰ ਹੈ ਸੈਂਟਰ ਗਵਰਨਮੈਂਟ ਵੱਲੋਂ ਇਹ ਜਿਹੜੀ ਆ ਪਬਲਿਕ ਜਿਹੜੀ ਆ ਉਹ ਹੁਣ ਕੀਤੀ ਗਈ ਹੈ ਜਿਹੜਾ ਕਿ ਸਾਡੇ ਜਦੋਂ ਵੀ ਕੋਈ ਕੌਮ ਜਾਂ ਕੋਈ ਵੀ ਜਿਹੜੀ ਸਾਡੀ ਕੌਮਾਂ ਨੇ ਉਹ ਆਪਣੀ ਮਾਂ ਬੋਲੀ ਨਾਲ ਜੁੜ ਕੇ ਜਿਹੜੀਆਂ ਵਿਕਾਸ ਕਰਦੀਆਂ ਨਹੀਂ ਤਾਂ ਉਹ ਕੌਮਾਂ ਜਿਹੜੀਆਂ ਖਤਮ ਹੋ ਜਾਂਦੀਆਂ। ਤੁਸੀਂ ਗੱਲ ਕੀਤੀ ਮਾਂ ਬੋਲੀ ਦੀ ਤੁਸੀਂ ਦੱਸੋ ਜਿਹੜੇ ਮੈਂ ਚੰਗੇ ਭਲੇ ਜੀ ਮੰਤਰੀਆਂ ਦੇ ਜਥੇਦਾਰਾਂ ਦੇ ਵੀ ਕਈ ਬੱਚੇ ਮੈਂ ਵੇਖੇ ਜਿਹੜੇ ਹਿੰਦੀ 'ਚ ਗੱਲ ਕਰਦੇ ਨੇ ਗੱਲ ਇਹ ਨਹੀਂ ਹੈ ਗੱਲ ਇਹ ਆ ਕਿ ਜਦੋਂ ਕਿਸੇ ਦੀ ਨਸਲ ਨੂੰ ਖਰਾਬ ਕਰਨਾ ਹੋਵੇ ਸਭ ਤੋਂ ਪਹਿਲਾਂ ਅਟੈਕ ਉਹਦੀ ਮਾਂ ਬੋਲੀ ਤੇ ਹੁੰਦਾ। ਬਿਲਕੁਲ ਅੱਜ ਦੇ ਦੌਰ ਦੇ ਵਿੱਚ ਜੀ ਮੈਂ ਦੇਖਦਾ ਕਿ ਸ਼ਹਿਰਾਂ ਦੇ ਬੱਚੇ ਅਮੂਮਨ ਜ਼ਿਆਦਾ ਹਿੰਦੀ 'ਚ ਗੱਲ ਕਰਨ ਲੱਗ ਪਏ ਉਹ ਇਹਨੂੰ ਇੱਕ ਰਿਸਪੈਕਟ ਮੰਨਣ ਲੱਗ ਪਏ ਆ ਜਦ ਕਿ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਜਿੰਨੇ ਮਲਾਪੜੇ ਸ਼ਬਦ
ਉਹ ਕਿਤੇ ਜਿੰਨੇ ਵੀ ਨਹੀਂ। ਮਿੱਠੇ ਬੋਲ ਅੜਿਆ ਜਾ ਅੜਿਆ, ਜਿਹੜਾ ਅੱਖਰ ਦੇ ਥੱਲੇ ਵੀ ਦੋ ਲਾਈਨ ਤੋਂ ਥੱਲੇ ਵੀ ਲਗਾ ਪੈਂਦੀਆਂ ਹੁਣ, ਇਦਾਂ ਦੇ ਅੱਖਰ ਮੂੰਹ 'ਚ ਅੜਨ ਵਾਲੇ, ਜੀ। ਲੇਕਿਨ ਅੜਿਆ ਅੜਦਾ ਸਾਡੇ ਮੂੰਹ 'ਚ, ਲੇਕਿਨ ਉਹਦਾ ਪੈਗਾਮ ਕਿੰਨਾ ਮਿੱਠਾ। ਸਾਡੇ ਪੰਜਾਬੀ ਦੇ ਮਿੱਠੇ ਸ਼ਬਦਾਂ ਨੂੰ, ਤੁਹਾਡੀ ਜੀ। ਗੱਲ ਨਾਲ ਮੈਂ ਬਿਲਕੁਲ ਐਗਰੀ ਕਰਦਾ ਜੀ। ਕਿ ਕਿਸੇ ਵੀ ਕੌਮ ਦੇ ਵਿਰਸੇ ਨੂੰ ਖਤਮ ਕਰਨਾ ਹੋਵੇ ਤੇ ਉਹਦੇ ਕਲਚਰ ਨੂੰ ਬਿਲਕੁਲ ਜੀ, ਬਿਲਕੁਲ ਕਰੋ। ਅੱਜ ਸਾਡੀ ਹੁਣ ਜੀ। ਸਾਡੀ ਮਾਂ ਬੋਲੀ, ਸਾਡੀ ਇਸ ਟਾਈਮ ਪੰਜਾਬ ਦੀ ਭਾਸ਼ਾ ਕਿਹੜੀ ਹੈ? ਟਕਸਾਲੀ ਬੋਲੀ। ਜੀ ਜੀ ਜੀ। ਟਕਸਾਲੀ ਬੋਲੀ ਕਿਹੜੀ? ਅੰਮ੍ਰਿਤਸਰ ਗੁਰਦਾਸਪੁਰ ਦੇ ਇਲਾਕੇ 'ਚ ਬੋਲੇ ਮਾਝੀ ਬੋਲੀ ਜੀ। ਮਾਝੀ ਬੋਲੀ ਬਿਲਕੁਲ ਬਿਲਕੁਲ। ਸਾਡਾ ਜਿਹੜੀ ਲਿਖੀ ਜ਼ਿਆਦਾ- ਕੇਂਦਰੀ ਬੋਲੀ ਉਹਨੂੰ ਕਹਿੰਦੇ ਆ, ਜਿਹੜੀ ਲਿਖੀ ਜਾਣ ਵਾਲੀ ਹਾਂਜੀ, ਭਾਸ਼ਾ। ਠੀਕ ਹੈ ਜੀ। ਤੇ ਹੁਣ ਚੱਕਰ ਇਹ ਹੈਗਾ ਵਾ ਕਿ ਜਦੋਂ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ, ਉਹਦੇ ਵਿੱਚ ਭਾਸ਼ਾ ਦਾ, ਉਹਦੇ ਵਿੱਚ ਸਾਡੇ ਸੰਸਕਾਰਾਂ ਦਾ, ਜੀ। ਉਹਦੇ ਸਾਡੇ ਧਾਰਮਿਕ ਜਥੇਬੰਦੀਆਂ ਦਾ, ਜਿਹੜੇ ਇਸ ਟਾਈਮ ਵੱਧ ਤੋਂ ਵੱਧ ਧਰਮ ਮਾਈਗ੍ਰੇਟ ਹੋ ਰਹੇ ਨੇ, ਇਹਨਾਂ ਸਾਰਿਆਂ ਦਾ ਬਹੁਤ ਅਸਰ ਪੈਂਦਾ, ਕਿਉਂਕਿ ਹੁਣ ਵਕਤ ਸਾਨੂੰ ਇਜਾਜ਼ਤ ਇੱਕ ਚੀਜ਼ ਹੋਰ ਆਪਾਂ ਇੱਕ ਦੇ ਗੱਲ ਜ਼ਰੂਰ ਕਰਾਂਗੇ, ਜਦੋਂ ਪੰਜਾਬ ਦੀ ਬਾਕੀ ਫਿਜ਼ਾ ਦੀ ਗੱਲ ਕੀਤੀ ਅਸੀਂ, ਵੱਖ-ਵੱਖ ਮਤਲਬ ਜਿਹੜੇ ਸਾਡੇ ਜ਼ਿਲ੍ਹਿਆਂ ਦੇ ਅੰਦਰ ਜਿਹੜੇ ਆਪਰੇਟ ਹੋ ਰਹੇ ਨੇ ਵੀ ਕਿਵੇਂ ਕਿਹੜੀ ਸੀਟ ਕਿੱਧਰ ਜਾਊਗੀ, ਕਿਹੜੇ ਬੰਦੇ ਨੇ ਕਿਵੇਂ ਰਿਪੀਟ ਕਰਨਾ, ਕਿਉਂਕਿ ਅਸੀਂ ਇੱਥੇ ਰੋਪੜ ਦੇ ਜਾਂ ਮੋਹਾਲੀ ਦੇ ਰਹਿਣ ਵਾਲੇ ਹਾਂ, ਤਾਂ ਮੋਹਾਲੀ ਦੇ ਵਿੱਚ ਵੀ ਸਾਡੀ ਜ਼ਰੂਰੀ ਆ ਵੀ ਸਾਡੇ ਜਿਹੜਾ ਕੋਈ ਨਜ਼ਰੀਆ ਮੋਹਾਲੀ ਤੇ ਵੀ ਰਵੇ। ਹੁਣ ਮੋਹਾਲੀ ਦੇ ਅੰਦਰ ਜਿਵੇਂ ਇਹਨਾਂ ਦੋ ਅਕਾਲੀ ਦਲ ਨੇ ਤੇ ਆਪਣੇ ਬਸਪਾ ਨੇ ਜਿਹੜਾ ਸਮਝੌਤਾ ਕੀਤਾ, ਕਿ ਇਹਦਾ ਅਸਰ ਜਿਹੜੇ ਮੌਜੂਦਾ ਇੱਥੇ ਸਾਡੇ ਅਕਾਲੀ ਦਲ ਦੇ ਆਪਣੇ ਚੰਦੂ ਮਾਜਰਾ ਜੀ ਨੇ, ਕਿ ਉਹਨਾਂ ਦੇ ਉੱਤੇ ਇਹਦਾ ਕੀ ਅਸਰ ਪਊਗਾ? ਕਿ ਚੰਦੂ ਮਾਜਰਾ ਜੀ ਇਹ ਬਰਦਾਸ਼ਤ ਕਰਨਗੇ ਕਿ ਦੂਸਰੀ ਪਾਰਟੀ ਦਾ ਇੱਥੇ ਆਣ ਕੇ, ਕੋਈ ਮੈਂ ਕੰਮ ਕੀਤਾ ਹੋਇਆ ਵੀ ਉਹ ਆਣ ਕੇ ਇੱਥੇ ਐਮਐਲਏ ਲੜੇ ਤੇ ਮੇਰੀ ਜਿਹੜੀ ਸੀਟ ਹੈ ਉਹ ਇੱਥੋਂ ਜਾਂਦੀ ਰਹੇ, ਕਿ ਇਦਾਂ ਦਾ ਕੋਈ ਪ੍ਰਭਾਵ ਤਾਂ ਨਹੀਂ ਜਾਏਗਾ? ਦੇਖੋ, ਚੰਦੂ ਮਾਜਰਾ ਜੀ ਦੀ ਸੀਟ ਹੈ ਨਹੀਂ। ਇਸ ਤੋਂ ਪਹਿਲਾਂ ਚੰਦੂ ਮਾਜਰਾ ਜੀ ਤੇ ਉੱਥੋਂ ਵੀ ਜਿੱਤੇ ਸੀ ਜਦੋਂ ਚੋਣ ਨਿਸ਼ਾਨ ਇਹਨਾਂ ਦਾ ਲੜੇ ਸੀਗੇ ਜੀ ਪਟਿਆਲੇ ਵੱਲੋਂ ਜੀ। ਜਦੋਂ ਇਹਨਾਂ ਦਾ ਚੋਣ ਨਿਸ਼ਾਨ ਸੀਗਾ ਜਿੰਦਾ ਕੁੰਜੀਆਂ, ਆਈ ਥਿੰਕ ਉਹ ਸ਼ਾਇਦ ਉਹ ਇਲੈਕਸ਼ਨ ਸੁਨਾਮ ਦੀ ਸੀ ਕਿ ਕਿਹੜੀ ਸੀਗੀ, ਜੀ ਜੀ, ਜਦੋਂ ਇਹ ਟੋਰਾ ਗਰੁੱਪ ਵੱਲੋਂ ਲੜੇ ਸੀਗੇ। ਬਿਲਕੁਲ ਜੀ, ਬਿਲਕੁਲ। ਚੰਦੂ ਮਾਜਰਾ ਜੀ ਨੈਸ਼ਨਲ ਲੈਵਲ ਦੇ ਵੱਡੇ ਲੀਡਰ ਨੇ, ਉਹਨਾਂ ਨੂੰ ਕੱਲੀ ਮੋਹਾਲੀ ਦੀ ਸੀਟ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ, ਨੰਬਰ 1 ਜੀ। ਨੰਬਰ 2, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਣੀ ਮੈਂਬਰ ਪਾਰਲੀਮੈਂਟ ਰਹਿ ਕੇ ਨੁਮਾਇੰਦਗੀ ਵੀ ਕਰਦੇ ਰਹੇ ਨੇ ਅਕਾਲੀ ਦਲ ਦੀ ਉੱਥੇ ਸੰਸਦ ਦੇ ਵਿੱਚ। ਮੋਹਾਲੀ ਨਾਲ ਉਹਨਾਂ ਨੂੰ ਸਿਰਫ ਇੱਕ ਛੋਟੀ ਜੀ ਕੌਂਸਟੀਚੁਐਂਸੀ ਜਿਹੜੀ ਹੈਗੀ ਆ, ਅਸੀਂ ਛੋਟੀ ਕੌਂਸਟੀਚੁਐਂਸੀ ਉੱਦਾਂ ਨਹੀਂ ਕਹਿੰਦੇ, ਲੋਕ ਸਭਾ ਦੇ ਮੁਕਾਬਲੇ ਵਿਧਾਨ ਸਭਾ ਇੱਕ ਛੋਟੀ ਕੌਂਸਟੀਚੁਐਂਸੀ ਆ ਜੀ। ਉਸ ਕੌਂਸਟੀਚੁਐਂਸੀ ਦੇ ਵਿੱਚ ਪਾਰਟੀ ਹਾਈ ਕਮਾਨ ਨੇ ਕੋਈ ਫੈਸਲਾ ਕੀਤਾ ਹੋਏਗਾ ਤੇ ਚੰਦੂ ਮਾਜਰਾ ਦੀ ਸਹਿਮਤੀ ਨਾਲ ਕੀਤਾ ਹੋਏਗਾ, ਲੇਕਿਨ ਇਸ ਸੀਟ ਦੇ ਉੱਤੇ ਸਿੱਧੇ ਮੁਕਾਬਲੇ ਨਜ਼ਰ ਆ ਰਹੇ ਨੇ ਹੁਣ ਆਮ ਆਦਮੀ ਪਾਰਟੀ ਦੇ ਤੇ ਕਾਂਗਰਸ ਦੇ, ਕਿਉਂਕਿ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਵਰਕਰਸ ਨੇ ਉਹਨਾਂ ਦਾ ਇੰਨਾ ਆਧਾਰ ਇਸ ਕੌਂਸਟੀਚੁਐਂਸੀ ਨਹੀਂ ਹੈਗਾ। ਹਾਂ, ਜੇ ਤਨੋ ਮਨੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੋਟ ਪਾਉਣਗੇ ਤੇ ਫਿਰ ਤ੍ਰਿਕੋਣਾ ਮੁਕਾਬਲਾ ਹੋ ਸਕਦਾ, ਲੇਕਿਨ ਇੱਥੋਂ ਮੇਰੇ ਮੁਤਾਬਕ ਤੇ ਕਾਂਗਰਸ ਦੀ ਜਿੱਤ ਹੁੰਦੀ ਨਜ਼ਰ ਆ ਰਹੀ ਹੈ ਮੋਹਾਲੀ ਤੋਂ, ਜੋ ਨਜ਼ਰ ਆ ਰਿਹਾ। ਅੱਗੇ ਪਬਲਿਕ ਚਾਹੇ ਕਿਸੇ ਨੂੰ ਵੀ ਹਰਾ ਸਕਦੀ ਹੈ, ਪਬਲਿਕ ਚਾਹੇ ਕਿਸੇ ਨੂੰ ਵੀ ਹਰਾ ਸਕਦੀ ਹੈ, ਲੇਕਿਨ ਇਸ ਤੇ ਕੱਲੀ ਮੋਹਾਲੀ ਦਾ ਤੁਹਾਨੂੰ ਮੈਂ ਕੱਢ ਕੇ ਦੱਸਦਾ, ਪੰਜਾਬ ਦੇ ਵੀ ਕਈ ਐਸੇ ਹਲਕੇ ਨੇ ਜਿੱਥੇ ਮੁਕਾਬਲੇ ਬਸਪਾ ਨੂੰ ਟਿਕਟਾਂ ਦੇਣ ਦੇ ਨਾਲ ਕਈ ਥਾਵਾਂ ਤੇ ਕਾਂਗਰਸ ਓਪਨਲੀ ਜਿੱਤਦੀ ਨਜ਼ਰ ਆ ਰਹੀ ਆ। 20 ਦੇ ਵਿੱਚੋਂ 15 ਸੀਟਾਂ ਘਰ ਬੈਠੇ ਕਾਂਗਰਸ ਜਿੱਤ ਗਈ ਹੈ ਜੀ। ਉਹਨਾਂ 15 ਸੀਟਾਂ ਦੇ ਉੱਤੇ ਕਾਂਗਰਸ ਨੂੰ ਕੋਈ ਨਹੀਂ ਹਰਾ ਸਕਦਾ, ਜਿਹੜੀਆਂ 20 ਸੀਟਾਂ ਬਸਪਾ ਨੂੰ ਅਕਾਲੀ ਦਲ ਨੇ ਦਿੱਤੀਆਂ ਨੇ ਜੀ। 16 ਵੀ ਹੋ ਸਕਦੀਆਂ ਨੇ, 17 ਵੀ ਹੋ ਸਕਦੀਆਂ ਨੇ। ਨਵਾਂ ਸ਼ਹਿਰ ਦੀ ਇੱਕ ਕੌਂਸਟੀਚੁਐਂਸੀ ਹੈ ਜਿੱਥੇ ਸ਼ਾਇਦ ਬਹੁਜਨ ਸਮਾਜ ਪਾਰਟੀ ਸੀਟ ਜਿੱਤਦੀ ਨਜ਼ਰ ਆਵੇ ਜੇ ਅਕਾਲੀ ਦਲ ਪੂਰੀ ਤਰ੍ਹਾਂ ਉਹਨਾਂ ਨੂੰ ਵਰਦਾ, ਲੇਕਿਨ ਜਦੋਂ ਇਹ ਇਲੈਕਸ਼ਨ ਵਿਧਾਨ ਸਭਾ ਦੀ ਹੋ ਜਾਂਦੀ ਹੈ ਜੀ, ਉਸ ਟਾਈਮ ਲੋਕਲ ਲੀਡਰ ਕਿਸ ਬੰਦੇ ਨੂੰ ਟਿਕਟ ਦਿੱਤੀ ਆ ਉਹ ਬਹੁਤ ਅਸਰ ਪਾਉਂਦਾ, ਕਿਉਂਕਿ ਅੱਜ ਦੀ ਇਸ ਇਲੈਕਸ਼ਨ ਵਿੱਚ 2022 ਦੇ ਵਿੱਚ ਚਿਹਰੇ ਬਹੁਤ ਕਾਊਂਟ ਕਰਨਗੇ। ਕਿਸ ਚਿਹਰੇ ਨੂੰ ਟਿਕਟ ਮਿਲਦੀ ਪਈ ਆ, ਤੁਸੀਂ ਸੁਖਪਾਲ ਸਿੰਘ ਖਹਿਰਾ ਦੇਖ ਲਓ। ਬਿਲਕੁਲ ਸਹੀ ਕਿਹਾ ਵੀ ਜਿਹੜੇ ਅਗਲੇ ਆਉਣ ਵਾਲੇ ਦਿਨ ਨੇ ਉਹਨਾਂ ਦਿਨਾਂ ਦੇ ਅੰਦਰ ਇਹ ਸੰਘਰਸ਼ ਜਿਹੜਾ, ਇਹ ਜਦੋਜਹਿਦ ਜਿਹੜੀ ਹੈ, ਆਪੋ ਤਾਪੀ ਜਿਹੜੀ ਹੈ, ਇਹ ਜਿਹੜੀ ਸ਼ੁਰੂ ਹੋਈ ਹੈ, ਇਹ ਲਗਾਤਾਰ ਜਾਰੀ ਰਹੇਗੀ। ਮੇਰਾ ਖਿਆਲ ਵੀ ਇਹ ਘੱਟੋ ਘੱਟ ਅਜੇ ਨਵੰਬਰ ਤੱਕ ਇਹ ਕੁਝ ਨਹੀਂ ਪਤਾ ਵੀ ਕਿਹੜਾ ਘਰ ਵਾਪਸੀ ਜਾਊਗਾ, ਕਿਹੜਾ ਉਸ ਘਰ ਚੋਂ ਬਾਹਰ ਆਊਗਾ। ਘਰ ਵਾਪਸੀ ਜਿਹੜੀ ਗੱਲ ਹੈ ਨਾ, ਦੇਖੋ ਜਿਹੜੀਆਂ ਘਰ ਵਾਪਸੀਆਂ, ਇਹ ਪੱਗਾਂ ਬਦਲਣੀਆਂ, ਇਹ ਵਿਚਾਰਾਂ ਦੀ ਕੋਈ ਸਾਂਝ ਨਹੀਂ ਹੈ। ਕਿ ਜਿਹੜਾ ਅੱਜ ਅਕਾਲੀ ਦਲ 'ਚ ਕੱਲ ਕਾਂਗਰਸ ਜਾ ਰਿਹਾ, ਜਿਹੜਾ ਕੱਲ ਕਾਂਗਰਸ ਸੀ ਅੱਜ ਅਕਾਲੀ ਦਲ ਜਾ ਰਿਹਾ, ਜਿਹੜਾ ਅਕਾਲੀ ਦਲ ਸੀ ਉਹ ਆਪ 'ਚ ਜਾ ਰਿਹਾ। ਕਿਸੇ ਦੀ ਵਿਚਾਰਧਾਰਾ ਨਾਲ ਇੱਥੇ ਸਿਰਫ ਤੇ ਸਿਰਫ ਮੇਰੇ ਮੁਤਾਬਕ ਜਿਹੜੀ ਰਾਜਨੀਤੀ ਹੈ ਉਹ ਸਿਰਫ ਆਪਣੇ ਨਿੱਜੀ ਹਿੱਤਾਂ ਲਈ ਹੈ, ਆਪਣੀਆਂ ਕੁਰਸੀਆਂ ਬਚਾਉਣ ਲਈ ਹੈ, ਆਪਣੇ ਆਪ ਨੂੰ ਬਚਾਉਣ ਲਈ ਹੈ, ਨਾ ਕਿ ਇਹਨਾਂ ਮੁੱਦਿਆਂ ਦੇ ਉੱਤੇ ਨਾ ਕੋਈ ਨਵਾਂ ਬਦਲ ਪੇਸ਼ ਕਰਦੇ। ਲੋਕੀ ਤਾਂ ਨਵਾਂ ਬਦਲ ਭਾਲਦੇ ਨੇ, ਇੱਕ ਨਵੀਂ ਚੀਜ਼ ਭਾਲਦੇ ਨੇ। ਕਿ ਇਹ ਕਿਸਾਨੀ ਦਾ ਜਿਹੜਾ ਸੰਘਰਸ਼ ਹੈ ਕਿ ਪੰਜਾਬ ਦੀਆਂ ਇਹਨਾਂ 2022 ਦੀਆਂ ਇਲੈਕਸ਼ਨਾਂ 'ਚ ਕੀ ਪ੍ਰਭਾਵ ਨਹੀਂ ਪਾਏਗਾ? ਬਹੁਤ ਵੱਡਾ ਪ੍ਰਭਾਵ ਪਾਏਗਾ। ਮੁਲਾਜ਼ਮਾਂ ਨਾਲ ਅੱਜ ਜਿਹੜਾ ਧੱਕਾ ਹੋਇਆ, ਮੁਲਾਜ਼ਮਾਂ ਦੀਆਂ 6ਵਾਂ ਤਨਖਾਹ ਕਮਿਸ਼ਨ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਨੇ
2016 ਚ ਬਿਠਾਇਆ ਸੀ, ਅੱਜ 2021 ਹੋ ਗਿਆ, ਉਹ ਅੱਜ ਜਿਉਂ ਬੈਠਾ ਉੱਠਿਆ ਹੀ ਨਹੀਂ। ਕੀ ਮੁਲਾਜ਼ਮ ਧਿਰ ਜਿਹੜੀ ਹੈ ਖੁਸ਼ ਹੈ? ਜਾਂ ਜਿਹੜਾ ਸਾਡਾ ਇਹ ਸਿਸਟਮ ਸਾਰਾ ਅਧਿਆਪਕ ਜਿਹੜੇ ਨੇ ਉਹ ਟੈਂਕੀਆਂ ਤੇ ਚੜ੍ਹ ਕੇ ਆਤਮ ਹੱਤਿਆ ਕਰ ਰਹੇ ਨੇ। ਇਹ ਕੱਲ੍ਹ ਦੀ ਗੱਲ ਹੈ ਵੀ ਬੋਰਡ ਦੀ ਐਜੂਕੇਸ਼ਨ ਬੋਰਡ ਦੀ ਬਿਲਡਿੰਗ ਦੇ ਉੱਤੇ ਇੱਕ ਬੀਬੀ ਜਿਹੜੀ ਆ ਉਹ ਜ਼ਹਿਰ ਖਾਂਦੀ ਹੈ। ਕਿਉਂ ਖਾਂਦੀ ਹੈ? ਕਿਉਂਕਿ ਉਹਦੀ ਸਾਰੀ ਜ਼ਿੰਦਗੀ ਜਿਹੜੀ ਆ ਉਹਨੇ ਪੜ੍ਹਿਆ ਔਰ ਉਹਨੂੰ ਜੌਬ ਨਹੀਂ ਮਿਲੀ। ਇਹ ਸਾਰੀਆਂ ਸਮੱਸਿਆਵਾਂ ਵੱਲ ਕਿਸੇ ਵੀ ਸਿਆਸੀ ਪਾਰਟੀ ਦਾ ਹੁਣ ਤੱਕ ਧਿਆਨ ਆਇਆ? ਸਿਰਫ ਪੱਗਾਂ ਬਦਲਣ ਤੱਕ। ਜੇ ਖਹਿਰਾ ਸਾਹਿਬ ਸੀ ਤੇ ਖਹਿਰੇ ਨੇ ਪਾਰਟੀ ਬਦਲੀ, ਜੇ ਦੂਸਰੇ ਦੁੱਕੇ ਟਿੱਕੀ ਹੈ ਉਹ ਇੱਧਰੋਂ ਉੱਧਰ ਤੇ ਉੱਧਰੋਂ ਉੱਧਰ ਜਾ ਰਹੇ ਨੇ। ਪਰ ਪੰਜਾਬ ਦੇ ਮਸਲਿਆਂ ਦੀ, ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦਾ, ਪੰਜਾਬ ਦੀਆਂ ਸਿਹਤ ਸਹੂਲਤਾਂ ਦਾ, ਕਰੋਨਾ ਵਰਗੀ ਮਹਾਮਾਰੀ ਜਿਹੜੀ ਅੱਜ ਹਜ਼ਾਰਾਂ ਹੀ ਲੋਕ ਜਿਹੜੇ ਕਰੋੜਾਂ ਲੋਕ ਜਿਹੜੇ ਮੌਤ ਦੇ ਮੂੰਹ ਚਲੇ ਗਏ, ਔਰ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਘਰ ਪਰਿਵਾਰ ਜਿਹੜਾ ਕਮਾਉਣ ਜੋਗਾ ਨਹੀਂ ਰਿਹਾ, ਇਹਨਾਂ ਦੇ ਉੱਤੇ ਕੋਈ ਉਹਨਾਂ ਦੀ ਜਿਹੜੀ ਆ ਉਹ ਅੱਜ ਤੱਕ ਨਾ ਕਿਸੇ ਸਿਆਸੀ ਪਾਰਟੀ ਦਾ, ਨਾ ਹੀ ਬਦਲ ਔਰ ਨਾ ਹੀ ਉਹਨਾਂ ਦਾ ਕੋਈ ਬਿਆਨ ਅਜੇ ਤੱਕ ਆਇਆ। ਸਿਰਫ ਬਿਆਨ ਆ ਰਹੇ ਨੇ ਤੇ ਕਿਤੇ ਜਿਹੜਾ ਬਾਜਵਾ ਉਹ ਕੈਪਟਨ ਨਾਲ ਜਾ ਰਿਹਾ, ਸਿੱਧੂ ਛੱਡ ਕੇ ਬਾਹਰ ਨੂੰ ਜਾ ਰਿਹਾ। ਇੱਧਰੋਂ ਮਤਲਬ ਅਲੱਗ-ਅਲੱਗ ਜਿਹੜੀਆਂ ਆਪਣੀਆਂ ਗੱਦੀਆਂ ਤੇ ਆਪਣੀਆਂ ਇਸ ਕੁਰਸੀਆਂ ਨੂੰ ਬਚਾਉਣ ਲਈ ਨਵੇਂ ਜਿਹੜੇ ਟੀਕੇ ਆ ਉਹ ਆਜ਼ਾਦ ਕੀਤੇ ਜਾ ਰਹੇ ਨੇ, ਤਾਂ ਕਿ 2012 'ਚ ਇੱਕ ਇਹੋ ਜਿਹਾ ਟੀਕਾ ਲਿਆਂਦਾ ਜਾਵੇ ਜਿਹਦੇ ਨਾਲ ਖੂਨ ਵੀ ਨਿਕਲੇ ਪਰ ਦਰਦ ਵੀ ਨਾ ਹੋਵੇ। ਹਰ 5 ਸਾਲ 2022 ਜਿਹੜੀਆਂ ਆਉਣੀਆਂ ਉਹਦੇ ਲਈ ਟੀਕਿਆਂ ਦਾ ਆਜ਼ਾਦ ਕੀਤਾ ਜਾ ਰਿਹਾ। ਪਰ ਇਹ ਜੇ ਟੀਕੇ ਜਿਹੜੇ ਪਹਿਲਾਂ ਵੀ ਤੁਸੀਂ ਵੇਖ ਚੁੱਕੇ ਹੋ। ਸੋ ਮੇਰਾ ਕਹਿਣ ਦਾ ਭਾਵ ਹੈ ਵੀ ਇਹ ਸਾਰਾ ਸਿਸਟਮ ਹੈ। ਪੰਜਾਬ ਦੇ ਲੋਕਾਂ ਨੂੰ ਇਹ ਚੰਗੀ ਤਰ੍ਹਾਂ ਇਹ ਜਿਹੜਾ ਉਹ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ। ਆਪਣੇ ਨਿੱਜੀ ਹਿੱਤ ਛੱਡ ਦਿੱਤੇ ਜਾਣ। ਆਪਣੇ ਜਿਹੜੇ ਹੋਰ ਨਿੱਕੇ ਮੋਟੇ ਜਿਹੜੇ ਸਾਂਝਾਂ ਜਿਹੜੀਆਂ ਪਾਈਆਂ ਹੋਈਆਂ, ਜਿਵੇਂ ਤੁਸੀਂ ਚੇਤਨ ਜੀ ਕਿਹਾ ਸੀ ਵੀ ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹ ਆਪਣੇ ਲੈਵਲ ਦੇ ਉੱਤੇ ਲੋਕਾਂ ਨੂੰ ਮੋਬਿਲਾਈਜ਼ ਕਰਕੇ, ਉਹਨਾਂ ਨੂੰ ਸ਼ਰਾਬ ਵੰਡ ਕੇ, ਪੈਸਾ ਵੰਡ ਕੇ, ਹੋਰ ਤਰੀਕੇ ਨਾਲ ਵੰਡ ਕੇ, ਉਹਨਾਂ ਦੀ ਜਿਹੜੀ ਸੋਚ ਹੈ ਉਹਨਾਂ ਨੂੰ ਖੁੰਡਿਆਂ ਕਰਕੇ, ਨਸ਼ੇ ਵੰਡ ਕੇ ਤੇ ਇਹਨਾਂ ਪਾਰਟੀਆਂ ਦੇ ਲੜ ਲਾ ਕੇ ਇਹਨਾਂ ਨੂੰ ਜਿਤਾਉਂਦੇ ਨੇ ਤੇ ਉਹੀ 5 ਸਾਲ ਮੁੜ ਕੇ 4.5 ਸਾਲ ਤੱਕ ਤੁਹਾਡਾ ਖੂਨ ਚੂਸਦੇ ਨੇ। ਤੇ ਜਿੰਨਾ ਤੱਕ ਤੁਸੀਂ ਇਹ ਸਿਆਸਤ ਨੂੰ ਨਹੀਂ ਸਮਝਦੇ ਤਦ ਤੱਕ ਮੇਰਾ ਖਿਆਲ ਹੈ ਚੇਤਨ ਜੋਤੀ ਜੀ ਇਹ ਜਿਹੜਾ ਸਮੱਸਿਆ ਹਰ 5 ਸਾਲ ਬਾਅਦ ਇਦਾਂ ਹੀ ਵਿਚਰਦੀ ਰਹੂਗੀ। ਜਿਹੜੀ ਪਾਰਟੀ ਰਾਜ ਕਰਦੀ ਹੋਊਗੀ, ਜਿਹੜੀ ਵਿਰੋਧੀ ਧਿਰ ਹੋਊਗੀ, ਵਿਰੋਧੀ ਧਿਰ ਫਿਰ ਉਹੀ ਧਰਨੇ, ਮੁਜ਼ਾਹਰੇ, ਰੈਲੀਆਂ ਤੇ ਜਿਹੜੇ ਆ ਉਹ ਮੁੱਦੇ ਜਿਹੜੇ ਨੇ ਅਜੇ ਤੇ ਚੇਤਨ ਜੀ ਮੈਂ ਗੱਲ ਕਰਨੀ ਸੀ, ਟਾਈਮ ਥੋੜ੍ਹਾ ਹੈ ਵੀ ਜਿਹੜੇ ਅਜੇ 5-4 ਮੁੱਦੇ ਇਹੋ ਜਿਹੇ ਨੇ ਜਿਹੜੇ ਹੁਣ ਕਬਰਾਂ 'ਚ ਪੁੱਟੇ ਜਾਣੇ ਨੇ। SYL ਦਾ ਨਹਿਰ ਦਾ ਮਸਲਾ, ਪੰਜਾਬੀ ਬੋਲਦੇ ਇਲਾਕੇ ਜਿਹੜੇ ਪੰਜਾਬ ਨੂੰ ਦੇਣੇ, ਰਾਜਧਾਨੀ ਚੰਡੀਗੜ੍ਹ ਜਿਹੜੀ ਉਹ ਪੰਜਾਬ ਦੀ ਹੈ, ਪੰਜਾਬ ਨੂੰ ਦਿੱਤੀ ਜਾਵੇ। ਇਹ ਮੁੱਦੇ ਜਿਹੜੇ ਨੇ ਇਹ ਜਿਹੜੇ ਖਤਮ ਨਾ ਹੋਣ ਵਾਲੇ, ਔਰ ਇਹ ਹੁਣ 2022 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਨਵੰਬਰ ਤੱਕ 21 ਤੱਕ ਇਹ ਮੁੱਦੇ ਜਿਹੜੇ ਨੇ ਉਹ ਕਬਰਾਂ 'ਚੋਂ ਉਠਾਏ ਜਾਣੇ ਨੇ, ਤਾਂ ਕਿ ਇਹ ਮੁਰਦੇ ਜਿਹੜੇ ਨੇ ਇਹ ਨਾ ਮਰਨ ਜੋਗੇ ਨੇ ਕਿ ਮਰੇ ਹੀ ਪਏ ਨੇ। ਦੇਖੋ ਇਹਨਾਂ ਦੀ ਜਿਹੜੀ ਸ਼ੁਰੂਆਤ ਹੈ ਹੁਣ ਹੋ ਰਹੀ ਹੈ ਜੀ। ਮੈਂ ਦੱਸ ਮੇਰੇ ਕਹਿਣ ਦਾ ਭਾਵ ਮੈਂ ਦੱਸਣਾ ਤੁਹਾਨੂੰ, ਤੁਸੀਂ ਦੇ ਵਿਚਾਰਾਂ ਦੀ ਗੱਲ ਕੀਤੀ ਹੈ ਨਾ ਜੀ। ਵਿਚਾਰ ਬਦਲੇ ਜਾਂਦੇ ਨੇ, ਵਿਚਾਰ ਨਹੀਂ ਰਲਦੇ। ਕੋਈ ਬੰਦਾ ਦੂਜੀ ਪਾਰਟੀ ਛੱਡ ਕੇ ਜਦੋਂ ਦੂਸਰੀ ਪਾਰਟੀ 'ਚ ਜਾਂਦਾ ਜੀ, ਇੱਕ ਪਾਰਟੀ 'ਚੋਂ ਨਿਕਲੀ ਦੂਜੀ ਪਾਰਟੀ ਚਲਾ ਗਿਆ ਜੀ, ਉਹ ਤਾਂ ਹੀ ਜਾਂਦਾ ਕਿ ਉਸ ਪਾਰਟੀ ਵਿੱਚ ਜਾਂ ਤੇ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਜਾਂ ਉਹਦੀ ਕੋਈ ਨਾ ਕੋਈ ਨਿੱਜੀ ਸਮੱਸਿਆ ਆ ਜਾਂਦੀ ਆ। ਪ੍ਰੋਬਲਮ ਆਉਂਦੀ ਮੈਂਡੇਟ ਦੀ ਜੀ। ਮੈਂਡੇਟ ਕਿਹਦੇ ਨਾਲ ਤੇ ਕਿਸ ਪਾਰਟੀ ਦੇ ਨਾਲ ਗਿਆ। ਹੁਣ ਖਹਿਰਾ ਸਾਹਿਬ 3 ਬੰਦਿਆਂ ਦੇ ਨਾਲ ਜਾ ਕੇ ਕਾਂਗਰਸ 'ਚ ਰਲ ਗਏ ਜੀ, ਠੀਕ ਹੈ ਜੀ। ਫੂਲਕਾ ਜੀ ਨੇ ਰਿਜ਼ਾਈਨ ਪਾਤਾ ਸੀਗਾ। ਹੋਰ ਵੀ ਨਾਜਰ ਸੇ ਮਲਸੀਆ ਮਾਨਸੇ ਤੋਂ ਵੀ ਕਾਂਗਰਸ ਚਲਾ ਗਿਆ। ਮੁੱਕਦੀ ਗੱਲ ਇੱਥੇ ਇਹ ਆ, ਇਸ ਟਾਈਮ ਜੋ ਮਾਹੌਲ ਚੱਲਦਾ ਪਿਆ, ਅਸੀਂ ਲੀਡਰਾਂ ਨੂੰ ਤਾਂ ਦੋਸ਼ ਦੇਈ ਜਾਣ ਰਹੇ ਹਾਂ ਜੀ। ਅਸੀਂ ਲੀਡਰਾਂ ਨੂੰ ਬਹੁਤ ਦੋਸ਼ ਦੇ ਰਹੇ ਹਾਂ ਬਿਲਕੁਲ ਵੀ ਲੀਡਰਾਂ ਨੇ ਇੱਦਾਂ ਕੀਤਾ। ਜਿਹੜੇ ਮੁੱਦੇ ਆ, ਮੁੱਦੇ ਕੀ ਆ? ਮੁੱਦੇ ਤੇ ਇੱਕ ਇਲੈਕਸ਼ਨ ਲੜਨ ਵਾਸਤੇ ਕ੍ਰੀਏਟ ਕੀਤੀ ਜਾਂਦੀ ਚੀਜ਼ ਆ ਜੀ। ਇਲੈਕਸ਼ਨ ਚਲੇ ਗਈ, ਮੁੱਦੇ ਚਲੇ ਗਏ। ਗੱਲ ਇਹ ਆਉਂਦੀ ਕਿ ਗੱਲ ਵੋਟਰਾਂ ਦੇ ਉੱਤੇ ਆਉਂਦੀ ਆ। ਵੋਟਰ ਕਿੰਨੇ ਕੁ ਸਿੰਸੀਅਰ ਨੇ, ਵੋਟਰ ਕਿੰਨੇ ਕੁ ਸਿੰਸੀਅਰ ਨੇ। ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਤੁਸੀਂ ਵੋਟ ਪਾਈ, ਸੁਖਪਾਲ ਸਿੰਘ ਖਹਿਰਾ ਦੇ ਨਾਂ ਤੇ ਪਾਈ ਕਿ ਝਾੜੂ ਦੇ ਨਾਂ ਤੇ ਪਾਈ? ਇੱਕ ਤੇ ਬਿਲਕੁਲ ਸੋਚਣ ਜੀ। ਦੂਸਰੀ ਗੱਲ, ਜਿਹੜੇ ਲੀਡਰ, ਜਿਹੜੇ MLA ਇੱਕ ਨਵੀਂ ਉੱਭਰਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਨੁਮਾਇੰਦੇ ਬਣਾ ਕੇ ਉਹਨਾਂ ਨੇ ਚੰਡੀਗੜ੍ਹ ਭੇਜਿਆ ਜੀ, ਇਹ ਉਹਨਾਂ ਲੋਕਾਂ ਨੇ ਫੈਸਲਾ ਕਰਨਾ ਵਾ। ਕਿ ਉਹਨਾਂ ਨੇ ਸਵਾਲ ਪੁੱਛਿਆ ਮੈਂਡੇਟ ਤੇ ਤੁਹਾਡਾ ਆਪ ਨਾਲ ਗਿਆ ਸੀ, ਤੁਸੀਂ ਕਾਂਗਰਸ ਦੇ ਵਿੱਚ ਕਿਉਂ ਚਲੇ ਗਏ ਜੀ? ਇਹ ਇੱਕ ਬੜੀ ਵੱਡੀ ਗੱਲ ਆ। ਤੀਸਰੀ ਗੱਲ, ਪੰਜਾਬ ਦੇ ਲੋਕਾਂ ਨੂੰ ਰੌਲਾ ਪਾਉਣ ਦੀ ਥਾਂ ਤੇ ਸੋਚਣ ਦੀ ਲੋੜ ਆ ਜੀ। ਔਰ ਉਹ ਐਸੀ ਸੋਚ ਲਿਆਉਣ ਦੀ ਲੋੜ ਆ। ਜੇ ਬਾਰਡਰ ਦੇ ਉੱਤੇ ਬੈਠੇ ਕਿਸਾਨ ਆਪਣੀ ਸ਼ਾਂਤਮਈ ਢੰਗ ਨਾਲ ਐਜੀਟੇਸ਼ਨ ਕਰ ਰਹੇ ਨੇ, ਇਹਦਾ ਮਤਲਬ ਇਹ ਨਹੀਂ ਆ ਕਿ ਸੈਂਟਰ ਗਵਰਨਮੈਂਟ ਦੀ ਨੀਂਦਾਂ ਨਹੀਂ ਉੱਡੀਆਂ। ਬਹੁਤ ਵੱਡੀ ਗੱਲ ਆ। ਆਉਣ ਵਾਲੇ ਸਮੇਂ ਵਿੱਚ ਇੰਟਰਨੈਸ਼ਨਲ ਐਗਰੀਕਲਚਰ ਦੇ ਸਬਜੈਕਟ ਵਿੱਚ ਜੀ ਇਹ ਐਜੀਟੇਸ਼ਨ,
ਇੱਕ ਰਿਸਰਚ, ਇੱਕ ਸਬਜੈਕਟ ਬਿਲਕੁਲ ਜੀ, ਲੈ ਕੇ ਆਏਗੀ। ਬਿਲਕੁਲ ਜੀ, ਬਿਲਕੁਲ। ਬਾਕੀ ਸਮਾਂ ਜ਼ਿਆਦਾ ਨਹੀਂ ਹੈਗਾ, ਹੋਰ ਚਰਚਾ ਕਰਾਂਗੇ, ਦੁਬਾਰਾ ਤੁਹਾਡੇ ਨਾਲ ਰੂਬਰੂ ਹੋਵਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਲਹਿਲ ਸਾਹਿਬ। ਬਿਲਕੁਲ ਜੀ, ਸਾਡਾ ਇਹ ਵਿਚਾਰ ਚਰਚਾ ਜਿਹੜੀ ਸਾਡੀ ਪੱਖ ਦੇ ਮਸਲਿਆਂ ਤੇ ਤੁਹਾਨੂੰ ਕਿਵੇਂ ਦੀ ਲੱਗੀ, ਸਾਨੂੰ ਆਪਣੇ ਵਿਚਾਰ ਦੇਣੇ ਨਾ ਭੁੱਲਣਾ। ਸਦਾ ਸਾਨੂੰ ਵਿਚਾਰ ਦਿਓ ਤਾਂ ਕਿ ਸਾਡਾ ਜਿਹੜਾ ਹੌਸਲਾ ਹੋਰ ਵੀ ਨਵੇਂ ਤੇ ਚੰਗੇ ਪ੍ਰੋਗਰਾਮ ਬਣਾਉਣ ਲਈ ਵਧੇ। ਸੋ ਇਸੇ ਤਰ੍ਹਾਂ ਹੀ ਅਸੀਂ ਕੱਲ ਫੇਰ ਕਿਸੇ ਨਾ ਕਿਸੇ ਹੋਰ ਪੱਖ ਦੇ ਮਸਲੇ ਤੇ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ। ਉਹਨੇ ਚਿਰ ਤੱਕ ਮੈਨੂੰ ਔਰ ਜੋਸ਼ੀ ਜੀ ਨੂੰ ਦਿਓ ਇਜਾਜ਼ਤ। ਰੱਬ ਰਾਖਾ।